ਬ੍ਰੈਂਪਟਨ ਦੀ ਖਬਰ ਹੈ ਜੀ। ਬ੍ਰੈਂਪਟਨ ਵਾਸੀ ਹੁਣ ਸਾਵਧਾਨ ਹੋ ਜਾਣ, ਖਾਸ ਤੌਰ ਤੇ ਉਹ ਜਿਹੜੇ ਕਿ ਕਾਰਾਂ ਦੇ ਵਿੱਚ ਮਫਲਰ ਲਾ ਕੇ ਜਿਹੜੇ ਪਟਾਕੇ ਪਵਾਉਂਦੇ ਨੇ। ਹਾਲਾਤਾਂ ਦੀ ਗੱਲ ਕਰੀਏ, ਮੈਨੀਟੋਬਾ ਵਾਸੀਓ ਸਾਵਧਾਨ ਹੋ ਜਾਓ, ਹਾਲਾਤ ਉੱਥੇ ਕਾਫੀ ਜ਼ਿਆਦਾ ਖਰਾਬ ਹੋ ਰਹੇ ਨੇ। ਐਸਟਰਾਜ਼ੈਨੇਕਾ ਦੀਆਂ ਜਿਹੜੀਆਂ ਦਵਾਈਆਂ ਵੈਕਸੀਨਸ ਅੱਜ ਪੂਰੀਆਂ ਮਿਆਦ ਪੁੱਗਣ ਵਾਲੀ ਸੀ, ਐਕਸਪਾਇਰ ਹੋਣ ਲੱਗੀਆਂ ਸੀ, ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਆ 1 ਮਹੀਨੇ ਲਈ ਵਧਾ ਦਿੱਤੀ ਗਈ ਹੈ। ਪਰ ਤੁਹਾਡੇ ਇੱਕ ਪਿੱਛੇ ਬਾਕੀ 99 ਬੰਦੇ ਕਿਉਂ ਬਿਮਾਰ ਹੋਣ? ਸੋ ਸਰਕਾਰ ਇਹ ਕੰਮ ਨਹੀਂ ਕਰੇਗੀ। ਕੋਈ ਖਬਰ ਤੁਹਾਡੇ ਕੋਲ ਹੈ ਜਾਂ ਕੋਈ ਅਜਿਹੀ ਜਾਣਕਾਰੀ ਤੁਹਾਡੇ ਕੋਲ ਹੈ ਜੋ ਤੁਸੀਂ ਸਾਡੇ ਨਾਲ ਜਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ। ਸੋ ਅੱਜ ਜਿਹੜੀਆਂ ਖਬਰਾਂ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ, ਉਹਨਾਂ ਵਿੱਚੋਂ ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਕੈਮਲੂਪਸ ਦੇ ਸਕੂਲ ਦੇ ਵਿੱਚ ਜੋ ਬੱਚਿਆਂ ਦੇ ਕੰਕਾਲ ਮਿਲੇ ਨੇ, ਉਸ ਤੋਂ ਬਾਅਦ ਕੈਨੇਡਾ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਚੁੱਕੀ ਹੈ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਬ੍ਰੈਂਪਟਨ ਦੇ ਵਿੱਚ ਕਾਰਾਂ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ, ਮੋਸ਼ਨ ਪਾਸ ਹੋ ਚੁੱਕਿਆ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਕੈਨੇਡਾ ਵਾਸੀ ਕਰੋਨਾ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਅੱਗੇ ਆਉਣ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਅਪੀਲ ਹੈ, ਉਹਨਾਂ ਨੇ ਅਜਿਹਾ ਕਿਉਂ ਕਿਹਾ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਨਾਲ ਹੀ ਕੈਨੇਡਾ ਦੇ ਸਿਹਤ ਵਿਭਾਗ ਨੇ ਮਿਆਦ ਪੁੱਗੀ ਐਸਟਰਾਜ਼ੈਨੇਕਾ ਦੀ ਵੈਕਸੀਨ ਦੀ ਕਿਉਂ ਵਧਾਈ ਮਿਆਦ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਹੈਲਥ ਕੈਨੇਡਾ ਨੇ ਅਜਿਹਾ ਕਿਉਂ ਕੀਤਾ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਖਬਰ ਡਿਸਕਸ ਕਰਾਂਗੇ, ਕਰੋਨਾ ਦੀ ਜੜ ਨੂੰ ਲੱਭਣ ਲਈ ਅਮਰੀਕਾ ਦੇ ਨਾਲ ਹੁਣ ਬਾਕੀ ਮੁਲਕਾਂ ਨੇ ਵੀ ਹੱਥ ਮਿਲਾ ਲਿਆ ਆ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਚੀਨ ਦੀਆਂ ਕੀ ਹੁਣ ਮੁਸ਼ਕਿਲਾਂ ਵੱਧ ਸਕਦੀਆਂ ਨੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੁੜ ਲੈਣੇ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ, ਦਿਲ ਵਾਲੀ ਉਖੜੀ ਕਿਤਾਬ ਲੈ ਕੇ ਆਏ ਹਾਂ, ਕੰਡਿਆਂ ਦੀ ਵਾੜ ਉਹਲੇ ਦੱਸ ਕਾਹਨੂੰ ਲੁਕਦੀ, ਅਸੀਂ ਤੇਰੇ ਵਾਸਤੇ ਗੁਲਾਬ ਲੈ ਕੇ ਆਏ ਹਾਂ। ਕੱਲਾ ਕੱਲਾ ਵਰਕਾ ਤੂੰ ਨੀਝ ਲਾ ਕੇ ਪੜ੍ਹ ਲੈ, ਲੀਰੋ ਲੀਰ ਹੋ ਗਿਆ ਖੁਆਬ ਲੈ ਕੇ ਆਏਗਾ, ਦਾਤਿਆਂ ਨੂੰ ਮੰਗਤੇ ਬਣਾਉਣ ਲੱਗੇ ਦਿੱਲੀਏ, ਦਰਦਾਂ 'ਚ ਵਿੰਨਿਆ ਪੰਜਾਬ ਲੈ ਕੇ ਆਏ ਹਾਂ, ਦਰਦਾਂ 'ਚ ਵਿੰਨਿਆ ਪੰਜਾਬ ਲੈ ਕੇ ਆਏ ਹਾਂ। ਕੀ ਬਾਤ ਹੈ ਸਰ, ਬਹੁਤ ਵਧੀਆ। ਕੀ ਹਾਲ ਚਾਲ ਨੇ? ਹਾਲ ਮੇਰਾ ਨਹੀਂ ਤਰਨ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਕੀਤਾ ਸੀ ਕਿ ਮੰਡੇ ਨੂੰ ਤਰਨ ਜ਼ਰੂਰ ਆਏਗੀ ਜੀ। ਇੱਕ ਮੈਂ ਮਾੜਾ ਜਿਹਾ ਕਿਹਾ ਸੀ ਸ਼ਾਇਦ ਟਿਊਜ਼ਡੇ ਨੂੰ, ਪਰ ਥੋੜ੍ਹਾ ਜਿਹਾ ਰੱਖ ਲਈਦਾ ਨਾ। ਤਰਨ ਹਾਜ਼ਰ ਹੈ ਜੀ। ਇੰਨੇ ਦਿਨ ਪਹਿਲਾਂ ਤਾਂ ਮੈਂ ਕਾਹਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੁਸੀਂ ਇੰਨੇ ਦਿਨ ਮੇਰੇ ਨਾਲ ਕੰਮ ਚਲਾਇਆ ਜੀ, ਬਹੁਤ ਵਧੀਆ ਤੁਸੀਂ ਮੇਰਾ ਸਾਥ ਦਿੱਤਾ ਜੀ। ਥੈਂਕ ਯੂ ਸੋ ਨਾਈਸ ਆਫ ਯੂ ਕਾਹਲੋਂ ਸਾਹਿਬ। ਪਰ ਤਰਨ ਜਿਵੇਂ ਗੱਲ ਕਰਾਂਗੇ ਕਾਲ ਲੈ ਲਓ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ ਮੈਡਮ ਜੀ, ਅਮਰੀਕਾ ਤੋਂ ਬੋਲਦੇ ਹਾਂ ਅਸੀਂ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਨੂੰ ਦੇਖਣਾ ਸੀਗਾ, ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ। ਅਸੀਂ ਬਹੁਤ ਮਿਸ ਕੀਤਾ ਤੁਹਾਨੂੰ। ਥੈਂਕ ਯੂ ਸੋ ਮਚ। ਸਹੀ ਗੱਲ ਦੱਸਦਾ ਮੈਂ। ਨਹੀਂ ਜੀ, ਥੈਂਕ ਯੂ ਸੋ ਮਚ। ਤੁਸੀਂ ਮੈਨੂੰ ਬਹੁਤ ਸਾਰੇ ਮੈਸੇजेस ਵੀ ਆਏ ਸੀ ਫੇਸਬੁੱਕ ਦੇ ਉੱਤੇ, ਮੈਂ ਸਾਰਿਆਂ ਦਾ ਤਾਂ ਥੈਂਕਸ ਨਹੀਂ ਕਰ ਪਾਈ ਸੀ ਉਸ ਟਾਈਮ। ਸਾਰਿਆਂ ਦਾ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਸਾਨੂੰ ਮੈਸੇजेस ਕੀਤੇ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੁਹਾਡੀ ਹੈਲਥ ਠੀਕ ਹੈ ਹੁਣ ਜੀ? ਬਿਲਕੁਲ ਜੀ, ਮੈਂ ਹੁਣ ਫਿਟ ਹਾਂ, ਬਿਲਕੁਲ, ਤਾਂ ਹੀ ਵਾਪਸ ਆ ਗਏ। ਥੈਂਕ ਯੂ ਸੋ ਮਚ, ਤੁਹਾਡੀਆਂ ਦੁਆਵਾਂ ਨਾਲ ਵਾਪਸ ਆ ਗਏ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ ਪਲੀਜ਼। ਜੀ ਟੀਵੀ ਆਵਾਜ਼ ਘੱਟ ਕਰ ਦਿਓ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਗੱਟੀ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਮੇਰਾ ਨਾਮ ਦਲਜੀਤ ਸਿੱਧੂ ਹੈ ਜੀ। ਮੈਂ ਆਪਣੀ ਬੇਟੀ ਤਰਨ ਨੂੰ ਦੇਖ ਕੇ ਬੜਾ ਖੁਸ਼ ਹੋਇਆ, ਸ਼ੁਕਰੀਆ ਤੇ ਮੈਂ ਉਹਨੂੰ ਵੈਲਕਮ ਕਰਨਾ ਚਾਹੁੰਦਾ ਕਿ ਤੁਸੀਂ ਮਿਲਾ ਸਕਦੇ ਹੋ ਪਲੀਜ਼? ਬਿਲਕੁਲ ਜੀ, ਮੈਂ ਤਰਨ ਹੀ ਬੋਲ ਰਹੀ ਹਾਂ ਜੀ। ਥੈਂਕ ਯੂ ਸੋ ਮਚ, ਤੁਸੀਂ ਵੈਲਕਮ ਕਰਨ ਲਈ ਫੋਨ ਕੀਤਾ ਹੈ ਤੇ ਤੁਹਾਡੀਆਂ ਦੁਆਵਾਂ ਸਦਕਾ ਮੈਂ ਸਿਹਤਯਾਬ ਹੋ ਕੇ ਆਈ ਹਾਂ। ਮੈਂ ਮੇਰਾ ਦਿਲ ਅੱਜ ਬਹੁਤ ਖੁਸ਼ ਹੋਇਆ ਤੁਹਾਨੂੰ ਦੇਖ ਕੇ ਟੀਵੀ ਤੇ ਸਕਰੀਨ ਤੇ। ਮੈਂ ਤੇਰਾ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰੀਆ ਔਰ ਮੈਂ ਤੁਹਾਨੂੰ ਵੈਲਕਮ ਕਰਦਾ ਕੁੜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਸਰ ਕਾਲਰਸ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਬਰਲਿੰਗਟਨ ਤੋਂ ਬੋਲਦੀ ਹਾਂ। ਵੈਲਕਮ ਬੈਕ। ਮੈਂ ਤੁਹਾਨੂੰ ਬਹੁਤ ਮਿਸ ਕੀਤਾ। ਥੈਂਕ ਯੂ ਸੋ ਮਚ। ਨਿਊਜ਼ ਅੱਧੀ ਆਉਂਦੀ ਹੁੰਦੀ ਸੀਗੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸਰ ਮੈਂ ਸਪੀਚਲੈਸ ਹਾਂ। ਥੈਂਕ ਯੂ ਸੋ ਮਚ ਸਾਰਿਆਂ ਦਾ, ਜਿਹੜੇ ਤੁਸੀਂ ਕਾਲਸ ਕਰਕੇ, ਤੁਸੀਂ ਪ੍ਰੋਗਰਾਮ ਦੌਰਾਨ ਵੀ ਤੁਸੀਂ ਕਾਫੀ ਹਾਲ ਚਾਲ ਪੁੱਛਿਆ, ਮੈਨੂੰ ਮੈਸੇजेस ਵੀ ਆਏ ਨੇ। ਸੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਤੁਹਾਡੀਆਂ ਦੁਆਵਾਂ ਦੇ ਸਦਕਾ ਅੱਜ ਮੈਂ ਫਿਟ ਐਂਡ ਫਾਈਨ ਵਾਪਸ ਪ੍ਰੋਗਰਾਮ 'ਚ ਵਾਪਸ ਆ ਗਈ ਹਾਂ। ਸਰ ਕੀ ਹਾਊ ਯੂ ਫੀਲ ਨਾਓ? ਬਿਲਕੁਲ ਵਧੀਆ ਸਰ, ਗੁੱਡ। ਹਾਂਜੀ ਦੇਖੋ ਜੀ, ਤਰਨ ਨਾਲ ਹਰ ਰੋਜ਼ ਗੱਲ ਹੁੰਦੀ ਸੀ ਜੀ, ਤੁਹਾਡੇ ਤੱਕ ਕੋਈ ਸਹੀ ਸੁਨੇਹੇ ਪਹੁੰਚਾਉਂਦਾ ਹੁੰਦਾ ਸੀਗਾ। ਉਹ ਨਹੀਂ ਸੀਗਾ ਕਿ ਕੋਈ ਲਾਰਾ ਲਾ ਰਿਹਾ, ਕਿਉਂਕਿ
ਜਿਹੜਾ ਟਾਈਮ ਫਰੇਮ ਹੈਗਾ ਉਹਨਾਂ ਚਿਰ ਰੈਸਟ ਕਰਨੀ ਹੀ ਪੈਣੀ ਹੈਗੀ ਹੈ ਜੀ। ਇਸ ਕਰਕੇ ਤਰਨ ਕਾਲ ਲੈ ਲਈਏ ਸ਼ੀ ਇਜ਼ ਬੈਕ, ਰੌਣਕ ਵਾਪਸ ਆ ਗਈ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello. ਹਾਈ ਨਵਨੀਤ, ਹਾਊ ਆਰ ਯੂ? It's really good to see you again. Thank you so much. Thank you. I miss you all. Thank you so you. much. Thanks for your call. ਥੈਂਕ ਯੂ ਜੀ, ਸੋ ਨਾਈਸ ਆਫ ਯੂ। ਦੇਖੋ ਜੀ ਤੁਸੀਂ ਸਭ ਨੇ ਬੜੀਆਂ ਦੁਆਵਾਂ ਜੀ। ਬਿਮਾਰੀ ਹੈ ਜੀ, ਕਿਸੇ ਨੂੰ ਲੱਗ ਸਕਦੀ ਹੈ, ਅਸੀਂ ਡਰਾਉਂਦੇ ਨਹੀਂ ਸੀ ਹੁੰਦੇ, ਘਰ 'ਚ ਹੀ ਆ ਗਈ ਹੈ ਇਹ, ਅਤੇ ਸੋ ਇਹ ਬਿਮਾਰੀ ਹੈ, ਇਹਦਾ ਇਲਾਜ ਤਾਂ ਹੀ ਹੈ ਜੇ ਤੁਸੀਂ ਪ੍ਰੀਵੈਂਸ਼ਨ ਕਰੋਗੇ। ਸੋ ਬੈਟਰ ਹੈ ਜਿਹਨੇ ਹੁਣ ਤੱਕ ਨਹੀਂ ਲਵਾਏ, ਅਸੀਂ ਤਾਂ ਉਹਨਾਂ ਨੂੰ ਸਭ ਨੂੰ ਇਹ ਰਿਕੁਐਸਟ ਕਰਦੇ ਹਾਂ ਜੀ ਕਿ ਅਨਲੈਸ ਤੁਹਾਡੇ ਡਾਕਟਰ ਨੇ ਸੁਜੈਸ਼ਨ ਦਿੱਤਾ, ਤੁਸੀਂ ਪਲੀਜ਼ ਵੈਕਸੀਨ ਜ਼ਰੂਰ ਲਵਾ ਲਓ। ਇਹਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਜੀ, ਕਿਉਂਕਿ ਜਦੋਂ ਤੁਹਾਨੂੰ ਇਨ ਕੇਸ ਕੋਵਿਡ ਹੋ ਜਾਂਦਾ ਤਾਂ ਤੁਹਾਨੂੰ ਵੈਕਸੀਨ ਵੀ ਜਦੇ ਨਹੀਂ ਮਿਲਣਾ। ਤੁਸੀਂ ਸਰ ਇਹ ਦੇਖੋ ਕਿ 1.5-2 ਸਾਲ ਦਾ ਚਲੋ ਆਪਾਂ ਗੈਪ ਪੀਰੀਅਡ ਫਿਰ ਵੀ ਕੱਢਿਆ ਕਿ ਕੋਵਿਡ ਦੇ ਦੌਰਾਨ ਮੇਰਾ ਵੀ ਬੁੱਕ ਕਰਵਾਈ ਹੋਈ ਸੀ ਵੈਕਸੀਨ ਦੀ ਡੇਟ, ਬਟ ਉਸ ਤੋਂ ਪਹਿਲਾਂ ਹੀ ਮੈਨੂੰ ਕੋਵਿਡ ਹੋ ਗਿਆ। ਆਪਾਂ ਅਕਸਰ ਕਹਿੰਦੇ ਆ ਕਿ ਕੋਵਿਡ ਕੋਈ ਹੌਕਸ ਨਹੀਂ ਹੈ, ਇਹ ਕੋਈ ਅਫਵਾਹ ਨਹੀਂ ਹੈਗੀ। ਸੋ ਵਾਕਈ ਇਹ ਚੀਜ਼ ਅਸੀਂ ਐਕਸਪੀਰੀਅੰਸ, ਮੈਂ ਤਾਂ ਖੁਦ ਹੁਣ ਕਰਕੇ ਆਈ ਹਾਂ, ਸੋ ਦੇਖਿਆ ਉਹ ਚੀਜ਼। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤਰਨਜੀਤ ਬੋਲ ਰਹੀ ਹਾਂ। ਹਾਲ ਪੁੱਤਰਾ, ਕੀ ਹਾਲ ਚਾਲ ਨੇ? ਕੀ ਹਾਲ ਚਾਲ ਨੇ ਜੀ, ਕਿੱਥੋਂ ਬੋਲ ਰਹੇ ਹੋ? ਮੈਨੂੰ ਬਹੁਤ ਚੰਗਾ ਲੱਗਿਆ ਅੱਜ ਟੀਵੀ ਤੇ ਕਹਿੰਦੇ ਨੇ ਸ਼ੁਕਰੀਆ ਪ੍ਰੋਗਰਾਮ ਜੀ, ਦਿੰਦੇ, ਬਹੁਤ ਚੰਗੇ ਲੱਗੇ, ਬਹੁਤ ਖੁਸ਼ੀ ਬਹੁਤ ਹੋਈ ਹੈ ਦੇਖ ਕੇ ਤੁਹਾਨੂੰ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੁਹਾਡੀਆਂ ਦੁਆਵਾਂ ਨਾਲ ਸਿਹਤ ਜਲਦੀ ਠੀਕ ਹੋ ਗਈ ਮੇਰੀ। ਥੈਂਕ ਯੂ, ਹਾਂ ਠੀਕ ਹੈ, ਸ਼ੁਕਰੀਆ ਬਹੁਤ ਜਾਨੀ ਥੈਂਕ ਯੂ। ਉਹਨਾਂ ਮਤਲਬ ਠੀਕ ਹੈ, ਪ੍ਰੋਗਰਾਮ ਤਾਂ ਸੁਣਦੇ ਸੀ, ਜਾਨੀ ਉਨੀ ਖੁਸ਼ੀ ਜੀ ਨਹੀਂ ਸੀ ਹੁੰਦੀ, ਸਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਥ ਦਿੱਤਾ ਉਸ ਦੌਰਾਨ ਨਾਚੀ ਦਾ ਪ੍ਰੋਗਰਾਮ 'ਚ ਵੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸਰ ਆਪਾਂ ਖਬਰਾਂ ਤੇ ਹੁਣ ਵਾਪਸ ਆਈਏ। ਬਿਲਕੁਲ ਜੀ। ਖਬਰਾਂ ਦੀ ਸ਼ੁਰੂਆਤ ਉਸ ਖਬਰ ਦੇ ਨਾਲ ਜਿਸ ਨਾਲ ਇਸ ਵਕਤ ਕੈਨੇਡਾ ਪੂਰਾ ਦਹਿਲਿਆ ਹੋਇਆ ਵਾ, ਉਹਦੀ ਗੱਲਬਾਤ ਅਸੀਂ ਕਰਦੇ ਹਾਂ ਕੈਮਲੂਪਸ ਤੋਂ। ਗੱਲਬਾਤ ਕਰਾਂਗੇ ਇੱਕ ਦਰਸ਼ਕ ਜੋਗੇ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ ਤਰਨ ਜੀ, ਬਹੁਤ ਬਹੁਤ ਪਹਿਲਾਂ ਵੈਲਕਮ ਜੀ। ਥੈਂਕ ਯੂ ਜੀ, ਥੈਂਕ ਯੂ। ਪਰਮਪਾਲ ਨਵਾਂਸ਼ਹਿਰ ਬੋਲਦਾ ਜੀ, ਨਾਸਾ ਦੇ ਤੇ ਸਾਡੇ ਅੱਜ ਦਰਦ ਵਿਹੜੇ ਦੇ ਵਿੱਚ ਐਨ ਖੁਸ਼ੀਆਂ ਗੂੰਜੇ ਤਰ੍ਹਾਂ ਗੂੰਜ ਰਹੀਆਂ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਬੇਟੀ ਨੂੰ ਦੇਖ ਕੇ ਤੇ ਨੱਤ ਸਾਹਿਬ ਵੀ ਆ ਜਾਂ ਨਰਸ ਦੇ ਟਕਾ ਜੀ ਅੱਗੇ ਨਾਲੋਂ ਬਹੁਤ। ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪ੍ਰੋਗਰਾਮ ਨਾਲ ਜੁੜੇ ਰਹੇ ਹੋ ਜੀ, ਸ਼ੁਕਰੀਆ ਜੀ, ਥੈਂਕਸ ਫॉर ਥੈਂਕ ਕਾਲਿੰਗ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਮਲੂਪਸ ਦੀ ਖਬਰ ਦੇ ਨਾਲ, ਜਿਹੜਾ ਉੱਥੇ ਬੱਚਿਆਂ ਦੇ ਕੰਕਾਲ ਮਿਲੇ ਨੇ ਤੇ ਉਸ ਤੋਂ ਬਾਅਦ ਇਸ ਵਕਤ ਕੈਨੇਡਾ ਦੇ ਵਿੱਚ ਪੂਰਾ ਭੂਚਾਲ ਆ ਚੁੱਕਿਆ, ਕੈਨੇਡਾ ਦੀ ਸਿਆਸਤ ਵਿੱਚ ਭੂਚਾਲ ਆ ਚੁੱਕਿਆ। ਅੱਜ ਕੈਨੇਡਾ ਦਾ ਇਸੇ ਸੋਕ ਵਿੱਚ ਝੰਡਾ ਵੀ ਅੱਧਾ ਜਿਹੜਾ ਉਹ ਝੁਕਾਇਆ ਗਿਆ। ਸਰ ਕੀ ਕਹਿਣਾ ਚਾਹੋਗੇ? ਤਰਨ ਇੱਕ ਚੰਗੀ ਗੱਲ ਕੀਤੀ ਹੈ ਸਰਕਾਰ ਨੇ। ਫਰਜ਼ ਬਣਦਾ ਸੀਗਾ ਕਿ ਜਿਹੜਾ ਇੰਨੇ ਲੋਕਾਂ ਦੀ ਮੌਤ ਹੋਈ ਹੈਗੀ ਹੈ ਉਹਦੇ ਵਾਸਤੇ ਇਹ ਗੱਲਾਂ ਪਹਿਲਾਂ ਸੀਗੀਆਂ, ਇਹ ਗੱਲਾਂ ਬਾਹਰ ਨਹੀਂ ਸੀ ਆਈਆਂ। ਜਿਹੜੀ ਕਮਿਊਨਿਟੀਜ਼ ਆ ਉਹਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਕਿ ਬੱਚਿਆਂ ਦੇ ਨਾਲ, ਉਸ ਕਮਿਊਨਿਟੀ ਨਾਲ ਜਿਹੜੀ ਇੰਡੀਜਨਸ ਕਮਿਊਨਿਟੀ ਹੈ, ਜਿਹਨਾਂ ਨੂੰ ਆਪਾਂ ਨੇਟਿਵ ਇੰਡੀਅਨਸ ਕਹਿੰਦੇ ਆ, ਉਹਨਾਂ ਨਾਲ ਇਹ ਧੱਕਾ ਹੁੰਦਾ ਹੀ ਆ। ਔਰ ਉਸ ਧੱਕੇ ਦੇ ਦੌਰਾਨ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦਾ ਕਲਚਰ ਖਤਮ ਕਰਨ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਸ਼ੁਰੂ ਕੀਤੇ ਸੀ। ਕਾਲਰ ਕੋਈ ਗੱਲ ਨਹੀਂ, ਮੁਆਫੀ ਚਾਹਾਂਗੇ ਜੀ। ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਂਦੇ ਰਹੇ ਸੀਗੇ ਤੇ ਔਰ ਉੱਥੇ ਬੱਚਿਆਂ ਦੀ ਸੇਵਾ ਸੰਭਾਲ ਨਹੀਂ ਹੋ ਰਹੀ। ਕਈ ਲਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਨਵਨ, ਪਹਿਲਾਂ ਤਾਂ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਜੀ, ਤੇ ਮੈਂ ਚਾਹੁੰਦਾ ਸੀ ਕਿ ਅੱਧਾ ਘੰਟਾ ਤੁਸੀਂ ਪਹਿਲਾਂ ਸਾਨੂੰ ਹੋਰ ਦੇਣਾ ਚਾਹੀਦਾ ਸੀ ਤੁਹਾਨੂੰ ਸ਼ੋਅ ਤੋਂ ਪਹਿਲਾਂ, ਤਾਂ ਕਿ ਸਾਰੇ ਅਸੀਂ ਥੋੜਾ ਵੈਲਕਮ ਕਰ ਸਕੀਏ। ਥੈਂਕ ਯੂ ਸੋ ਮਚ। ਜਦੋਂ ਤੁਸੀਂ ਗਏ ਹੋ ਮੇਰੇ ਮਾਤਾ ਜੀ ਦਾ ਤਾਂ ਇਹ ਦੇਖਣ ਨੂੰ ਦਿਲ ਹੀ ਨਹੀਂ ਕਰਦਾ ਸੀ, ਹਾਲਾਂਕਿ ਨਾਥ ਸਾਹਿਬ ਨੇ ਬੜਾ ਵਧੀਆ ਸਾਥ ਨਿਭਾਇਆ, ਪਰ ਅੱਜ ਉਹ ਬੈਠੇ ਦੇਖੇ, ਕਹਿੰਦੇ ਮੇਰੀ ਗੱਲ ਵੀ ਕਰਾ ਦੇ, ਪਰ ਮੈਂ ਕਿਹਾ ਚਲੋ ਮੈਂ ਹੀ ਥੈਂਕਸ ਕਰ ਦਿੰਦਾ ਵੀ ਚਲੋ ਨਾਥ ਸਾਹਿਬ ਦਾ ਵੀ ਤੇ ਤਰਨਮੈਣਾ ਦਾ ਵੀ, ਤੁਹਾਨੂੰ ਦੇਖ ਕੇ ਕਾਫੀ ਅੱਛਾ ਲੱਗਿਆ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਤੁਹਾਡੇ ਮਾਤਾ ਜੀ ਨੂੰ ਵੀ ਬਹੁਤ ਬਹੁਤ ਥੈਂਕਸ ਕਿਓ। ਪੂਰੀ ਕੋਸ਼ਿਸ਼ ਸੀ ਕਿ ਵਾਪਸ ਛੇਤੀ ਹੋ ਕੇ ਆਈਏ ਤੇ ਨਾਥ ਜੀ ਨੇ ਵੀ ਪੂਰਾ ਸਾਥ ਦਿੱਤਾ ਇਸ ਦੌਰਾਨ। ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਵੈਨਕੂਵਰ ਤੋਂ ਬੋਲਦੇ ਹਾਂ। ਬੇਟਾ ਤਰਨਜੀਤ, ਤੁਹਾਨੂੰ ਬਹੁਤ ਬਹੁਤ ਦੇਖ ਕੇ ਖੁਸ਼ੀ ਹੋਈ। ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਉਦਾਂ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀ, ਪਰ ਤੁਹਾਡੇ ਬਗੈਰ ਪ੍ਰੋਗਰਾਮ ਅਧੂਰਾ ਲੱਗ ਰਿਹਾ ਸੀਗਾ, ਤੇ ਅੱਜ ਦੇਖ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ। ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਤੇ ਵੀਰ ਜੀ ਹੁਣਾਂ ਦੀ ਵੀ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਤੁਹਾਡੀਆਂ ਦੁਆਵਾਂ ਬਹੁਤ ਜ਼ਰੂਰੀ ਨੇ। ਸ਼ੁਕਰੀਆ ਜੀ। ਸਰ ਆਪਾਂ ਨਾਲ ਦੀ ਨਾਲ ਖਬਰਾਂ ਵੀ ਡਿਸਕਸ ਕਰਾਂਗੇ। 215 ਇਹ ਡੈਡ ਬੋਡੀਜ਼ ਮਿਲੀਆਂ ਨੇ ਕਾਲਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਜੀ ਸਰ, ਕੈਮਲੂਪਸ ਦੀ ਆਪਾਂ ਗੱਲ ਕਰ ਰਹੇ ਜਿਵੇਂ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਨੂੰ ਅਲੱਗ ਕਰਨਾ ਚਾਹੁੰਦੇ ਸੀਗੇ, ਆਪਦੇ ਕਲਚਰ ਤੋਂ ਅਲੱਗ ਕਰਨਾ ਚਾਹੁੰਦੇ ਸੀਗੇ, ਇਹ ਸਿਸਟਮ ਇਹ ਸੀਗਾ। ਤੇ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ?
ਅਤੇ ਜੀ ਟੀਵੀ ਨਹੀਂ ਚੱਲਦਾ, ਅਸੀਂ ਨੰਬਰ ਕਾਲ ਦੇ ਕੋਲੋਂ ਬੋਲਦੇ ਹਾਂ ਟੀਵੀ ਕੋਲੋਂ ਜੀ। ਅਸੀਂ ਆਪਣੀ ਟੈਕਨੀਕਲ ਟੀਮ ਜੀ। ਹਾਂਜੀ, ਬਾਕੀ ਦਿਨ ਤੁਹਾਡਾ ਸਾਰਾ ਦਿਨ ਚੱਲੀ ਜਾਂਦਾ ਹੈ। ਹਾਂ, ਹੋਰ ਚੈਨਲ ਸਾਰੇ ਚੱਲਦੇ ਨੇ, ਜ਼ਿਆਦਾ 6 ਵਜੇ ਦਾ ਪ੍ਰੋਗਰਾਮ ਹੈ, ਕਿਸੇ ਕਿਸੇ ਦਿਨ ਬੰਦ ਹੋ ਜਾਂਦਾ ਹੈ। ਠੀਕ ਹੈ ਜੀ, ਤੁਹਾਡੀ ਕੰਪਲੇਂਟ ਨੋਟ ਕਰ ਲਈ ਹੈ ਸਰਵਰ ਟੀਮ ਨੇ। ਇੱਕ ਵਾਰੀ ਤੁਸੀਂ ਵੀ ਆਪਣਾ ਦੁਬਾਰਾ ਚੈੱਕ ਕਰਕੇ ਦੇਖਿਓ ਸੈਟਅਪ ਬਾਕਸ ਵਾਲਿਆਂ ਨੂੰ, ਕਿਉਂਕਿ ਓਰੀਜਨਲ ਜਿਹੜਾ ਲਿੰਕ ਹੈ ਉਹ ਜ਼ਰੂਰ ਚਲਾਉਣ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਇੱਥੋਂ। ਜੇ ਕੋਈ ਟੈਕਨੀਕਲ ਪ੍ਰੋਬਲਮ ਆ ਤਾਂ ਤੁਹਾਡੀ ਜ਼ਰੂਰ ਹੱਲ ਕਰ ਦਾਂਗੇ। ਥੈਂਕ ਯੂ ਜੀ ਕਾਲ ਕਰਨ ਲਈ। ਨਹੀਂ, ਸਾਰਾ ਦਿਨ ਚੱਲੀ ਜਾਂਦਾ, ਹੁਣ ਵੀ ਪਹਿਲਾਂ ਚੱਲਦਾ ਸੀ, ਹੁਣੇ ਹੋਇਆ ਜੀ। ਅਸੀਂ ਕੋਈ ਨਹੀਂ, ਕੰਪਲੇਂਟ ਨੋਟ ਕਰ ਲਈ ਹੈ, ਸਾਡੀ ਟੀਮ ਦੇਖ ਰਹੀ ਹੈ, ਚੈੱਕ ਕਰ ਰਹੀ ਹੈ। ਥੈਂਕ ਯੂ ਜੀ ਕਾਲ ਕਰਨ ਲਈ। ਓਕੇ ਪੁੱਤਰ, ਥੈਂਕ ਯੂ ਜੀ। ਤਾਂ ਚੱਲੀ ਜਾਂਦਾ, ਪਰ ਸ਼ਾਮ ਨੂੰ 6 ਵਜੇ ਕਿਤੇ ਕਿਤੇ ਹੋ ਜਾਂਦਾ। ਬਿਲਕੁਲ ਜੀ, ਤੁਹਾਡੀ ਪ੍ਰੋਬਲਮ ਨੋਟ ਕਰ ਲਈ ਆ, ਦੇਖ ਰਹੇ ਨੇ। ਥੈਂਕ ਯੂ ਜੀ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕਰਦੇ ਆ ਜੀ। ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਜੀ ਟੋਰਾਂਟੋ ਤੋਂ ਬੋਲਦੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਬਾਜੀ ਸਤਿ ਸ੍ਰੀ ਅਕਾਲ ਜੀ। ਤਰਨ ਤੇਰੇ ਆਉਣ ਤੇ ਬਹੁਤ ਖੁਸ਼ੀ ਹੋਈ। ਪ੍ਰੋਗਰਾਮ ਤਾਂ ਹੁੰਦਾ ਸੀ ਪਰ ਇੰਨੀ ਰੌਣਕ ਨਹੀਂ ਸੀਗੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਮੈਨੂੰ ਖੁਦ ਬਹੁਤ ਛੇਤੀ ਸੀਗਾ ਕਿ ਮੈਂ ਜਲਦੀ ਤੋਂ ਜਲਦੀ ਠੀਕ ਹੋ ਕੇ ਵਾਪਸ ਆਵਾਂ। ਹਾਂਜੀ, ਬਹੁਤ ਥੋੜਾ ਟਾਈਮ ਲੱਗ ਗਿਆ। ਦੇਖ ਕੇ ਮੈਂ ਤਾਂ ਰੋਜ਼ ਹੀ ਦੇਖਦੀ, ਮੈਂ ਪਹਿਲੀ ਵਾਰ ਲਾਇਆ ਫੋਨ ਤਾਂ। ਥੈਂਕ ਯੂ ਜੀ। ਤੁਸੀਂ ਅੱਗੇ ਵੀ ਕਾਲ ਕਰਦੇ ਰਿਹਾ ਕਰੋ, ਹੁਣ ਜੁੜੇ ਰਿਹਾ ਕਰੋ ਸਾਡੇ ਨਾਲ ਪ੍ਰੋਗਰਾਮ 'ਚ। ਮਿਲਦਾ ਨਹੀਂ ਅਸੀਂ ਤੁਹਾਡਾ ਨੰਬਰ ਨੋਟ ਕਰ ਲਿਆ, ਸਪੈਸ਼ਲੀ ਤੁਹਾਡੀ ਕਾਲ ਲਿਆ ਕਰਾਂਗੇ ਜ਼ਰੂਰ। ਥੈਂਕ ਯੂ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ। ਮਿਹਰਬਾਨੀ ਜੀ, ਜੀ ਸਰ, ਮਿਹਰਬਾਨੀ ਜੀ, ਤੁਹਾਡੀਆਂ ਦੁਆਵਾਂ ਸੋ ਨਾਈਸ ਆਫ ਯੂ। ਫਿਰ ਤਰਨ ਉਹ ਇੱਕ ਕਲਚਰ ਖਤਮ ਕਰਨ ਦਾ ਸਾਜ਼ਿਸ਼ ਸੀ ਵੀ ਇਹਨਾਂ ਦੀ ਕਲਚਰ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਲੈਂਗੁਏਜ ਇਹਨਾਂ ਦੀ ਖਤਮ ਹੋ ਜਾਵੇ, ਇਹਨਾਂ ਦਾ ਆਪਣਤ ਖਤਮ ਹੋ ਜਾਵੇ, ਇਹ ਆਪਦੇ ਬਾਰੇ ਭੁੱਲ ਜਾਣ। ਆਪਾਂ ਅਕਸਰ ਇਹ ਵੀ ਡਿਸਕਸ਼ਨ ਕਰਦੇ ਹੁੰਦੇ ਆ ਕਿ ਉਹ ਸੁਵਿਧਾਵਾਂ ਨਹੀਂ ਮਿਲ ਪਾਈਆਂ ਜੋ ਇੱਥੋਂ ਦੇ ਮੂਲ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸੀ। ਐਜੂਕੇਸ਼ਨ ਨਹੀਂ ਮਿਲ ਪਾਈ, ਉਹਨਾਂ ਨੂੰ ਨਸ਼ਿਆਂ ਵਿੱਚ ਇੰਡਲਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਹੁਣ ਦੇਖਿਆ ਜਾਵੇ, ਜਿਨ੍ਹਾਂ ਨੂੰ ਐਜੂਕੇਸ਼ਨ ਦਿੱਤੀ ਵੀ ਗਈ ਆ, ਸਕੂਲਸ ਪ੍ਰੋਵਾਈਡ ਕਰਵਾਏ ਗਏ, ਉੱਥੇ ਵੀ ਪ੍ਰੋਪਰ ਉਹਨਾਂ ਦੀਆਂ ਫੈਸਿਲਿਟੀਜ਼ ਦਾ ਧਿਆਨ ਨਹੀਂ ਰੱਖਿਆ ਗਿਆ। ਬਿਲਕੁਲ, ਔਰ ਇਸ ਕਰਕੇ ਹੋਈ ਇੰਨੇ ਬੱਚਿਆਂ ਦੀ ਮੌਤ ਹੋਈ ਆ। ਇੱਕ ਕਰਨ ਲੱਭਿਆ ਹੈ ਤਰਨ, ਉਹ 3 ਸਾਲ ਦਾ ਬੱਚਾ ਸੀ। ਇਮੇਜਿਨ ਕਰੋ ਕਿੰਨੇ ਛੋਟੇ ਬੱਚਿਆਂ ਨੂੰ ਆਪਦੇ ਪੇਰੈਂਟਸ ਨਾਲ ਉੱਪਰੇ ਲੈ ਕੇ ਜਾ ਕੇ ਉਹਨਾਂ ਨੂੰ, ਔਰ ਜਿਹੜੀਆਂ ਮੌਤਾਂ ਹੋਈਆਂ ਨੇ ਹਜੇ 215, ਇਹ 215 ਨੰਬਰ ਨਹੀਂ ਹੈ ਤਰਨ। ਇਹ ਬੜੀ ਕਿਸੇ ਨੂੰ ਹੋ ਸਕਦਾ ਤੁਹਾਨੂੰ ਹੈਰਾਨੀ ਹੋਵੇ ਇਸ ਗੱਲ ਦੀ ਜੀ, 215 ਨੰਬਰ ਨਹੀਂ ਹੈ, ਜੋ ਨੰਬਰ ਬਹੁਤ ਵੱਡਾ ਹੈ। ਹੋਰ ਪਤਾ ਨਹੀਂ ਕਿੱਥੇ ਕਿੱਤੇ ਇਹੋ ਜਿਹੀਆਂ ਜਿਹੜੇ ਨੇਟਿਵ ਜਿਨ੍ਹਾਂ ਦੇ ਫੋਰ ਫਾਦਰਸ ਨੇ, ਲੈਟਸ ਸੇ ਦਿਸ ਵੇ, ਉਹਨਾਂ ਜਿਹੜੇ ਉਹ ਪਹਿਲਾਂ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਪਤਾ ਹੈਗਾ ਕਿ ਬੱਚੇ ਜਿੰਨੇ ਜਾਂਦੇ ਸੀ ਵਾਪਸ ਤਾਂ ਆਉਂਦੇ ਨਹੀਂ ਸੀਗੇ। ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ। 4000 ਤੋਂ ਉੱਪਰ ਹੈ ਨੰਬਰ, 4000 ਤੋਂ ਉੱਪਰ ਮੌਤ ਹੋਈ ਹੈ ਬੱਚਿਆਂ ਦੀ, ਜਿਹੜਾ ਇਹ ਨੰਬਰ ਕਨਫਰਮਡ ਹੈ ਕਾਈਂਡ ਆਫ। ਤੇ ਹਜੇ ਤਾਂ ਇਹਨਾਂ ਦਾ ਹੀ ਪਤਾ ਲੱਗਿਆ, ਸਾਰਿਆਂ ਦਾ ਪਤਾ ਵੀ ਹੈ ਨਹੀਂਗਾ। ਹਾਂ, ਸਰਕਾਰ ਹੁਣ ਕੋਸ਼ਿਸ਼ ਕਰ ਰਹੀਆਂ ਨੇ, ਸਰਕਾਰ ਨੇ ਜਿਹੜੀ ਫੈਡਰਲ ਗਵਰਨਮੈਂਟ ਹੈ, ਜਿੰਨੀਆਂ ਵੀ ਬਿਲਡਿੰਗਸ ਹੈਗੀਆਂ ਨੇ ਉੱਥੇ ਹਾਫ ਮਾਸਟ ਕੀਤਾ ਹੈ, ਜਿਹੜਾ ਝੰਡਾ ਹੈ ਉਹਨਾਂ ਦੇ ਸਤਿਕਾਰ ਦੇ ਵਿੱਚ ਇਹ ਨੀਵਾਂ ਕੀਤਾ। ਔਰ ਚੰਗੀ ਗੱਲ ਆ। ਔਰ ਉਹਦੇ 'ਚ ਇੱਕ ਗੱਲ ਜ਼ਰੂਰ ਮੈਂ ਕਹਾਂਗਾ ਕਿ ਮੇਰੇ ਤੋਂ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਚੰਗੀ ਨਾ ਲੱਗੇ, ਕਿ ਜੇ ਬਾਹਰੋਂ ਆ ਕੇ ਲੋਕ ਇਸ ਕੰਟਰੀ ਦੇ ਵਿੱਚ ਸੈਟਲ ਹੋ ਸਕਦੇ ਨੇ, ਤੇ ਜਿਹੜੇ ਇੱਥੇ ਦੇ ਸੈਟਲਰ ਸੀਗੇ, ਠੀਕ ਹੈ, ਅਸੀਂ ਕਹਿੰਦੇ ਹਾਂ ਸਰਕਾਰਾਂ ਨੇ ਕੋਸ਼ਿਸ਼ ਕੀਤੀ, ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ, ਇਹਨਾਂ ਨੂੰ ਨਸ਼ਿਆਂ ਤੇ ਲਾਇਆ ਜਾਵੇ, ਪਰ ਸਹੂਲਤਾਂ ਵੀ ਬਹੁਤ ਨੇ। ਜੇ ਉਹ ਚਾਹੁੰਦੇ, ਜਿਹੜਾ ਇਹ 'ਚੋਂ ਨਿਕਲ ਗਿਆ ਉਹ ਬਹੁਤ ਅੱਗੇ ਨੇਚਰ ਰਹਿ ਗਿਆ, ਉਹਦੇ ਵਾਸਤੇ ਸਕਾਈ ਇਜ਼ ਦ ਲਿਮਿਟ, ਤੁਹਾਨੂੰ ਹਰ ਥਾਂ ਤੇ ਐਡਵਾਂਟੇਜ ਹੈਗਾ। ਪਰ ਹਾਂ, ਬਹੁਤੀ ਜਿਹੜੀ ਇਹਨਾਂ ਦੇ ਵਿੱਚ ਵੀ ਪ੍ਰੋਬਲਮ ਪਤਾ ਕੀ ਹੈ ਤਰਨ? ਪ੍ਰੋਬਲਮ ਇਹ ਹੈ ਕਿ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ, ਗੁੱਸੇ ਵਾਲੀ ਗੱਲ ਨਹੀਂ ਹੈ, ਲੀਡਰਸ਼ਿਪ ਬਹੁਤ ਮਾੜੀ ਹੈ। ਸਰਕਾਰਾਂ ਬੈਨੀਫਿਟਸ ਵੀ ਦਿੰਦੀਆਂ ਨੇ, ਔਰ ਕਈ ਲੀਡਰ ਆਪਦੇ ਕੋਲ ਹੀ ਬੈਨੀਫਿਟਸ ਰੱਖ ਜਾਂਦੇ ਨੇ, ਅੱਗੇ ਤੱਕ ਜਿਹੜੀ ਆਪਦੀ ਕਮਿਊਨਿਟੀ ਨੂੰ ਦੇਣੇ ਆ ਉਹ ਨਹੀਂ ਦਿੱਤੇ ਜਾਂਦੇ। ਹੁਣ ਤੱਕ ਕਈਆਂ ਲੀਡਰਸ਼ਿਪਸ ਦੇ ਵਿੱਚੋਂ ਇਹ ਗੱਲਾਂ ਮੂਹਰੇ ਆਈਆਂ ਨੇ ਸਰ। ਹਾਲਾਂਕਿ ਐਜੂਕੇਸ਼ਨ ਤੋਂ ਲੈ ਕੇ ਜੌਬਸ ਤੱਕ, ਜਿਵੇਂ ਅਸੀਂ ਇੰਡੀਆ ਦੀ ਗੱਲ ਕਰੀਏ, ਕੋਟਾ ਸਿਸਟਮ ਹੁੰਦਾ, ਇੱਥੇ ਵੀ ਇਹਨਾਂ ਨੂੰ ਪੂਰਾ ਸਹੂਲਤਾਂ ਚੀਜ਼ਾਂ ਦਿੱਤੀਆਂ ਗਈਆਂ ਨੇ। ਪਰ ਗੱਲ ਇਹ ਕਿ ਐਜੂਕੇਸ਼ਨ ਤੋਂ ਲੈ ਕੇ ਜੌਬ ਤੱਕ ਇਹਨਾਂ ਨੂੰ ਕਿੰਨੀਆਂ ਕੁ ਓਪਰਚੁਨਿਟੀਜ਼ ਮਿਲੀਆਂ ਨੇ ਐਕਚੁਅਲ ਦੇ ਵਿੱਚ, ਜੇ ਅਸੀਂ ਗਰਾਊਂਡ ਦੀ ਲੈਵਲ ਦੀ ਗੱਲ ਕੀਤੀ ਜਾਵੇ, ਜੋ ਜੌਬਸ ਵੀ ਕਰ ਰਹੇ ਨੇ, ਕਿ ਉੱਥੇ ਉਹਨਾਂ ਨੂੰ ਉਹਨਾਂ ਦੀ ਇਕੁਅਲ ਰਾਈਟਸ ਦਿੱਤੇ ਜਾ ਰਹੇ ਨੇ, ਜੇ ਉਹ ਸਕੂਲਸ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ, ਕਿ ਉਹਨਾਂ ਤੇ ਧਿਆਨ ਦਿੱਤਾ ਜਾ ਰਿਹਾ ਵਾ? ਆਈ ਐਗਰੀ ਵਿਦ ਯੂ 100%। ਇਹਦੇ ਵਿੱਚ ਸਹੀ ਗੱਲ ਹੈ, ਧਿਆਨ ਉਹਨਾਂ ਨਹੀਂ ਦਿੱਤਾ ਗਿਆ, ਕਿਉਂਕਿ ਜਿਹੜੀ ਆਪਾਂ ਅਗਲੀ ਖਬਰ ਕਰਨੀ ਉਹ ਇਸ ਮਾਮਲੇ ਦੇ ਵਿੱਚ ਕਰਾਂਗੇ, ਜਿੱਥੇ ਇਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਉੱਥੇ ਇਹਨਾਂ ਨੂੰ ਉਹ ਗੱਲ ਨਹੀਂ ਬਣੀ। ਪਰ ਜਦੋਂ ਤੁਸੀਂ ਸਟਰਗਲ ਕਰ ਰਹੇ ਹੋ, ਦੂਸਰੀਆਂ ਕੌਮਾਂ ਨੇ ਆ ਕੇ ਵੀ ਸਟਰਗਲ ਕੀਤੀ ਹੈ, ਦੂਸਰੀਆਂ ਕੰਮਾਂ ਹੁਣ ਐਸਟੈਬਲਿਸ਼ ਹੋਈ ਬੈਠੀਆਂ ਨੇ, ਦੂਸਰੀਆਂ ਕੰਮਾਂ RCM ਵਿੱਚ ਵੀ ਹੈਗੀਆਂ ਨੇ, ਦੂਸਰੀਆਂ ਕੰਮਾਂ ਪੁਲਿਸ ਵਿੱਚ ਵੀ ਹੈਗੀਆਂ ਨੇ, ਸਾਰਾ ਕੁਝ ਹੈਗੀਆਂ, ਠੀਕ ਹੈ। ਜਦੋਂ ਇਨੀਸ਼ੀਅਲ ਤੇ ਆਉਣੇ ਤੁਹਾਡਾ ਧੱਕਾ ਹੋਏਗਾ, ਨੈਚੁਰਲੀ ਤੁਸੀਂ ਐਸਟੈਬਲਿਸ਼ ਕਿਵੇਂ ਕਰਨਾ ਆਪਦੇ ਨੂੰ। ਬਾਕੀ ਕੰਮਾਂ ਜੇ ਕਰ ਰਹੀਆਂ ਨੇ, ਇਹਨਾਂ 'ਚ ਇਹ ਇੱਕ ਮੈਨੂੰ ਲੱਗਦਾ ਹੈ ਕਿ ਇਹ ਆਪਣੀ ਥਾਂ ਨਹੀਂ ਛੱਡਣ ਨੂੰ ਤਿਆਰ। ਥਾਂ ਕੀ ਮਤਲਬ? ਜਿਹੜੇ ਨਾਰਦਰਨ ਏਰੀਆਜ਼ ਦੇ ਵਿੱਚ ਰਹਿੰਦੇ ਆ, ਉੱਥੇ ਨੈਚੁਰਲੀ ਇਹ ਸਹੂਲਤ ਉਨੀ ਨਹੀਂ ਹੋ ਸਕਦੀ, ਉੱਥੇ ਹਰ ਚੀਜ਼ ਨਹੀਂ ਹੈਗੀ ਹੈ, ਪਰ ਉੱਥੇ ਜਿਹੜੇ ਲੋਕ ਉੱਥੇ ਹੀ ਰਹਿਣ ਨੂੰ ਤਿਆਰ ਆ, ਉਸੇ ਘੇਰੇ 'ਚ ਰਹਿਣ ਨੂੰ ਤਿਆਰ ਆ,
ਉੱਥੇ ਉਹ ਗੱਲ ਨਹੀਂ ਬਣਦੀ, ਐਜੂਕੇਸ਼ਨ ਉੱਥੇ ਉਨੀ ਨਹੀਂ ਮਿਲ ਸਕਦੀ। ਜਿਹੜੇ ਸਿਟੀ 'ਚ ਵੱਡੇ 'ਚ ਆ ਗਏ ਆ ਕੇ ਸੈਟਲ ਹੋ ਗਏ ਆ, ਉਹਦੇ ਨਾਲ ਲੋਟ ਬੈਟਰ ਹੈਗੇ ਨੇ। ਸਿਆਸਤ ਵੀ ਪੂਰੀ ਤਰ੍ਹਾਂ ਨਾਲ ਗਰਮਾ ਚੁੱਕੀ ਹੈ ਇਸ ਮੁੱਦੇ ਉੱਤੇ। ਜਗਮੀਤ ਸਿੰਘ ਦਾ ਲੇਟੈਸਟ ਬਿਆਨ ਆਇਆ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਆਵਾਜ਼ ਨਹੀਂ ਆਉਂਦੀ ਟੀਵੀ ਦੀ। ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਅਸੀਂ ਵੁੱਡਬ੍ਰਿਜ ਤੋਂ। ਵੁੱਡਬ੍ਰਿਜ ਤੋਂ ਜੀ। ਤੁਹਾਡੀ ਕੰਪਲੇਂਟ ਨੋਟ ਕਰ ਲਈ ਹੈ, ਸਾਡੀ ਟੈਕਨੀਕਲ ਟੀਮ ਇਹਦੇ ਬਾਰੇ ਦੇਖ ਰਹੀ ਹੈ। ਥੈਂਕ ਯੂ ਸੋ ਮਚ ਕਾਲ ਕਰਨ ਹੋ ਚੁੱਕਾ, ਤੁਸੀਂ ਮੈਂ ਸ਼ਾਇਦ ਦੇ ਕਹਿ ਦਿੰਦੇ ਨੇ। ਮੈਮ ਤੁਸੀਂ ਇੱਕ ਵਾਰੀ ਆਪਣੇ ਸੈਟ ਆਫ ਬਾਕਸ ਆਪਰੇਟਰ ਨਾਲ ਵੀ ਗੱਲਬਾਤ ਕਰਕੇ ਦੇਖਿਓ, ਸ਼ਾਇਦ ਉਹ ਜੇ ਓਰੀਜਨਲ ਲਿੰਕ ਨਹੀਂ ਯੂਜ਼ ਕਰ ਰਹੇ ਉਹਨਾਂ ਨੂੰ ਹਮਦਰ ਟੀਵੀ ਨਾਲ ਕੰਟੈਕਟ ਕਰਕੇ ਓਰੀਜਨਲ ਲਿੰਕ ਯੂਜ਼ ਕਰਨ, ਕਈ ਵਾਰੀ ਤਾਂ ਪ੍ਰੋਬਲਮ ਆ ਸਕਦੀ ਹੈ ਤੁਹਾਨੂੰ। ਹਾਂਜੀ, ਤੁਸੀਂ ਅਸੀਂ ਲਾਰਾ ਨਹੀਂ ਜੀ ਲਾਉਂਦੇ, ਤਾਂ ਤੁਹਾਨੂੰ ਮੈਂ ਮਾੜਾ ਜਿਹਾ ਇੱਥੇ ਕਲੀਅਰ ਕਰਨਾ ਚਾਹੁੰਦਾ। ਇੱਕ ਤਾਂ ਸਾਡਾ ਲਿੰਕ HD ਲਿੰਕ ਹੈਗਾ ਜੀ। ਹੁਣ ਤੁਸੀਂ ਆਪਣਾ ਪ੍ਰੋਵਾਈਡਰ ਨੂੰ ਕਹੋ ਵੀ ਸਾਡਾ HD ਲਿੰਕ ਲੈਣ ਜੀ, ਉਹ ਫ੍ਰੀ ਆਫ ਕਾਸਟ ਦਿੰਦੇ ਹਾਂ ਅਸੀਂ। ਸਾਡੇ ਆਫਿਸ ਨੂੰ ਫੋਨ ਕਰ ਲੈਣ, ਉਹ ਲਿੰਕ ਦੇਣ, ਤੁਹਾਨੂੰ ਉਹ 'ਤੇ ਠੀਕ ਰਹੇਗਾ। ਸੈਕੰਡ ਇੱਕ ਗੱਲ ਹੋਰ ਵੀ ਹੈਗੀ ਹੈ ਜੀ, ਇਟ ਡਿਪੈਂਡਸ ਔਨ ਦਾ ਇੰਟਰਨੈਟ ਕਨੈਕਸ਼ਨ ਐਜ਼ ਵੈਲ। ਜਿਹੜਾ ਇਹ ਸਾਡਾ ਸ਼ੋਅ ਚੱਲਦਾ ਜੀ, ਆਮ ਪ੍ਰਾਊਡ ਟੂ ਸੇ ਦਿਸ ਥਿੰਗ ਕਿ ਇਸ ਵੇਲੇ ਇੰਟਰਨੈਟ ਦੇ ਉੱਤੇ ਇੰਨਾ ਲੋਡ ਪੈ ਜਾਂਦਾ, ਜਿੱਥੇ ਇੰਟਰਨੈਟ ਲੋ ਹੈਗਾ, ਚਾਹੇ ਉਹ ਹਾਈ ਸਪੀਡ ਕਹਿੰਦੇ ਆ, ਉਹਨਾਂ ਹਰੇਕ ਦੀ ਹਾਈ ਸਪੀਡ, ਤਰਨ ਦੀ ਹਾਈ ਸਪੀਡ ਤੇ ਮੇਰੀ ਹਾਈ ਸਪੀਡ 'ਚ ਫਰਕ ਹੋ ਸਕਦਾ। ਮੇਰੀ ਹਾਈ ਸਪੀਡ ਬਹੁਤ ਘੱਟ ਹੋਏਗੀ, ਤਰਨ ਦੀ ਹਾਈ ਸਪੀਡ ਤੋਂ ਬਹੁਤ ਜ਼ਿਆਦਾ ਹੋਵੇ। ਸੋ ਇਸ ਗੱਲ ਦਾ ਵੀ ਫਰਕ ਹੈ ਕਿ ਤੁਹਾਨੂੰ ਜੇ ਘਰ ਦੇ ਵਿੱਚ ਹੋਰ ਉਸ ਵੇਲੇ ਕਈ ਚੀਜ਼ਾਂ ਚੱਲ ਰਹੀਆਂ ਨੇ ਇੰਟਰਨੈਟ ਦੇ ਉੱਤੇ, ਉਹਦਾ ਵੀ ਫਰਕ ਹੈ। ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਉਹ ਜਿਹੜੀਆਂ ਹੋਰ ਚੀਜ਼ਾਂ ਚੱਲਦੀਆਂ ਉਹਨੂੰ ਜੇ ਥੋੜ੍ਹਾ ਜਿਹਾ ਬੰਦ ਕਰ ਦਿਓਗੇ ਤਾਂ ਇਹ ਪ੍ਰੋਗਰਾਮ ਬਿਲਕੁਲ ਸਹੀ ਚੱਲਣਾ ਚਾਹੀਦਾ ਹੈ ਜੀ। ਥੈਂਕ ਯੂ। ਬਿਲਕੁਲ। ਕਮਿੰਗ ਬੈਕ ਟੂ ਦਾ ਨਿਊਜ਼, ਤੇ ਜਗਮੀਤ ਸਿੰਘ ਦੀ ਗੱਲ ਕਰ ਰਹੇ ਹਾਂ, ਜੋ ਇਸ ਵਕਤ ਕੈਮਲੂਪਸ ਦੀ ਜੋ ਘਟਨਾ ਹੋਈ ਹੈ ਉਹਦੇ ਉੱਤੇ ਹੁਣ ਉਹ ਚਾਹੁੰਦੇ ਨੇ ਕਿ ਸੈਸ਼ਨ ਬਿਠਾਇਆ ਜਾਵੇ, ਇਹਦੇ ਉੱਤੇ ਗੱਲਬਾਤ ਕੀਤੀ ਜਾਵੇ ਤੇ ਇਨਕੁਆਇਰੀ ਕੀਤੀ ਜਾਵੇ। ਸਰ ਕੀ ਕਹਿਣਾ ਚਾਹੋਗੇ? ਜਗਮੀਤ ਸਿੰਘ ਨੇ ਇਸ ਵਕਤ ਸਿਆਸਤ ਪੂਰੀ ਖੇਡ ਰਹੇ ਨੇ, ਜੋ ਚੀਜ਼ ਗਰਮ ਹੈਗੀ ਉਹਦੇ ਉੱਤੇ ਹੁਣ ਵਾਰ ਵੀ ਕਰ ਰਹੇ ਨੇ। ਠੀਕ ਹੈ, ਇਹ ਸਿਆਸਤ ਖੇਡ ਰਹੇ ਨੇ, ਪਰ ਜਿਹੜੀ ਗੱਲ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ, ਕਿਉਂਕਿ ਇਹਦੇ ਉੱਤੇ ਇਹ ਬਹੁਤ ਦੇਰ ਹੋ ਚੁੱਕੀ ਹੈ। ਇਸ ਮਾਮਲੇ ਉੱਤੇ ਜੇ ਬਹਿਸ ਹੁੰਦੀ ਹੈ, ਜੇ ਬਹਿਸ ਹੋਏਗੀ ਤਾਂ ਕੁਛ ਨਾ ਕੁਛ ਗੱਲ ਨਿਕਲੇਗੀ ਉਹਦੇ ਵਿੱਚੋਂ। ਸ਼ਰੇਆਮ ਹਰ ਤੁਸੀਂ ਮੈਂਬਰ ਪਾਰਲੀਮੈਂਟਸ ਨੂੰ ਹਰੇਕ ਨੂੰ ਬੋਲਣ ਦਾ ਹੱਕ ਹੈਗਾ, ਉਹ ਆਪਦੀ ਗੱਲ ਕਰਨਗੇ, ਚੰਗੀ ਤਰ੍ਹਾਂ ਗੱਲ ਬਾਹਰ ਆਏਗੀ ਤੇ ਉਹਦੇ ਤੇ ਹੋ ਸਕਦਾ ਸਰਕਾਰ ਨੂੰ ਹੋਰ ਐਕਸ਼ਨ ਲੈਣਾ ਪਵੇ। ਜੇ ਤੇ ਬਹਿਸ ਨਹੀਂ ਹੁੰਦੀ ਤਾਂ ਗੱਲ ਖਤਮ ਹੋ ਗਈ ਆ। ਅਸੀਂ ਝੰਡੇ ਨੀਵੇਂ ਕਰ ਦਿੱਤੇ ਨੇ, ਠੀਕ ਹੈ। ਸਾਰਿਆਂ ਦੇ ਬਿਆਨ ਆ ਗਏ ਨੇ ਜੀ, ਅਸੀਂ ਇੰਡੀਜਨਸ ਕਮਿਊਨਿਟੀਜ਼ ਦਾ ਖਿਆਲ ਰੱਖਾਂਗੇ। ਮਿਸਟਰ ਟਰੂਡੋ ਜਦੋਂ ਪਹਿਲੀ ਵਾਰੀ ਬਣੇ ਸੀਗੇ, ਉਸ ਦਿਨ ਰਾਤ ਨੂੰ ਜਦੋਂ ਰਿਜ਼ਲਟ ਆ ਗਿਆ ਸੀ, ਮਿਸਟਰ ਟਰੂਡੋ ਨੇ ਜਿਹੜੀ ਆਪਣੀ ਵਿਨਿੰਗ ਸਪੀਚ ਦਿੱਤੀ ਸੀਗੀ, ਉਸ ਵਿਨਿੰਗ ਸਪੀਚ ਦੇ ਵਿੱਚ ਉਹਨੇ ਇੰਡੀਜਨਸ ਕਮਿਊਨਿਟੀ ਦਾ ਬਹੁਤ ਖਿਆਲ ਕੀਤਾ ਸੀ। ਉਹਨੇ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਪਾਣੀ ਪ੍ਰੋਵਾਈਡ ਕਰਾਂਗੇ, ਸਭ ਕੁਝ ਪ੍ਰੋਵਾਈਡ ਕਰਾਂਗੇ, ਸਹੂਲਤਾਂ ਪ੍ਰੋਵਾਈਡ ਕਰਾਂਗੇ ਜਿਹੜੀਆਂ ਕਿ ਹੁਣ ਤੱਕ ਨਹੀਂ ਦਿੱਤੀਆਂ ਜਾ ਸਕੀਆਂ। ਜਦੋਂ ਅਜਿਹੀਆਂ ਗੱਲਾਂ ਬਹਿਸ ਹੋਏਗੀ ਤਾਂ ਉਹ ਗੱਲਾਂ ਫਿਰ ਮੂਹਰੇ ਆਉਣਗੀਆਂ। ਜਿਹੜੀ ਹੋ ਸਕਦਾ ਜਿਹੜੀ ਫੈਡਰਲ ਗਵਰਨਮੈਂਟ ਹੈ ਇਸ ਵੇਲੇ ਇਸ ਕਗਾਰ ਤੇ ਆਈ ਹੋਈ ਹੈ ਕਿ ਅਸੀਂ ਇਲੈਕਸ਼ਨ ਲੜਨੀ ਆ, ਇਸ ਮਾਮਲੇ ਦਾ ਇਹ ਤੇ ਫੈਡਰਲ ਗਵਰਨਮੈਂਟ ਇਸ ਗੱਲ ਨੂੰ ਨਹੀਂ ਕਰਨਾ ਚਾਹੇਗੀ। ਜਗਮੀਤ ਹੋਣਾ ਦਾ ਠੀਕ ਵੀ ਹੈ ਗੱਲ, ਪੋਲੀਟੀਕਲ ਮੂਵ ਤਾਂ ਹੈਗਾ ਹੀ ਹੈਗਾ। ਪੋਲੀਟਿਕਸ ਤਾਂ ਰਹਿਣੀ ਹੈ। ਕੋਈ ਵੈਨ ਯੂ ਆਰ ਪੋਲੀਟਿਕਸ ਤੁਸੀਂ ਦੇਖਣਾ ਵੀ ਕਦੋਂ ਮੇਰੇ ਵਾਸਤੇ ਕਿਹੜੀ ਚੀਜ਼ ਫਾਇਦੇਮੰਦ ਹੈ। ਨੈਚੁਰਲੀ ਹੈ, ਲਿਬਰਲਸ ਆ ਉਹਨਾਂ ਨੇ ਵੀ ਫਾਇਦਾ ਦੇਖਣਾ ਕਦੋਂ ਇਲੈਕਸ਼ਨ ਹੋ ਸਕਦੀ। ਹਾਲਾਂਕਿ ਸਾਰੇ ਪਾਰਟੀਆਂ ਨੇ ਇਹ ਫੈਸਲਾ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਜਦ ਤੱਕ ਕੋਵਿਡ-19 ਪੂਰਾ ਨਹੀਂ ਹੋ ਜਾਂਦਾ, ਓਵਰ ਨਹੀਂ ਹੁੰਦਾ, ਅਸੀਂ ਇਲੈਕਸ਼ਨ ਨਹੀਂ ਲੜਾਂਗੇ। ਪਰ ਇਲੈਕਸ਼ਨ ਤਾਂ ਕਿਸੇ ਵੀ ਵੇਲੇ ਕਿਸੇ ਵੀ ਗੱਲ ਦੇ ਉੱਤੇ, ਛੋਟੀ ਗੱਲ ਦੇ ਉੱਤੇ ਵੀ ਕੁਛ ਨਾ ਕੁਛ ਹੋ ਸਕਦਾ। ਤੁਸੀਂ ਗੱਲ ਕੀਤੀ ਹੈ ਇੰਡੀਜੀਨਸ ਲੋਕਾਂ ਲਈ ਕਿ ਟਰੂਡੋ ਸਾਹਿਬ ਨੇ ਕੀ ਕੀਤਾ, ਹੋਰ ਕੁਝ ਕੀਤਾ ਨਾ ਹੋਵੇ, ਪਰ ਸਿਟੀਜ਼ਨਸ਼ਿਪ ਦੀ ਜਦੋਂ ਤੁਸੀਂ ਓਥ ਟੇਕਿੰਗ ਸੈਰੇਮਨੀ ਹੁੰਦੀ ਹੈ ਉਸ ਟਾਈਮ ਇਹ ਜ਼ਰੂਰ ਵਿੱਚ ਇਨਕਲੂਡ ਕਰ ਦਿੱਤਾ ਕਿ ਉਹਨਾਂ ਦੇ ਇੰਡੀਜੀਨਸ ਲੋਕਾਂ ਦੇ ਅਸੀਂ ਹੱਕਾਂ ਦੀ ਰਾਖੀ ਜ਼ਰੂਰ ਕਰਾਂਗੇ। ਸੋ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕੁਲਵੰਤ ਸਿੰਘ ਬੋਲਿਆ ਜੀ, ਬਰੈਂਪਟਨ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂ, ਹੈਲੋ, ਨਿਊ ਲੁੱਕ ਵਾਸਤੇ ਮੁਬਾਰਕਾਂ ਜੀ। ਸ਼ੁਕਰੀਆ ਜੀ, ਖਬਰਾਂ ਦਿੰਦੇ ਆ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਜੀ, ਥੈਂਕ ਯੂ। ਜੁੜੇ ਰਹੋ ਜੀ ਸਰ। ਜਿਹੜੀ ਸਹੁੰ ਵਿੱਚ ਜੋੜੀ ਹੈ ਇਹ ਵੀ ਚੰਗੀ ਗੱਲ ਹੈ, ਇਹ 'ਚ ਵੀ ਵੋਟ ਦੀ ਗੱਲ ਹੈ। ਜਿਵੇਂ ਜੰਮੂ ਨੂੰ ਆਪਾਂ ਕਹਿੰਦੇ ਵੀ ਸਿਆਸਤ ਕਰ ਰਹੇ ਨੇ, ਜਿਸ ਹਿਸਾਬ ਲਿਬਰਲਸ ਨੇ ਸਿਆਸਤ ਕੀਤੀ ਹੈ, ਉਹਨਾਂ ਨੇ ਇੱਕ ਸਹੁੰ ਵਿੱਚ ਜੋੜਤੀ। ਕੀ ਫਰਕ ਪੈਂਦਾ ਦੱਸੇ? ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ, ਫਾਇਦਾ ਹੀ ਹੋਇਆ। ਟਰੂਡੋ ਹੋਣਾ ਨੇ ਉਹ ਸਹੁੰ ਦੇ ਵਿੱਚ ਇੰਡੀਜਨਸ ਲੋਕਾਂ ਦਾ ਨਾਮ ਜ਼ਿਕਰ ਕਰ ਦਿੱਤਾ, ਤਾਂ ਨੈਚੁਰਲੀ ਹੈ। ਜੇ ਕੱਲ੍ਹ ਨੂੰ ਕਹਿਣ ਫੋਰ ਐਗਜ਼ਾਮਪਲ, ਕੱਲ੍ਹ ਨੂੰ ਕਹਿੰਦੇ ਜੀ ਵੀ ਸਿੱਖ ਪੰਥ ਨੇ ਇਹ ਸਾਡੀ ਇਹਦੇ ਸਹੁੰ 'ਚ ਫੋਰ ਐਗਜ਼ਾਮਪਲ, ਮੈਂ ਨਹੀਂ ਕਹਿੰਦਾ ਇਹ ਹੁੰਦੀ ਆ, ਸਾਨੂੰ ਸਿੱਖਾਂ ਨੂੰ ਸਭ ਨੂੰ ਮਾਣ ਹੋ ਜਾਏਗਾ, ਵਾਹ ਜੀ ਵਾਹ ਕਿਆ ਬਾਤ ਆ, ਪਾਓ ਵੋਟ ਨੂੰ। ਚਾਹੇ ਕੱਲ੍ਹ ਨੂੰ ਐਰੋਨੋਟ ਕਹਿ ਸਕਦੇ ਆ, ਜਗਮੀਤ ਹੁਣੀ ਕਹਿ ਸਕਦੇ ਆ ਵੀ ਇਹ ਗੱਲ ਹੋਣੀ, ਜਾਂ ਇੰਡੀਅਨਸ ਦੂਸਰੇ ਜਿਹੜੇ ਅਸੀਂ ਸਾਊਥ ਏਸ਼ੀਅਨ ਇੰਡੀਅਨ ਉਹਨਾਂ ਦਾ ਨਾਮ ਆ ਸਕਦਾ। ਸੋ ਸਿਆਸਤ ਚੱਲੇਗੀ ਜੀ। RCMP ਦੀ ਗੱਲ ਕਰੀਏ, ਪਰ RCMP ਦੇ ਵਿੱਚ ਵੀ ਇਸ ਵਕਤ ਕਾਫੀ ਜ਼ਿਆਦਾ ਜਿਹੜਾ ਆ ਉਹ ਰੌਲਾ ਪੈ ਰਿਹਾ ਕਿ ਇੰਡੀਜੀਨੀਅਸ ਲੋਕ ਜਿਹੜੇ ਨੇ ਜਿਸ ਲੈਵਲ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਨਹੀਂ ਪਹੁੰਚ ਪਾ ਰਹੇ। ਹਾਲਾਂਕਿ ਭਰਤੀਆਂ ਹੋ ਰਹੀਆਂ ਨੇ ਪਰ ਉੱਥੇ ਵੀ ਰੇਸਿਜ਼ਮ ਕੀਤਾ ਜਾ ਰਿਹਾ ਉਹਨਾਂ ਦੇ ਨਾਲ। ਤਰਨ ਗੱਲ ਓਕੇ, ਹੁਣ ਕਿਉਂ ਆਈ ਗੱਲ? ਹੁਣ ਇੰਡੀਜਨਸ ਲੋਕਾਂ ਵਾਲੀਆਂ ਗੱਲਾਂ ਬਹੁਤ ਆਉਣਗੀਆਂ। ਰੀਜ਼ਨ ਕੀ ਹੈ? ਇੱਕ ਬੜਾ ਵੱਡਾ ਕੇਸ ਨਿਕਲਿਆ, 215 ਬੱਚਿਆਂ ਦੇ ਉੱਥੋਂ ਕਰਨ ਲੱਭੇ ਨੇ, ਔਰ ਇਹਦੇ ਕਰਕੇ ਹੁਣ
ਨੇਟਿਵਸ ਵਾਲੇ ਪਾਸੇ ਨੂੰ ਸਾਰੇ ਚੱਲਣਗੇ। ਹੁਣ ਨੇਟਿਵਸ ਦੀ ਗੱਲ ਆਈ ਹੈ ਤੇ ਨੇਟਿਵਸ ਦੀ ਗੱਲ RCMP 'ਚ ਆਈ ਹੈ। RCMP ਦੀ ਇੱਕ ਉੱਥੋਂ ਦੀ ਉਹਨੇ ਰਿਜ਼ਾਈਨ ਕਰ ਗਈ ਹੈ, RCMP ਦੇ ਵਿੱਚੋਂ ਲੇਡੀ ਹੈ, ਉਹਨੂੰ ਕਿਤੇ ਪ੍ਰੋਬਲਮ ਆਈ ਸੀ। 100 ਤੋਂ ਉੱਪਰ ਪਿਛਲੇ 3 ਸਾਲਾਂ 'ਚ 100 ਤੋਂ ਉੱਪਰ ਇੰਡੀਜਨਸ RCMP ਦੇ ਉਹ ਰਿਜ਼ਾਈਨ ਕਰ ਗਏ ਨੇ, ਛੱਡ ਕੇ ਗਏ ਨੇ। ਕਹਿੰਦੀ ਸਾਡੇ ਨਾਲ ਧੱਕਾ ਹੁੰਦਾ, ਨੈਚੁਰਲੀ ਹੈ। ਔਰ ਉਹਦੇ ਨਾਲ ਉਹਨੇ ਆਪਣੀ ਕਹਾਣੀ ਸੁਣਾਈ, ਇਹ ਗੱਲ ਕੀ ਹੈ। ਉਹ ਕਿਸੇ ਜਗ੍ਹਾ ਤੇ ਕੋਈ ਬੰਦਾ ਸੀਗਾ ਬੱਸ ਦੇ ਵਿੱਚ, ਸ਼ਰਾਬੀ ਸੀਗਾ, ਤੇ ਉਹ ਇੱਥੇ ਜਿਹੜਾ ਸ਼ਹਿਰਾਂ ਦੀਆਂ ਆਪਦੀਆਂ ਪੁਲਿਸਿਸ ਨੇ, ਪਰ ਮੋਸਟਲੀ ਜਦੋਂ ਤੁਸੀਂ ਬਾਹਰ ਨਿਕਲੇ ਆਣੇ ਸ਼ਹਿਰਾਂ ਤੋਂ, ਮੋਸਟਲੀ ਉੱਥੇ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈ। ਕਿਸੇ ਵੇਲੇ ਘੋੜਿਆਂ ਤੇ ਪੁਲਿਸ ਹੁੰਦੀ ਸੀ, ਮਾਊਂਟਡ ਪੁਲਿਸ ਤਾਂ ਇਹਨੂੰ ਕਿਹਾ ਜਾਂਦਾ। ਔਰ ਉਹਨੂੰ ਉੱਥੇ ਕਾਲ ਆਈ ਹੈ ਵੀ ਇੱਕ ਬੱਸ ਦੇ ਵਿੱਚ ਬੰਦਾ ਸ਼ਰਾਬੀ ਬਹੁਤ ਜ਼ਿਆਦਾ ਹੈ, ਉਹ ਕੰਟਰੋਲ ਨਹੀਂ ਹੋਇਆ। ਉਹ ਇਕੱਲੀ ਲੇਡੀ ਕਾਲ ਤੇ ਗਈ ਹੈ, ਦੂਰ ਜਾਣਾ। ਜਦੋਂ ਕਾਲ ਤੇ ਗਏ ਤਾਂ ਬੰਦਾ ਉਹਨੇ ਤੰਗ ਕੀਤਾ ਕਿਸੇ ਹਿਸਾਬ 'ਚ ਨਹੀਂ ਆ। ਅਖੀਰ ਬੰਦੇ ਨੇ ਇਹਨੇ ਬੈਕਅਪ ਸੱਦੀ ਹੈ, ਬੈਕਅਪ ਆਈ ਨਹੀਂ। ਹੁਣ ਬੈਕਅਪ ਕਿਉਂ ਨਹੀਂ ਆਈ? ਇਟ ਕੈਨ ਬੀ ਐਨੀ ਰੀਜ਼ਨ, ਦੂਰ ਹੋ ਸਕਦੀ ਹੈ ਜਾਂ ਕੋਈ ਜਾਣ ਕੇ ਨਹੀਂ ਆਇਆ, ਦੋਨੇ ਆਪਾਂ ਪਾਸੇ ਰੱਖ ਸਕਦੇ ਹਾਂ। ਅੱਛਾ, ਜਿਹੜੀ ਬੈਕਅਪ ਨਹੀਂ ਆਈ, ਇਨ ਦਾ ਮੀਨ ਟਾਈਮ ਜਿਹੜਾ ਉਹ ਬੰਦਾ ਸੀਗਾ ਉਹਨੂੰ ਕੁੱਟਮਾਰ ਕੀਤੀ। ਪੁਲਿਸ ਜਿਹੜੀ ਅਫਸਰ ਸੀਗੀ, ਉਹਦੇ ਅੱਖਾਂ ਨੀਲੀਆਂ ਹੋ ਗਈਆਂ, ਬਾਅਦ 'ਚ ਉਹਦੇ ਦੰਦੀ ਵੱਡੀ ਉਹਨੇ ਉਹਦੀ ਬਾਂਹ ਦੇ ਉੱਤੇ। ਬਾਅਦ 'ਚ ਉਹ ਬੰਦਾ ਬੈਕਅਪ ਆਈ ਹੈ, ਲੇਟ ਆਈ ਹੈ। ਪਰ ਉਹ ਹੁਣ ਇਸ ਗੱਲ ਤੋਂ ਤੰਗ ਹੀ ਨਹੀਂ ਸੀ, ਕਹਿੰਦੀ ਵੀ ਪਹਿਲਾਂ ਵੀ ਗੱਲਾਂ ਹੋ ਰਹੀਆਂ ਨੇ। ਹੁਣ ਅਜਿਹੇ ਕੇਸਿਸ ਕਈ ਨੇ, ਹੁਣ ਕੇਸਿਸ ਹੋਰ ਵੀ ਆਉਣਗੇ ਲੱਗਦੇ ਨਾ, ਇਕੱਲੀ RCMP 'ਚ ਨਹੀਂ ਆਏ, ਹੁਣ ਬਾਕੀਆਂ ਦੇ ਵੀ ਕੇਸ ਹੈ, ਕਿਉਂਕਿ ਇਹਨੂੰ ਹਾਈਲਾਈਟ ਹੋ ਰਹੀ ਹੈ। ਔਰ ਉਸ ਵੇਲੇ ਜੇ ਹਾਈਲਾਈਟ ਹੋ ਰਹੀ ਹੈ ਤਾਂ ਸਭ ਨੂੰ ਕਰ ਹੀ ਦੇਣੀ ਚਾਹੀਦੀ ਹੈ। ਜਿਵੇਂ ਸਾਡੇ 'ਚ ਵੀ ਹੋਇਆ, ਸਾਡੇ ਫਿਰ ਸਰਕਾਰ ਸੁਣਦੀ ਹੈ, ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ, ਚਾਹੇ ਕੁਛ ਵੀ ਹੈ, ਵੋਟਾਂ ਤਾਂ ਪੈਣੀਆਂ ਹੀ ਪੈਣੀਆਂ ਨੇ। ਹੁਣ ਮੌਕਾ ਹਰੇਕ ਦਾ ਆਪਦਾ ਫਾਇਦਾ ਲੈਣ ਦਾ। ਬਿਲਕੁਲ ਸਰ, ਕੇਸਿਸ ਦੀ ਇਹਨਾਂ ਦੀ ਤਾਂ ਆਪਾਂ ਗੱਲ ਕਰ ਹੀ ਲਈ ਹੈ, ਪਰ ਨਾਲ ਦੀ ਨਾਲ ਕਰੋਨਾ ਦੇ ਕੇਸਿਸ ਦੀ ਵੀ ਗੱਲ ਕਰ ਲਈਏ। ਅੱਜ ਓਨਟਾਰੀਓ ਦੀ ਗੱਲ ਕਰੀਏ ਤਾਂ ਓਨਟਾਰੀਓ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਮੁਕਾਬਲੇ ਅੱਜ 1000 ਤੋਂ ਘੱਟ ਕੇਸਿਸ ਸਾਹਮਣੇ ਆਏ ਨੇ। ਪਿਛਲੇ 3 ਮਹੀਨਿਆਂ ਵਿੱਚ ਅਜਿਹਾ ਹੁਣ ਪਹਿਲੀ ਵਾਰੀ ਹੋਇਆ ਕਿ ਓਨਟਾਰੀਓ ਵਿੱਚ 1000 ਤੋਂ ਘੱਟ ਮਾਮਲੇ ਸਾਹਮਣੇ ਆਏ ਹੋਣ। ਸਰ, ਕੀ ਕਹਿਣਾ ਚਾਹੋਗੇ? ਕ੍ਰੈਡਿਟ ਕਿਹਨੂੰ ਦੇਣਾ ਚਾਹੋਗੇ? ਕ੍ਰੈਡਿਟ ਸਰਕਾਰਾਂ ਨੂੰ ਤੇ ਸਾਰੇ ਲੋਕਾਂ, ਸਭ ਨੂੰ ਰਲ ਮਿਲ ਕੇ ਕ੍ਰੈਡਿਟ ਹੈ। ਜੇ ਸਰਕਾਰ ਨੇ ਕਿਹਾ ਤਾਂ ਲੋਕਾਂ ਨੇ ਕਹਿਣਾ ਮੰਨਿਆ। ਥੋੜੇ ਹੈਗੇ ਨੇ, ਉਹ ਹੁੰਦੇ ਹੀ ਹੈ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਵੈਕਸੀਨ ਜਿੰਨਾ ਛੇਤੀ ਆ ਸਕੇ ਉਨਾ ਛੇਤੀ ਆ ਗਿਆ। ਪ੍ਰੋਵਿੰਸ਼ਲ ਸਰਕਾਰਾਂ ਨੇ ਕੋਸ਼ਿਸ਼ ਕੀਤੀ ਹੈ ਜਿੰਨਾ ਛੇਤੀ ਲਾਇਆ ਜਾ ਸਕੇ ਲਾ ਦੇ। ਪਿਛਲੇ ਹਫਤੇ ਵੀਕਐਂਡ ਤੇ ਤੁਸੀਂ ਘਰੇ ਸੀਗੇ, ontario ਗਵਰਨਮੈਂਟ ਦਾ ਜ਼ੋਰ ਲੱਗਾ ਸੀਗਾ ਵੀ ਜਿੱਥੇ ਜਿੰਨਾ ਵੈਕਸੀਨ ਉਹਨਾਂ ਨੇ ਅੱਡ ਥਾਵਾਂ ਦੇ ਉੱਤੇ ਨਵੀਆਂ ਥਾਵਾਂ ਖੋਲੀਆਂ। ਵੀ ਥਾਵਾਂ ਤੇ ਮਿਊਜ਼ਿਕ ਚੱਲਦਾ ਸੀ, ਅੱਜ ਕਰਦੇ ਲੋਕਾਂ ਨੂੰ ਇੱਕ ਥਾਂ ਤੇ 26 ਘੰਟੇ ਲਗਾਤਾਰ ਅਟਰੈਕਟ ਕੀਤਾ ਵੀ ਆਓ ਲਵਾਓ। ਰੀਜ਼ਨ ਕੀ ਹੈ? ਕਾਰਨ 2 ਜੂਨ ਦਿੱਤੀ ਗਈ ਗਵਰਨਮੈਂਟ ਆਫ ontario ਨੇ ਵੀ 2 ਜੂਨ ਤੱਕ ਆਪਣਾ ਲਾਕਡਾਊਨ ਆ। ਉਦੋਂ ਬਾਅਦ 2 ਜੂਨ ਪਰਸੋਂ ਹੈ, ਇਦੋਂ ਅੱਗੇ ਲਾਕਡਾਊਨ ਹੋਣਾ ਜਾਂ ਨਹੀਂ ਹੋਣਾ, ਚਾਂਸਸ ਕੀ ਹੈ? ਨਹੀਂ ਹੋਏਗਾ। ਜੇ ਕਰਨਗੇ ਤਾਂ ਲੋਕੀ ਅਗੇਂਸਟ ਜਾਣਗੇ। ਲੋਕਾਂ ਦਾ ਹੀ ਆਲਰੇਡੀ ਇਹ ਮੱਥਿਆ ਹੋਇਆ, ਲੋਕੀ ਆਲਰੇਡੀ ਇਸ ਮਾਮਲੇ 'ਚ ਆਉਣ ਲੱਗੇ ਹੋਇਆ ਵੀ ਅਸੀਂ ਇਹਨਾਂ ਬੈਰੀਅਰਸ ਨੂੰ ਤੋੜਨ ਲੱਗੇ ਹੋਏ ਆ। ਸਰਕਾਰ ਨੇ ਕੀ ਕੀਤਾ? ਕੋਸ਼ਿਸ਼ ਕੀਤੀ ਜਿੰਨੇ ਵੱਧ ਤੋਂ ਵੱਧ ਵੈਕਸੀਨ, ਘੱਟੋ ਘੱਟ ਵੈਕਸੀਨ ਤਾਂ ਲਾਓ ਨਾ ਜੀ। ਘੱਟੋ ਘੱਟ ਹੁਣ ਤੱਕ ਅੱਜ ਦੀ ਰਿਪੋਰਟ ਦੇਖੀ ਜਾਵੇ ਤਾਂ ਘੱਟੋ ਘੱਟ 60% ਅਡਲਟਸ ਨੂੰ ਓਨਟਾਰੀਓ ਵਿੱਚ ਵੈਕਸੀਨ ਮਿਲ ਚੁੱਕੀ ਹੈ, ਫਸਟ ਡੋਜ਼ ਮਿਲ ਚੁੱਕੀ ਹੈ। ਤੇ ਵੀ ਕਿਹਾ ਜਾ ਰਿਹਾ ਕਿ ਹੁਣ ਸ਼ਾਇਦ ਕੱਲ੍ਹ ਤੋਂ ਸੈਕਿੰਡ ਡੋਜ਼ ਦੀ ਵੀ ਕਿਤੇ ਸ਼ੁਰੂਆਤ ਹੋ ਜਾਏਗੀ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ 2 ਜੂਨ ਤੋਂ ਜਿਹੜਾ ਹੈ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਓਪਨ ਹੋ ਜਾਏਗਾ ਹੁਣ ਸਾਰਾ ਕੁਝ। ਇਹ ਓਪਨ ਕਰਨਾ ਪਏਗਾ। ਇਹ ਗੱਲ ਵੱਖਰੀ ਹੈ ਕਿ ਓਪਨ ਕਿਵੇਂ ਕੀਤਾ ਜਾਵੇਗਾ। ਓਪਨ ਤਾਂ ਹੋਏਗਾ। ਇਹ 2 ਜੂਨ ਨੂੰ ਮੈਨੂੰ ਇਹ ਲੱਗਦਾ ਲੈਟਸ ਸੇ ਇੱਕ ਪੁਆਇੰਟ ਰਹਿਣ ਦਿੰਦਾ 99% ਮੈਨੂੰ ਇਹ ਲੱਗਦਾ ਕਿ ਲਾਕਡਾਊਨ ਐਕਸਟੈਂਡ ਨਹੀਂ ਹੋਏਗਾ, ਕਿਉਂਕਿ ਸਰਕਾਰ ਕਰਨਾ ਅਫੋਰਡ ਨਹੀਂ ਕਰਦੀ। ਸਰਕਾਰ ਤਾਂ ਓਪੀਨੀਅਨ ਦੇ ਵਿੱਚ ਅੱਗੇ ਥੱਲੇ ਗਈ ਹੋਈ ਹੈ, ਵੋਟ ਸਾਹਿਬ ਤਾਂ ਬਹੁਤ ਥੱਲੇ ਗਏ ਨੇ ਓਪੀਨੀਅਨ ਪੋਲਸ ਦੇ ਵਿੱਚ। ਸੋ ਸਰਕਾਰ ਇਹ ਕੰਮ ਨਹੀਂ ਕਰੇਗੀ। ਪ੍ਰੋਬਲਮ ਹੁਣ ਇਹ ਹੈ ਸਰਕਾਰ ਨੇ ਦਿਨ 14 ਤਰੀਕ ਦਿੱਤੀ ਸੀ, 14 ਜੂਨ ਦਾ ਡੇਟ ਦਿੱਤੀ ਹੈ ਵੀ ਇਸ ਤੋਂ ਬਾਅਦ ਸੋਚਾਂਗੇ ਹੁਣ 2 ਤੇ 14 ਵਿਚਾਲੇ ਜਿਹੜਾ ਥਾਂ ਹੈਗਾ ਉਹ ਕੀ ਹੈ, ਉਹ ਕੀ ਥਾਂ, ਉਹ ਕੁਛ ਨਹੀਂ ਦੱਸਿਆ ਸਰਕਾਰ ਨੇ। ਔਰ ਸਰਕਾਰ ਦਾ ਵੱਡਾ ਫੈਸਲਾ ਇਹਦੇ ਵਿੱਚ ਹੀ ਆਏਗਾ ਜਿਹਦੇ ਵਿੱਚ ਉਹ ਹੌਲੀ ਮੈਨੂੰ ਲੱਗਦਾ ਕਿ ਇਹ ਛੇਤੀ ਖੋਲ੍ਹ ਸਕਦੇ। ਜਿਹੜੇ ਵੈਕਸੀਨ ਹੈਗੇ ਆ ਕਈਆਂ ਮਿਊਨਿਸਪੈਲਿਟੀਜ਼ ਦੇ ਵਿੱਚ ਤਾਂ ਇਹ 70% ਤੋਂ ਉੱਪਰ ਵੈਕਸੀਨ ਲੱਗ ਚੁੱਕਾ। ਔਰ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਜਿੰਨਾ ਵੱਧ ਤੋਂ ਵੱਧ ਵੈਕਸੀਨ ਲੱਗੇ। ਉਸ ਕਾਰਨ ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਇਹ ਚੀਜ਼ ਅੰਡਰ ਕੰਟਰੋਲ ਹੈ। ਮੈਜੋਰਟੀ ਦੀ ਗੱਲ ਕੀਤੀ ਜਾਵੇ ਇਸ ਵਕਤ ਮੈਜੋਰਟੀ ਅਸੀਂ ਕੈਨੇਡੀਅਨਸ ਦਾ ਵੀ ਉਰੇ ਧੰਨਵਾਦ ਕਰਦੇ ਹਾਂ, ਕਿਉਂਕਿ ਜੇ ਅਸੀਂ ਨਾਲ ਦੀ ਉਹ ਗੱਲ ਕਰੀਏ US ਦੀ ਤਾਂ US ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਅਟਰੈਕਟ ਕਰਨ ਦੇ ਲਈ ਬਹੁਤ ਸਾਰੇ ਕਿਤੇ ਲੱਕੀ ਡਰਾਸ ਕੱਢੇ ਗਏ, ਕਿਤੇ ਬੀਅਰਸ ਫ੍ਰੀ ਦੇ ਵਿੱਚ ਦਿੱਤੀਆਂ ਗਈਆਂ, ਕਿਉਂਕਿ ਬਹੁਤੇ ਲੋਕੀ ਉੱਥੇ ਨਹੀਂ ਚਾਹੁੰਦੇ ਸੀ ਵੈਕਸੀਨ ਲਗਵਾਉਣਾ। ਪਰ ਇੱਥੇ ਕੈਨੇਡੀਅਨਸ ਦੀ ਗੱਲ ਕੀਤੀ ਜਾਵੇ ਅਜਿਹਾ ਕੋਈ ਲੁਭਾਵਣੀ ਚੀਜ਼ ਨਹੀਂ ਕੀਤੀ ਗਈ ਹੈਗੀ। ਐਟਲੀਸਟ ਆਪਣੀ ਮਰਜ਼ੀ ਦੇ ਨਾਲ ਆ ਕੇ ਵੈਕਸੀਨ ਲਗਵਾਓ। ਇਸ ਗੱਲੋਂ ਅਸੀਂ ਕੈਨੇਡੀਅਨ ਸਾਫਟ, ਤੁਸੀਂ ਉਹ ਦੇਖੋ ਅਸੀਂ ਮੁਜ਼ਾਹਰਾ ਨਹੀਂ ਕਰਦੇ, ਸਾਡੇ ਬਹੁਤ ਘੱਟ ਪ੍ਰੋਟੈਸਟ ਹੋਣਗੇ। ਆ ਜਿਹੜੇ ਇਹ ਤਾਂ ਆਊਟ ਪ੍ਰੋਟੈਸਟ ਆ, ਅਸੀਂ ਇਉਂ ਪ੍ਰੋਟੈਸਟ ਨਹੀਂ ਕਰਦੇ ਵੀ ਕੈਨੇਡਾ ਬੰਦ, ਕਿਉਂ ਨਹੀਂ ਹੋਊਗਾ।
ਮੇਰਾ ਖਿਆਲ ਮੈਂ ਨਹੀਂ ਹੁਣ ਤੱਕ ਦੇਖਿਆ ਵੀ ਸ਼ਾਇਦ ਦਿਨ ਕਦੇ ਕੈਨੇਡਾ ਬੰਦ ਹੈਗਾ। ਨੋ, ਅਸੀਂ ਸੌਫਟ ਹਾਂ, ਅਸੀਂ ਸਰਕਾਰ ਨੂੰ ਸੁਣਦੇ ਹਾਂ, ਅਸੀਂ ਸਰਕਾਰ ਦੀ ਮੰਨਦੇ ਹਾਂ, ਅਸੀਂ ਰੈਬਲ ਬਹੁਤ ਘੱਟ ਹੈਗੇ ਹਾਂ। ਔਰ ਇਹੀ ਕਾਰਨ ਹੈ ਕਿ ਜਿਹੜੀ ਸਾਡੀ ਫਰਸਟ ਡੋਜ਼ ਹੈਗੀ ਹੈ ਵੈਕਸੀਨ ਦੀ, ਉਹ ਯੂਐਸ ਨਾਲੋਂ ਅਸੀਂ ਉਸ ਨੰਬਰ 'ਚ ਅੱਗੇ ਲੰਘੇ ਹਾਂ। ਅਸੀਂ ਆਪ ਜਾ ਕੇ ਰਵਾਉਣਾ, ਸਾਨੂੰ ਕਿਸੇ ਲਾਲਚ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਫਰਾਈਡੇ ਮੈਂ ਗੱਲ ਕੀਤੀ ਸੀ, ਫਿਲੀਪੀਨਸ ਦੇ ਵਿੱਚ ਇੱਕ ਮੇਅਰ ਨੇ ਇਹ ਲਾਲਚ ਦਿੱਤਾ ਹੈ ਕਿ ਅਸੀਂ ਤੁਹਾਨੂੰ ਗਾਂ ਦੇਵਾਂਗੇ ਜਿਹੜਾ ਵੈਕਸੀਨ ਹੋਊਗਾ, ਉਹਦੀ ਲਾਟਰੀ ਨਿਕਲਣੀ ਹੈ। ਤੋ ਬਾਕੀ ਥਾਵਾਂ 'ਤੇ ਇਉਂ ਕੀਤਾ, ਪਰ ਅਸੀਂ ਕੈਨੇਡੀਅਨਸ I guess we are better than other people ਕਿ ਅਸੀਂ ਆਪਣੇ ਆਪ ਜਾ ਕੇ ਅਸੀਂ ਵੈਕਸੀਨ ਲਵਾ। ਪਰ ਸਰ ਹੁਣ ਵੈਕਸੀਨ ਨੂੰ ਲੈ ਕੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲਾਂ ਨੇ, ਖਿਆਲ ਬਣੇ ਹੋਏ ਨੇ ਕਿ ਜੇ ਅਸੀਂ ਵੈਕਸੀਨ ਨਹੀਂ ਲਗਵਾਈ ਤਾਂ ਕੱਲ ਨੂੰ ਕਿਤੇ ਵੈਕਸੀਨ ਪਾਸਪੋਰਟ ਜਾਂ ਫਿਰ ਕੰਮ ਵਾਲੀਆਂ ਥਾਵਾਂ ਦੇ ਉੱਤੇ ਕਿਤੇ ਵੈਕਸੀਨ ਕਾਰਡ ਨਾ ਮੰਗਿਆ ਜਾਵੇ ਦਿਖਾਉਣ ਲਈ ਕਿ ਤੁਸੀਂ ਲਗਵਾਈ ਹੈ ਜਾਂ ਨਹੀਂ ਲਗਵਾਈ, ਕਿਤੇ ਨੌਕਰੀ ਦੇ ਉੱਤੇ ਸਵਾਲ ਨਾ ਪੈਦੇ ਹੋ ਜਾਣ। ਸੋ ਕਹਿੰਦੇ ਟੋਰਾਂਟੋ ਦੇ ਵੀ ਜਿਮ ਅਜਿਹੇ ਨੇ ਜਿਨ੍ਹਾਂ ਨੇ ਪਹਿਲਾਂ ਕਿਹਾ ਗਿਆ ਸੀ ਕਿ ਜਿਨ੍ਹਾਂ ਨੇ ਵੈਕਸੀਨ ਲਗਵਾਈ ਆ ਪ੍ਰੋਪਰ ਦੇਖ ਕੇ ਉਹਨਾਂ ਦਾ ਕਿ ਹਾਂ ਤੁਸੀਂ ਵੈਕਸੀਨੇਸ਼ਨ ਕਾਰਡ ਲਿਆਂਦਾ ਨਾਲ, ਉਹ ਦੇਖਣ ਤੋਂ ਬਾਅਦ ਹੀ ਤੁਹਾਨੂੰ ਜਿਮ ਦੇ ਵਿੱਚ ਐਂਟਰੀ ਮਿਲੇਗੀ। ਹਾਲਾਂਕਿ ਮੁੜ ਕੇ ਬਾਬਾ ਉਹਨਾਂ ਨੇ ਆਪਣਾ ਬਿਆਨ ਵਾਪਸ ਲਿਆ। ਉਹਨਾਂ ਨੇ ਬਿਆਨ ਵਾਪਸ ਲਿਆ। ਵੈਸੇ ਆਈ ਅਗਰੀ ਵਿਦ ਦੈਟ। ਕਿਉਂ? ਇੱਕ ਕੰਪਨੀ ਹੈ, ਇੱਕ ਕੰਪਨੀ ਦੇ ਵਿੱਚ 100 EMPLOYE, ਉਹ 'ਚੋਂ 99 ਨੇ ਵੈਕਸੀਨ ਲਵਾਇਆ ਹੈ, ਇੱਕ ਕਹਿੰਦਾ ਮੈਂ ਨਹੀਂ ਲਾਉਣਾ। ਕੰਪਨੀ ਇਹ ਕੱਲ੍ਹ ਨੂੰ ਕਹੇਗੀ, ਜ਼ਰੂਰ ਕਹੇਗੀ, ਠੀਕ ਹੈ ਤੁਹਾਡੇ ਰਾਈਟਸ ਹੋਣਗੇ, ਕੁਛ ਰਾਈਟਸ ਹੋਣਗੇ, ਤੁਸੀਂ ਕੋਰਟ 'ਚ ਜਾਓਗੇ, ਦੈਟਸ ਫਾਈਨ, ਪਰ ਤੁਹਾਡੇ ਇੱਕ ਪਿੱਛੇ ਬਾਕੀ 99 ਬੰਦੇ ਕਿਉਂ ਬਿਮਾਰ ਹੋਣ? ਬਾਕੀ 99 ਬੰਦੇ ਦਾ ਕੋਈ ਰਾਈਟ ਨਹੀਂ ਹੈ। ਇਵੇਂ ਜਿੰਮਣਾ ਨੇ ਜਿਹੜੀ ਗੱਲ ਕੀਤੀ ਕੋਈ ਮਾੜੀ ਸੀ ਕੀਤੀ, ਠੀਕ ਆ, ਉਹਨੂੰ ਪ੍ਰੈਸ਼ਰ ਪਿਆ ਉਹਨਾਂ ਦੇ ਉੱਤੇ, ਉਹ ਕਹਿੰਦੇ ਸੀ ਇਹ ਗੱਲ ਨੂੰ ਵਾਪਸ ਲੈ ਲੈਣਾ। ਇਹ ਗੱਲ ਤਾਂ ਤਰਨ ਆਈ ਖੜੀ ਹੈ, ਇਹ ਮੰਨ ਕੇ ਚੱਲਿਓ ਭਾਈ, ਇਹ ਗੱਲ ਹੋਣੀ ਹੈ। ਇਹ ਓਕੇ ਟਰੈਵਲ ਇੰਡਸਟਰੀ ਫਿਰ ਸਾਰੇ ਤਾਂ ਇਹ ਵੀ ਇੱਕ ਗੱਲ ਇੱਕ ਤਰੀਕੇ ਨਾਲ ਕਹਿਣ ਵਾਲੇ ਫਿਰ ਇਹ ਵੀ ਕਹਿਣਗੇ ਨਾ ਕਿ ਇਹ ਤਾਂ ਸਾਡੀ ਰਾਈਟਸ ਦੇ ਉੱਤੇ ਗੱਲ ਆ ਗਈ ਕਿ ਸਾਨੂੰ ਜ਼ਬਰਦਸਤੀ ਵੈਕਸੀਨ ਲਗਵਾਈ ਜਾ ਰਹੀ ਆ, ਅਸੀਂ ਨਹੀਂ ਲਗਵਾਉਣਾ ਚਾਹੁੰਦੇ ਜਾਂ ਸਾਨੂੰ ਲੱਗਦਾ ਕਿ ਸਾਡੇ ਉੱਤੇ ਕੋਈ ਸਾਈਡ ਇਫੈਕਟ ਨਾ ਹੋ ਜਾਵੇ ਜਾਂ ਕਿਸੇ ਦੀ ਸਿਹਤ ਨਹੀਂ ਠੀਕ, ਕੋਈ ਡਰਦਾ ਨਹੀਂ ਲਗਵਾਉਣਾ ਚਾਹੁੰਦਾ। ਫਿਰ ਇਹ ਤਾਂ ਉਹਨਾਂ ਦੀ ਰਾਈਟਸ ਦੇ ਉੱਤੇ ਗੱਲ ਆ ਗਈ ਕਿ ਤੁਸੀਂ ਜ਼ਬਰਦਸਤੀ ਸਾਡੇ ਤੋਂ ਵੈਕਸੀਨ ਲਗਵਾ ਰਹੇ ਹੋ। ਬਿਲਕੁਲ ਯੂ ਆਰ ਰਾਈਟ। ਜੇ ਰਾਈਟ ਦੀ ਕੋਈ ਉਹਨਾਂ ਦਲੀਲ ਦੇਣਗੇ ਵੀ ਆਹ ਪ੍ਰੋਬਲਮ ਹੈ ਤਾਂ ਨਹੀਂ ਮੈਂ ਲਈ, ਓਕੇ। ਰਾਈਟਸ ਤੁਹਾਡੇ ਉਦੋਂ ਕਿੱਥੇ ਜਾਂਦੇ ਆ ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਹੋ, ਤੁਸੀਂ ਏਅਰਲਾਈਨ 'ਚ ਬਹਿਣਾ ਹੁੰਦਾ, ਤੁਸੀਂ ਜਾਣਾ ਹੁੰਦਾ ਥਾਂ ਦੇ ਉੱਤੇ, ਜਦੋਂ ਸਕਰੀਨਿੰਗ ਤੁਹਾਡੀ ਹੁੰਦੀ ਆ, ਸਕਰੀਨ ਵਾਲਾ ਕਹਿੰਦਾ ਨਹੀਂ ਜੀ ਪੁਰਾਣੇ ਕਮਰੇ ਚੱਲੋ, ਅਸੀਂ ਤੁਹਾਡੀ ਹੋਰ ਚੈਕਿੰਗ ਕਰਨੀ ਹੈ, ਉਦੋਂ ਤੁਹਾਡੇ ਰਾਈਟਸ ਕਿੱਥੇ ਹੁੰਦੇ ਨੇ? ਔਰ ਇਹ ਗੱਲ ਹੋਏਗੀ, ਇਹ ਗੱਲ ਆ ਰਹੀ ਹੈ ਔਰ ਤੁਹਾਨੂੰ ਅਖੀਰ ਕਹਿਣਾ ਮੰਨਣਾ ਪਵੇਗਾ। ਵੈਕਸੀਨ ਤੁਹਾਡੀ ਚੋਇਸ ਹੈ, ਨਹੀਂ ਲਵਾਉਣਾ ਦੈਟਸ ਫਾਈਨ। ਉਹ ਕਹਿੰਦੇ ਅਸੀਂ ਕੰਮ 'ਤੇ ਨਹੀਂ ਤੁਹਾਨੂੰ ਰੱਖਣਾ, ਤੁਸੀਂ ਰਾਈਟਸ ਵਾਸਤੇ ਆਉਣਾ, ਠੀਕ ਹੈ, ਤੁਸੀਂ ਤੁਰੇ ਫਿਰੇ ਕੋਰਟਾਂ ਦੇ ਵਿੱਚ, ਪਰ ਤੁਹਾਨੂੰ ਕੋਈ ਜੌਬ ਤਾਂ ਨਹੀਂ ਹੋਏਗੀ। ਬਾਕੀ ਲੋਕ ਲਵਾ ਰਹੇ ਨੇ, ਅਨਲੈਸ ਤੁਹਾਨੂੰ ਪ੍ਰੋਬਲਮ ਹੈਗੀ, ਦੈਨ ਇਟਸ ਅ ਡਿਫਰੈਂਟ ਸਟੋਰੀ। ਲਵਾ ਰਹੇ ਨੇ। ਜਿਹੜੀ ਬਿਮਾਰੀ ਨੂੰ ਦੁਨੀਆ ਦੇ ਵਿੱਚੋਂ ਖਤਮ ਕਰਨਾ ਹੋ ਗਿਆ, ਉਹ ਹਰਡ ਮੈਂਟੈਲਿਟੀ ਕਰਨੀ ਪਏਗੀ। ਉਦੋਂ ਬਿਨਾਂ ਬਿਮਾਰੀਆਂ ਜਿਹੜੀਆਂ ਪਹਿਲਾਂ ਵੀ ਖਤਮ ਹੋਈਆਂ ਨੇ, ਚੇਚਕ ਖਤਮ ਹੋਈ ਹੈ, ਜੇ ਪੋਲੀਓ ਖਤਮ ਹੋਇਆ, ਅਜਿਹੀਆਂ ਕੁਛ ਹੋਈਆਂ ਨੇ, ਉਹ ਤਾਂ ਹੋਈਆਂ ਨੇ ਸਾਰਿਆਂ ਦੇ ਉਹਦੇ ਵੈਕਸੀਨ ਲੱਗੇ ਹੋਏ ਆ, ਅਦਰਵਾਈਜ਼ ਬਿਮਾਰੀਆਂ ਖਤਮ ਨਹੀਂ ਹੁੰਦੀਆਂ। ਇਹ ਮੁੜ ਕੇ ਦੁਬਾਰੇ ਫੇਰ ਆਉਣ ਲੱਗੀਆਂ, ਫਿਰ ਤੁਹਾਨੂੰ ਤਾਂ ਇਟਸ ਯੋਰ ਚੋਇਸ। ਬਟ ਵੈਕਸੀਨ ਤੇ ਵੀ ਕਿੰਨਾ ਕੁ ਭਰੋਸਾ ਕੀਤਾ ਜਾਵੇ, ਹੈਲਥ ਕੈਨੇਡਾ ਦੀਆਂ ਗੱਲਾਂ ਤੇ ਵੀ ਕਿੰਨਾ ਕੁ ਭਰੋਸਾ ਕੀਤਾ ਜਾਵੇ। ਸੋ ਹੈਲਥ ਕੈਨੇਡਾ ਦੀ ਉਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਹੈਲਥ ਕੈਨੇਡਾ ਦੇ ਵੱਲੋਂ ਐਸਟਰਾਜ਼ੈਨੇਕਾ ਦੀਆਂ ਜਿਹੜੀਆਂ ਦਵਾਈਆਂ ਵੈਕਸੀਨਸ ਅੱਜ ਪੂਰੀਆਂ ਮਿਆਦ ਪੁੱਗਣ ਵਾਲੀ ਸੀ, ਐਕਸਪਾਇਰ ਹੋਣ ਲੱਗੀਆਂ ਸੀ, ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਆ 1 ਮਹੀਨੇ ਲਈ ਵਧਾ ਦਿੱਤੀ ਗਈ ਹੈ। ਸਰ ਹੈਲਥ ਕੈਨੇਡਾ ਨੇ ਅਜਿਹਾ ਕਦਮ ਕਿਉਂ ਚੁੱਕਿਆ? ਇਟਸ ਅ ਵੈਰੀ ਗੁੱਡ ਕੁਐਸਚਨ ਐਂਡ ਇਹ ਜਾਇਜ਼ ਕੁਐਸਚਨ ਹੈ ਕਿ 1 ਤਰੀਕ ਤੋਂ ਪਹਿਲਾਂ ਤਾਂ ਹਫ਼ਤਾ ਪਹਿਲਾਂ ਇਹ ਗੱਲ ਆ ਰਹੀ ਸੀਗੀ, ਤਾਂ ਹੀ ਜਿਹੜੀ ਸਾਡੀ ਸਰਕਾਰਾਂ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਉਹਨਾਂ ਨੇ ਜ਼ੋਰ ਲਾਇਆ ਸੀ ਛੇਤੀ ਕਰੋ ਲਾਓ, ਠੀਕ ਹੈ ਨਾ, ਔਰ ਜ਼ੋਰ ਲੱਗਿਆ ਵੀ ਹੈ। ਤੇ 2 ਦਿਨ ਪਹਿਲਾਂ ਹੈਲਥ ਕੈਨੇਡਾ ਕਹਿੰਦਾ ਨਹੀਂ ਉਹ ਠੀਕ ਹੈ। ਕਿਉਂ ਰੀਜ਼ਨ ਹੈ? ਦਿਸ ਇਜ਼ ਓਨਲੀ ਵਿਦ ਐਸਟਰਾਜ਼ੈਨੇਕਾ। ਫਸਟ ਆਫ ਆਲ ਜਿਹੜੀ ਐਸਟਰਾਜ਼ੈਨੇਕਾ ਹੈਗੀ ਆ, ਇਹੀ ਜਿਹੜੇ ਡਰੱਗ ਸਟੋਰਸ ਆ ਇਹ ਜਿਹੀਆਂ ਥਾਵਾਂ 'ਤੇ ਸਪਲਾਈ ਕੀਤੀ ਗਈ ਆ, ਫਾਈਜ਼ਰ ਮੋਡਰਨਾ ਨਹੀਂ ਕੀਤੀਆਂ ਗਈਆਂ। ਕਿਉਂ? ਫਾਈਜ਼ਰ ਐਂਡ ਮੋਡਰਨਾ ਦੀ ਜਿਹੜੀ ਹੈਗੀ ਆ ਸਟੋਰੇਜ ਹੈ, ਉਹ ਔਖੀ ਹੈ। ਉਹ ਜਿਹੜੀ ਸਟੋਰੇਜ ਆ ਆਮ ਕਮਰਸ਼ੀਅਲ ਥਾਂ ਨਹੀਂ ਕਰ ਸਕਦੀ। ਉਹ ਐਕਸਟਰਾ ਥਾਵਾਂ ਚਾਹੀਦੀਆਂ ਨੇ, ਵੱਡੀਆਂ ਥਾਵਾਂ ਚਾਹੀਦੀਆਂ ਨੇ, ਜ਼ਿਆਦਾ ਠੰਡੇ ਫਰੀਜ਼ਰ ਚਾਹੀਦੇ ਨੇ ਜਿੱਥੇ ਕਿ ਉਹ ਸਟੋਰ ਕੀਤਾ ਜਾ ਸਕਦਾ। ਸੋ ਦੇਰ ਇਜ਼ ਨੋ ਪ੍ਰੋਬਲਮ ਫॉर ਫਾਈਜ਼ਰ ਐਂਡ ਮੋਡਰਨਾ। ਨਾ ਰਹਿ ਗਿਆ ਐਸਟਰਾਜ਼ੈਨੇਕਾ। ਐਸਟਰਾਜ਼ੈਨੇਕਾ ਨਾਰਮਲ ਟੈਂਪਰੇਚਰ 'ਤੇ ਕੀਤੀ ਜਾ ਸਕਦੀ ਹੈ। ਨਾਰਮਲ ਟੈਂਪਰੇਚਰ 'ਤੇ ਕਦੋਂ ਕੀਤੀ ਜਾ ਸਕਦੀ ਹੈ? ਉਹ ਪਹਿਲਾਂ ਉਹ ਵੀ ਫਰੀਜ਼ ਕੀਤੀ ਹੋਈ ਹੈ। ਜਦੋਂ ਫਰੀਜ਼ ਕੀਤੀ ਹੋਈ ਹੈ, ਫਰੀਜ਼ ਖੋਲ੍ਹਣ ਤੋਂ ਬਾਅਦ ਉਹ ਕਿੰਨਾ ਚਿਰ ਸਰਵਾਈਵ ਕਰਦੀ ਹੈ, ਕਿਉਂਕਿ ਇਟਸ ਅ ਲਿਵਿੰਗ ਥਿੰਗ, ਜਿਉਂਦੀ ਚੀਜ਼ ਆ ਉਹਦੇ ਵਿੱਚ, ਜਿਹੜਾ ਉਹ ਐਂਟੀਵਾਇਰਸ ਵਿੱਚ ਉਹਦੇ ਬਿਲਕੁਲ ਵਾਇਰਸ ਆ ਉਹਦੇ ਵਿੱਚ, ਠੀਕ ਹੈ ਨਾ। ਉਹਦੇ ਵਾਸਤੇ ਫਿਰ ਕੀਤਾ ਕੀ ਗਿਆ? ਜਿਹੜੀ ਹੈਲਥ ਕੈਨੇਡਾ ਹੈ ਉਹ ਜਿਹੜੇ ਡਰੱਗ ਸਟੋਰਸ ਆ ਇਹਨਾਂ ਨੂੰ ਨਹੀਂ ਕੁਛ ਦੱਸਦੀ। ਕਿਉਂ ਦੱਸੇ? ਉਹਨੇ ਆਪ ਦੀ ਗੱਲ ਕਰਨੀ ਹੈ। ਹੈਲਥ ਕੈਨੇਡਾ ਨੇ ਜਿੰਨਾ ਕੁ ਮੈਨੂੰ ਇਸ ਗੱਲ ਮਾਮਲੇ 'ਚ ਪਤਾ ਲੱਗਿਆ, ਐਂਡ ਜਿਹੜੀ ਮੈਂ ਗੱਲ ਕਰ ਰਿਹਾ ਕਿਸੇ ਪਾਏਦਾਰ ਲੋਕਾਂ ਤੋਂ ਨੌਲੇਜ ਲੈ ਕੇ ਕਰ ਰਿਹਾ, ਹੈਲਥ ਕੈਨੇਡਾ ਨੇ
ਸਟੋਰੇਜ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਆਲਰੇਡੀ ਉਹਨਾਂ ਦੇ ਵਿੱਚ ਹੋਈ ਐਸਟਰਾਜ਼ੈਨਕਾ ਸਟੋਰੇਜ ਕੀਤਾ ਹੋਇਆ। ਜਦੋਂ ਉੱਥੋਂ ਰਿਲੀਜ਼ ਕੀਤਾ ਜਾਂਦਾ ਤਾਂ ਉਹਨੇ ਟਾਈਮ ਦੇ ਵਿੱਚ ਉਹ ਵਰਤਣਾ ਹੁੰਦਾ, ਉਹ ਵੀ ਮੇਰੇ ਖਿਆਲ ਹੁਣ ਤਕਰੀਬਨ ਮਹੀਨਾ ਹੈਗਾ। ਸੋ ਐਸਟਰਾਜ਼ੈਨਕਾ ਦੀਆਂ ਜਿਹੜੀਆਂ ਸਟੋਰੇਜ ਵਿੱਚ ਰੱਖੀਆਂ ਹੈਲਥ ਕੈਨੇਡਾ ਦੇ ਕੋਲ ਸੀਗੀਆਂ ਉਹ ਆਲਰੇਡੀ ਹੁਣ ਉਹ ਰਿਲੀਜ਼ ਕੀਤੀਆਂ ਨੇ। ਇਹ ਨਹੀਂ ਹੈ ਹੈਲਥ ਕੈਨੇਡਾ ਨੇ ਕਹਤਾ ਉੱਤੇ ਸਟੈਂਪ ਲਾਤੀ ਨਹੀਂ ਜੀ ਇਹ ਠੀਕ ਹੈ, ਨੋ ਨੋ ਨੋ, ਉਹ ਅਜੇ ਵੀ ਜਿਉਂਦਾ, ਅਜੇ ਵੀ ਠੀਕ ਆ, ਅਜੇ ਵੀ ਉਹ ਕੰਮ ਕਰੇਗਾ ਕਿਉਂਕਿ ਉਹਦੀ ਸਟੋਰੇਜ ਫੈਸਿਲਿਟੀਜ਼ ਹੋਰ ਸੀਗੀਆਂ, ਉਹ ਰਿਲੀਜ਼ ਹੁਣ ਕੀਤੀਆਂ ਗਈਆਂ, ਇਸ ਕਰਕੇ ਡਰਨ ਦੀ ਲੋੜ ਨਹੀਂ ਹੈ। ਫਿਰ ਜਿਹੜਾ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਸ਼ੁਰੂਆਤ ਹੋ ਰਹੀ ਸੀ, ਆਪਾਂ ਗੱਲਬਾਤ ਕਰ ਰਹੇ ਸੀ, ਉਦੋਂ ਇਹ ਵੀ ਸਵਾਲ ਉੱਠਿਆ ਗਿਆ ਸੀ ਕਿ ਜਿਹੜੀਆਂ ਬਾਕੀ ਦੀਆਂ ਦਵਾਈਆਂ ਹੁੰਦੀਆਂ ਨੇ ਫਿਰ ਉਹਨਾਂ ਦੀ ਕੀ ਇੱਦਾਂ ਐਕਸਪਾਇਰੀ ਡੇਟ ਵਧਾਈ ਜਾ ਸਕਦੀ ਹੈ? ਯੂ ਆਰ ਰਾਈਟ। ਵੈਕਸੀਨ ਐਂਡ ਟੈਬਲੇਟਸ ਦੇ ਆਰ ਟੂ ਡਿਫਰੈਂਟ ਥਿੰਗਸ। ਜਿਹੜੀ ਹੁਣ ਟਾਈਲਨੋਲ ਜੇ ਐਕਸਪਾਇਰ ਹੋ ਜਾਂਦੀ ਹੈ, ਜਿਹੜੇ ਆਮ ਡਾਕਟਰਸ ਕਹਿੰਦੇ ਨੇ ਉਹ ਕਹਿੰਦੇ ਜੇ ਐਕਸਪਾਇਰ ਹੋ ਵੀ ਗਈ ਹੈ ਥੋੜੀ ਬਹੁਤੀ, 1 ਮਹੀਨਾ ਲੰਘ ਵੀ ਹੈ ਤਾਂ ਉਹ ਐਡੀ ਗੱਲ ਨਹੀਂ ਹੈ, ਉਹ ਜ਼ਹਿਰ ਨਹੀਂ ਬਣ ਗਈ ਹੈ, ਡਿਪੈਂਡ ਬਣੇ ਕਿਸੇ ਬਹੁਤ ਦੂਰ ਜਾ ਕੇ ਬਣ ਗਈ। ਵੈਕਸੀਨ ਇਜ਼ ਅਲਾਈਵ, ਇਹ ਸਰਟਨ ਸਟੋਰੇਜ ਕਰਨੀ ਪੈਣੀ ਹੈ, ਉਸ ਕੰਡੀਸ਼ਨ ਦੇ ਵਿੱਚ ਰੱਖਣਾ ਪੈਣਾ। ਜਦੋਂ ਉਸ ਰੀਜਨ ਦਾ ਸਟੇਜ ਤੋਂ ਬਾਹਰ ਆ ਗਿਆ ਤਾਂ ਵੈਕਸੀਨ ਨੇ ਖਤਮ ਹੋ ਜਾਣਾ। ਇਸ ਕਰਕੇ ਵੈਕਸੀਨ ਤੇ ਗੋਲੀਆਂ ਦਾ ਫਰਕ। ਆਪਾਂ ਗੱਲ ਕਰ ਰਹੇ ਸੀ ਲਾਸਟ ਟਾਈਮ, ਆਪਾਂ ਨੂੰ ਕਈ ਵਾਰੀ ਕਾਲਰਸ ਨੇ ਵੀ ਕਾਲ ਕੀਤੀ ਹੈ ਕਿ ਸਾਨੂੰ ਫਸਟ ਡੋਜ਼ ਜਿਹੜੀ ਆ ਉਹ ਐਸਟਰਾਜ਼ੈਨਕਾ ਵੈਕਸੀਨ ਦੀ ਲੱਗੀ ਹੈ ਤੇ ਦੂਸਰੀ ਡੋਜ਼ ਸਾਨੂੰ ਕਿਹੜੀ ਲੱਗੇਗੀ। ਸੋ ਹਾਲਾਂਕਿ ਇਹਦੇ ਉੱਤੇ ਹੈਲਥ ਕੈਨੇਡਾ ਦੀ ਹਜੇ ਕੋਈ ਗੱਲਬਾਤ ਨਹੀਂ ਆਈ ਸੀ, ਪਰ ਇਸ ਵਕਤ ਮੈਨੀਟੋਬਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ। ਸੋ ਆਉਣ ਵਾਲੇ ਸਮੇਂ ਵਿੱਚ ਇਹਦੇ ਉੱਤੇ ਜਿਹੜਾ ਡਿਸੀਜਨ ਲਿਆ ਜਾ ਸਕਦਾ, ਇਹ ਉੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਨੂੰ ਉੱਥੇ ਪਹਿਲੀ ਡੋਜ਼ ਐਸਟਰਾਜ਼ੈਨਕਾ ਦੀ ਮਿਲੀ ਸੀ ਉਹਨਾਂ ਨੂੰ ਦੂਸਰੀ ਡੋਜ਼ ਮੋਡਰਨਾ ਜਾਂ ਫਾਈਜ਼ਰ ਦੀ ਮਿਲ ਸਕਦੀ ਹੈ। ਸਰ ਇਹ ਵਾਕਈ ਸੱਚ ਹੈ? ਹਾਂ ਤਰਨ, ਇਹ ਹੁਣ ਤੱਕ ਇਹਦੇ ਤੇ ਖੋਜ ਹੋ ਰਹੀ ਹੈ, ਇਹਦੇ ਤੇ ਕਿਸੇ ਨੇ ਫੈਸਲਾ ਨਹੀਂ ਕੀਤਾ। ਸਭ ਤੋਂ ਪਹਿਲੀ ਖੋਜ ਸਭ ਤੋਂ ਸ਼ੁਰੂ ਕਿੱਥੇ ਹੋਈ ਹੈ? ਇਹ ਇੰਗਲੈਂਡ 'ਚ ਹੋਈ ਹੈ ਸ਼ੁਰੂ। ਇੰਗਲੈਂਡ ਆਲਰੇਡੀ ਇਸ ਗੱਲ ਨੂੰ ਕਰ ਰਿਹਾ, ਪਰ ਇੰਗਲੈਂਡ ਨੇ ਹਜੇ ਤੱਕ ਅਪਰੂਵ ਨਹੀਂ ਕੀਤਾ। ਇਨੀਸ਼ੀਅਲ ਰਿਜ਼ਲਟਸ ਇਹ ਨੇ ਕਿ ਇਹ ਵਰਕਸ ਬੈਟਰ, ਐਕਚੁਅਲੀ ਤੁਹਾਡਾ ਇਮਿਊਨ ਸਿਸਟਮ ਬੈਟਰ ਹੁੰਦਾ ਜੇ ਤੁਸੀਂ 2 ਬਦਲ ਕੇ ਲਾਉਣੇ ਹੈਗੇ ਹੋ। ਅਪਰੂਵ ਕਿਤੇ ਵੀ ਹੈ ਨਹੀਂਗਾ। ਮੈਨੀਟੋਬਾ ਨੇ ਉਸੇ ਬੇਸ ਦੇ ਉੱਤੇ ਗੱਲ ਕੀਤੀ ਵੀ ਸ਼ਾਇਦ 100% ਨਹੀਂ ਹੈ, ਸ਼ਾਇਦ ਦੂਸਰਾ ਤੁਹਾਨੂੰ ਵੈਕਸੀਨ, ਕਿਉਂਕਿ ਐਸਟਰਾਜ਼ੈਨਕਾ ਤਾਂ ਹੁਣ ਪਹਿਲੀ ਡੋਜ਼ ਤਾਂ ਐਸਟਰਾਜ਼ੈਨਕਾ ਦੀ ਮਿਲ ਹੀ ਨਹੀਂ ਰਹੀ, ਇਹ ਆਪਣੇ ਕੈਨੇਡਾ 'ਚ ਬੰਦ ਕਰ ਦਿੱਤੀ ਗਈ ਹੈ। ਸੈਕੰਡ ਡੋਜ਼ ਹੋਏਗੀ ਐਸਟਰਾਜ਼ੈਨਕਾ ਦੀ, ਔਰ ਜੇ ਸ਼ਾਇਦ ਚਾਂਸਸ ਇਹ ਹੈ ਕਿ ਜੇ ਅਪਰੂਵ ਹੋ ਗਿਆ, ਓਕੇ, ਸਾਡੀ ਕੈਨੇਡਾ ਦੇ ਵਿੱਚ ਵੀ ਸਾਡੀ ਸਰਕਾਰ ਇਸ ਉੱਤੇ ਆਲਰੇਡੀ ਖੋਜ ਕਰ ਰਹੀ ਹੈ, ਜਿਹੜੀ ਦੋਨੇ ਅੱਡ ਦੇ ਉੱਤੇ ਕੀਤੀ ਜਾ ਰਹੀ ਹੈ। ਜੇ ਅਪਰੂਵ ਹੋ ਜਾਂਦੀ ਹੈ ਤਾਂ ਦੈਟ ਵਿਲ ਬੀ ਅਲਾਉਡ। ਕੁਝ ਸਮਾਂ ਪਹਿਲਾਂ ਆਪਾਂ ਇਹ ਖਬਰ ਵੀ ਡਿਸਕਸ ਕੀਤੀ ਸੀ ਕਿ ਕੈਨੇਡਾ ਸਰਕਾਰ ਨੇ ਐਸਟਰਾਜ਼ੈਨਕਾ ਦੀਆਂ ਵੈਕਸੀਨ ਜਿਹੜੀਆਂ ਨੇ ਹੋਰ ਲਗਾਉਣੀਆਂ ਬੰਦ ਕਰ ਦਿੱਤੀਆਂ ਸੀ ਤਾਂ ਕਿ ਜਿਨ੍ਹਾਂ ਨੂੰ ਪਹਿਲੀ ਡੋਜ਼ ਮਿਲੀ ਆ ਸੈਕੰਡ ਵੀ ਉਹਨਾਂ ਨੂੰ ਐਸਟਰਾਜ਼ੈਨਕਾ ਦੀ ਮਿਲ ਸਕੇ। ਸੋ ਹੁਣ ਇਹ ਸੋਚਿਆ ਜਾ ਰਿਹਾ ਕਿ ਸ਼ਾਇਦ ਦੂਸਰੀ ਡੋਜ਼ ਬਦਲ ਕੇ ਦਿੱਤੀ ਜਾ ਸਕਦੀ ਆ। ਤੇ ਸਰ ਜਿਨ੍ਹਾਂ ਨੂੰ ਇਸ ਵਕਤ ਵੈਕਸੀਨ ਲੱਗ ਰਹੀ ਆ ਉਹ ਵੀ ਇਸ ਵਕਤ ਇਸੇ ਸਵਾਲ ਦੇ ਵਿੱਚ ਨੇ ਕਿ ਉਹਨਾਂ ਨੂੰ ਵੈਕਸੀਨ ਕਿਹੜੀ ਲਗਾਉਣੀ ਚਾਹੀਦੀ ਹੈ। ਉੱਥੇ ਜਾ ਕੇ ਕੀ ਉਹ ਮਨਾ ਕਰ ਸਕਦੇ ਨੇ ਵੈਕਸੀਨ ਲਗਵਾਉਣ ਦੇ ਲਈ? ਐਸਟਰਾਜ਼ੈਨਕਾ ਨੂੰ ਲੈ ਕੇ ਲੋਕਾਂ 'ਚ ਕਾਫੀ ਜ਼ਿਆਦਾ ਇਸ ਵਕਤ ਕੁਐਸਚਨਸ ਪੈਦਾ ਹੋ ਰਹੇ ਨੇ ਦਿਮਾਗ। ਜਿਹੜੀ ਐਸਟਰਾਜ਼ੈਨਕਾ ਦੀ ਸੈਕੰਡ ਡੋਜ਼ ਦਾ ਇਹ ਹੁਣ ਤੱਕ ਕਿਸੇ ਦਾ ਕੇਸ ਨਹੀਂ ਆਇਆ ਕਿ ਉਹਨਾਂ ਨੂੰ ਕਲੌਟ ਹੋਇਆ। ਐਸਟਰਾਜ਼ੈਨਕਾ ਦੀ ਜੇ ਕੋਈ ਪ੍ਰੋਬਲਮ ਆਈ ਹੈ ਤਾਂ ਫਰਸਟ ਡੋਜ਼ ਤੋਂ ਬਾਅਦ ਆਈ ਹੈਗੀ ਹੈ, ਸੈਕੰਡ ਡੋਜ਼ ਦੀ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਸੋ ਸੈਕੰਡ ਡੋਜ਼ ਜਿੰਨਿਆਂ ਦੇ ਫਰਸਟ ਡੋਜ਼ ਲੱਗੀ ਹੈ ਉਨੀ ਮੋਰ ਦੈਨ ਦੈਟ ਸਾਡੇ ਕੰਟਰੀ ਦੇ ਕੋਲੇ ਹੈਗੀ ਹੈ ਜਿਹੜੀ ਕਿ ਉਹਨਾਂ ਨੂੰ ਸੈਕੰਡ ਡੋਜ਼ ਐਸਟਰਾਜ਼ੈਨਕਾ ਦੀ ਲਾਈ ਜਾ ਸਕੇ। ਪਰ ਮੈਨੀਟੋਬਾ 'ਚ ਇਸ ਵਕਤ ਹਾਲਾਤਾਂ ਦੀ ਗੱਲ ਕਰੀਏ, ਮੈਨੀਟੋਬਾ ਵਾਸੀਓ ਸਾਵਧਾਨ ਹੋ ਜਾਓ, ਹਾਲਾਤ ਉੱਥੇ ਕਾਫੀ ਜ਼ਿਆਦਾ ਖਰਾਬ ਹੋ ਰਹੇ ਨੇ, ICUs ਫੁੱਲ ਜਾ ਰਹੇ ਨੇ। ਬਿਲਕੁਲ, ਇਸ ਵੇਲੇ ਮੈਨੀਟੋਬਾ ਦੀ ਹਾਲਤ ਬਹੁਤ ਮਾੜੀ ਹੈ ਜੀ। ਖਿਆਲ ਰੱਖੋ, ਅਸੀਂ ਪਿਛਲੇ ਹਫ਼ਤੇ ਵੀ ਇਹ ਗੱਲ ਕੀਤੀ ਸੀ ਕਿ ਇਕੱਲਾ ਹੁਣ ਮੈਨੀਟੋਬਾ ਇੱਕ ਐਸਾ ਸੂਬਾ ਹੈਗਾ ਜਿੱਥੇ ਕਿ ਇਹ ਹਾਲਾਤ ਬਣਦੇ ਜਾ ਰਹੇ ਨੇ, ਔਰ ਮੈਨੀਟੋਬਾ ਨੇ ਜਿਹੜੀਆਂ ਤੁਹਾਡੀਆਂ ਜਿਹੜੇ ਲਾਕਡਾਊਨ ਸੀਗੇ ਉਹ ਵੀ ਐਕਸਟੈਂਡ ਹੋਏ ਹੋਏ ਨੇ, ਔਰ ਤੁਹਾਨੂੰ ਇਸ ਗੱਲ ਦਾ ਖਿਆਲ ਰੱਖਣਾ ਪਏਗਾ ਕਿਤੇ ਇਹ ਨਾ ਹੋਵੇ ਕਿ ਬਾਕੀ ਸਾਰਾ ਕੈਨੇਡਾ ਸੇਫ ਹੋ ਜਾਵੇ, ਇਕੱਲਾ ਤੁਹਾਡਾ ਸੂਬਾ ਨਾ ਬਾਕੀ ਸਾਰੇ ਬੰਦ ਕਰ ਦੇਣ। ਸੋ ਪਲੀਜ਼ ਫੋਲੋ ਦ ਇੰਸਟਰਕਸ਼ਨਸ ਆਫ ਯੂਰ ਗਵਰਨਮੈਂਟ, ਐਂਡ ਜਿੱਥੇ ਵੀ ਵੈਕਸੀਨ ਲੱਗਦਾ ਛੇਤੀ ਤੋਂ ਛੇਤੀ ਤੁਹਾਨੂੰ ਸਭ ਨੂੰ ਲੈਣਾ ਚਾਹੀਦਾ ਜੀ। ਕੈਨੇਡਾ ਗਵਰਨਮੈਂਟ ਦੀ ਗੱਲ ਕਰੀਏ, ਅਕਸਰ ਕੁਝ ਮੁਲਕਾਂ ਨੇ, ਅਸੀਂ ਅੰਡਰ ਡਿਵੈਲਪਡ ਕੰਟਰੀਜ਼ ਕਹਿ ਲਈਏ, ਡਿਵੈਲਪਿੰਗ ਕੰਟਰੀਜ਼ ਕਹਿ ਲਈਏ, ਉਹਨਾਂ ਨੇ ਅਕਸਰ ਇਹ ਗੱਲ ਆਖੀ ਹੈ ਕਿ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਨੇ ਵੈਕਸੀਨ ਦੀ ਇੰਨੀ ਕੁ ਖੇਪ ਆਪਣੇ ਨਾਮ ਕਰ ਰੱਖੀ ਹੈ ਕਿ ਬਾਕੀ ਕੰਟਰੀਜ਼ ਨੂੰ ਨਹੀਂ ਮਿਲ ਪਾ ਰਹੀ ਹੈਗੀ। ਅਜਿਹੇ ਵਿੱਚ ਹੁਣ US ਨੇ ਵੀ ਕਾਫੀ ਹੈਲਪ ਕੀਤੀ ਹੈ, ਕੁਝ ਉਹਨਾਂ ਨੇ ਡੋਜ਼ਸ ਇੰਡੀਆ ਨੂੰ ਵੀ ਦਿੱਤੀਆਂ ਨੇ ਜਿਸ ਤਰੀਕੇ ਉੱਥੇ ਹਾਲਾਤ ਬਣੇ ਹੋਏ ਨੇ। ਉੱਥੇ ਦੂਜੇ ਪਾਸੇ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ, ਤਾਂ ਅੱਜ ਫਿਰ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਕੈਨੇਡਾ ਵਾਸੀਆਂ ਨੂੰ ਕਿਹਾ ਕਿ ਭਾਰਤ ਵਿੱਚ ਜੋ ਹਾਲਾਤ ਬਣੇ ਹੋਏ ਨੇ ਕਰੋਨਾ ਵਾਇਰਸ ਨੂੰ ਲੈ ਕੇ, ਸੋ ਕੈਨੇਡੀਅਨਸ ਨੂੰ ਉਹ ਕਹਿੰਦੇ ਨੇ ਕਿ ਅੱਗੇ ਆ ਕੇ ਭਾਰਤ ਦੇ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਸਰ ਕੀ ਕਹਿਣਾ ਚਾਹੋਗੇ ਇਸ ਜੈਸਚਰ ਦਾ? ਸਰ ਗੱਲ ਆ ਜਿਹੜੇ ਗੁਰੂ ਸਾਹਿਬ ਨੇ ਗੱਲ ਕਹੀ ਹੈ ਉਹ ਸਹੀ ਗੱਲ ਹੈ। ਜੇ ਇੱਕ ਦੇਸ਼ ਤੋਂ ਬੰਦ ਕਰ ਦਿੰਦੇ ਆਪਾਂ ਸ਼ਹਿਰ ਆਪਣਾ ਸਾਫ਼ ਕਰ ਲੈਣਾ, ਠੀਕ ਹੋ ਜਾਂਦਾ, ਬਾਹਰੋਂ ਤਾਂ ਕੋਈ ਆਉਂਦੇ ਜਾਂਦੇ ਰਹਿਣਗੇ।
ਇੱਕ ਦੇਸ਼ ਚੋਂ ਨਹੀਂ ਖਤਮ ਹੋਣਾ, ਇਹ ਸਾਰੀ ਦੁਨੀਆ ਚੋਂ। ਟੂਡੂ ਨੇ ਇਹ ਗੱਲ ਸਹੀ ਕਹੀ ਹੈ ਕਿ ਸਾਰੀ ਦੁਨੀਆ ਚ ਇਹਨੂੰ ਖਤਮ ਕਰਨਾ ਪਵੇਗਾ। ਜੇ ਸਾਰਾ ਦੁਨੀਆ ਖਤਮ ਹੋਗਾ ਤਾਂ ਹੀ ਅਸੀਂ ਟਰੈਵਲ ਕਰਾਂਗੇ, ਤਾਂ ਹੀ ਇੱਕ ਦੂਜੇ ਦੀ ਥਾਵਾਂ ਤੇ ਜਾਵਾਂਗੇ, ਅਦਰਵਾਈਜ਼ ਇਹ ਬਿਮਾਰੀ ਤਾਂ ਆਉਂਦੀ ਜਾਂਦੀ ਰਹੇਗੀ। ਔਰ ਜਿਹੜੇ ਦੂਸਰੇ ਦੇਸ਼ ਨੇ, ਅਸੀਂ 10 ਮਿਲੀਅਨ ਤਾਂ ਪਹਿਲਾਂ 10 ਮਿਲੀਅਨ ਕੋਈ ਬਹੁਤਾ ਵੱਡਾ ਨੰਬਰ ਨਹੀਂ ਹੈ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਭੈਣ ਮੇਰੀ, ਇਹ ਵਧੀਆ ਰਿਹਾ ਤੂੰ ਆ ਗਈ ਹੈ, ਤੇਰੇ ਬਿਨਾ ਜੀ ਨਹੀਂ ਦੀ ਲੱਗਦਾ। ਠੀਕ ਗੱਲ ਸ਼ੁਕਰੀਆ ਜੀ, ਥੈਂਕ ਯੂ ਜੀ, ਕਿੱਥੋਂ ਬੋਲ ਰਹੇ ਹੋ ਜੀ? ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੁਹਾਡੀਆਂ ਦੁਆਵਾਂ ਨਾਲ ਜੀ ਸਿਹਤਯਾਬ ਹੋ ਕੇ ਵਾਪਸ ਆ ਗਏ, ਸ਼ੁਕਰੀਆ। ਤਰਨ ਜਿਹੜੀ ਉਹ ਗੱਲ ਚੱਲਦੀ ਸੀਗੀ ਕਿ ਉਹਨਾਂ ਨੇ ਟੂਡੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਸਹੀ ਕਹੀ ਹੈ। ਹਾਲਾਂਕਿ ਅਸੀਂ ਮਦਦ ਵਾਕੂ ਬਹੁਤ ਵੱਡਾ ਨੰਬਰ ਨਹੀਂ ਹੈ, $10 ਮਿਲੀਅਨ। ਹਾਂ, ਪੀਪੀ ਦਾ ਇਕਵਿਪਮੈਂਟ ਵਸੀ ਭੇਜਿਆ, ਕੁਛ ਹੋਰ ਭੇਜਿਆ, ਇਹ ਕੋਈ ਏਡੀ ਵੱਡੀ ਗੱਲ ਨਹੀਂ, ਹੋਰ ਵੀ ਭੇਜਣ ਨੂੰ ਤਿਆਰ ਹੈ। ਔਰ ਆਪਣੀ ਆਬਾਦੀ ਨਾਲੋਂ 8-8 10-10 ਗੁਣਾ ਜ਼ਿਆਦਾ ਡੋਸਿਸ ਸਟੋਰ ਕਰਨੀਆਂ, ਉਹਨਾਂ ਨੂੰ ਆਰਡਰਸ ਦੇਣੇ, ਇਹ ਕਿੱਥੋਂ ਤੱਕ ਸਹੀ ਹੈ? ਓਕੇ, ਇਹ ਆਈ ਐਗਰੀ ਵਿੱਚ ਵੀ ਇਹ ਕਿੰਨੇ ਤੱਕ ਸਹੀ ਹੈ, ਪਰ ਜਦੋਂ ਤੁਸੀਂ ਪਹਿਲਾਂ ਤੁਸੀਂ ਆਪਦੇ ਘਰ ਬਾਰੇ ਸੋਚਣਾ। ਪਰ ਆਪਣੇ ਘਰ ਦਾ ਜਿਵੇਂ ਆਬਾਦੀ ਹੈਗੀ, ਆਬਾਦੀ ਦੇ ਮੁਤਾਬਿਕ ਤੁਸੀਂ 2 ਗੁਣਾ ਲੈ ਸਕਦੇ ਹੋ, 3 ਗੁਣਾ ਲੈ ਸਕਦੇ ਹੋ, 10-10 ਗੁਣਾ ਤੁਸੀਂ ਪਹਿਲਾਂ ਹੀ ਸਟੋਰ ਕਰਕੇ ਰੱਖ ਰਹੇ ਹੋ। ਇਹਦਾ ਰੀਜ਼ਨ ਇਹ ਹੈ ਕਿ ਸਾਡੇ ਕੋਲੇ ਫੈਸਿਲਿਟੀਜ਼ ਹੈ ਨਹੀਂ, ਅਸੀਂ ਉਹ ਫੈਸਿਲਿਟੀਜ਼ ਕਿਸੇ ਵੇਲੇ ਸੀਗੀਆਂ ਜਿਹੜੀਆਂ ਅਸੀਂ ਖਤਮ ਕਰ ਦਿੱਤੀਆਂ ਨੇ ਵੀ ਅਸੀਂ ਇੱਥੇ ਵੈਕਸੀਨ ਬਣਾ ਸਕੀਏ। ਇੱਕ ਤਾਂ ਗੱਲ ਇਹ ਹੈ, ਹੁਣ ਤੁਸੀਂ ਲੀਡਰ ਹੋ, ਮੈਨੂੰ ਤਾਂ ਦਵਾਈ ਚਾਹੀਦੀ ਹੈ, ਮੈਂ ਤੁਹਾਨੂੰ ਕਹੂੰਗਾ ਤੁਸੀਂ ਕਿਸੇ ਹੋਰ ਦੇਸ਼ਾਂ ਨਾਲ ਸੌਦਾ ਕਰੀ ਬੈਠੇ ਹੋ, ਆਈ ਡੋਂਟ ਗਿਵ ਅ ਡੈਮ, ਮੈਨੂੰ ਦਵਾਈ ਚਾਹੀਦੀ, ਤੁਸੀਂ ਮੈਨੂੰ ਦਵਾਈ ਦਿੰਦੇ ਕਿ ਨਹੀਂ ਦਿੰਦੇ? ਜੇ ਤੁਸੀਂ ਕਹਿੰਦੇ ਮੈਂ ਤਾਂ ਭਾਈ ਦਵਾਈ ਨਹੀਂ ਦੇਣੀ, ਮੈਂ ਤਾਂ ਫਲਾਣੇ ਥਾਂ ਤੇ ਦਿੱਤੀ ਹੈ, ਤੁਹਾਨੂੰ ਤੁਸੀਂ ਵੋਟ ਨਹੀਂ ਲੈਣੀ। ਜੀ, ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂ ਮਰਿੰਦਰ ਜੀ ਤੇ ਤਰਨ ਬੀਬਾ, ਮੈਂ ਹਰਜਾਲ ਸਿੰਘ ਬੋਲ ਰਿਹਾ ਹਾਂ। ਬਸ ਸਤਿ ਸ਼੍ਰੀ ਅਕਾਲ। ਤੁਸੀਂ ਹੁਣੇ ਗੱਲ ਕਰੀ ਸੀ ਆਪਣੇ ਟਰੂਡੋ ਸਾਹਿਬ ਦੀ ਕਿ ਇੰਡੀਆ ਦੀ ਹੈਲਪ ਕਰੋ। ਹਾਂਜੀ, ਟਰੂਡੋ ਸਾਹਿਬ ਇੱਕ ਬਹੁਤ ਵਧੀਆ ਮੁਲਕ ਦੇ ਬਹੁਤ ਵਧੀਆ ਪ੍ਰਧਾਨ ਮੰਤਰੀ ਨੇ, ਬਹੁਤ ਵਧੀਆ ਸੋਚ ਹੈ, ਪਰ ਜੇ ਤੁਸੀਂ ਇੰਡੀਆ ਦੀ ਹੈਲਪ ਕਰਨੀ ਹੈ ਨਾ ਤਾਂ ਉੱਥੇ ਤਾਂ ਉਹ ਬੇਈਮਾਨ ਦਾ ਦੇਸ਼ ਹੈ, ਉੱਥੇ 2-3 ਝੂਠ ਬੋਲਣ ਵਾਲੇ ਤੇ ਬੇਈਮਾਨ ਨੇ। ਇੱਕ ਤਾਂ ਉਹ ਜਿਹਨੂੰ ਤੁਸੀਂ ਕਹਿੰਦੇ ਸਲਵਾਰ ਬਾਬਾ, ਇੱਕ ਭੋਗੀ ਤੇ ਇੱਕ ਮੋਦੀ, ਇਹ ਝੂਠ ਦੀ ਕਿਤੋਂ PhD ਕਰਕੇ ਆਏ ਹੋਏ ਆ, ਇਹਨਾਂ ਦੇ ਪੱਲੇ ਨਹੀਂ ਕੁਛ ਹੈ। ਇਹਨਾਂ ਦੀ ਮਦਦ ਕਰਨੀ ਤਾਂ ਇੱਕ ਲੋਕਾਂ ਦਾ ਬੇਈਮਾਨੀ ਕਰਨੀ ਹੈ। ਜੇ ਮਦਦ ਕਰਨੀ ਹੈ ਉੱਥੇ ਖਾਲਸਾ ਏਡ ਦੀ ਕਰ ਦਿਓ, ਮਦਦ ਕਰਨੀ ਹੈ ਤਾਂ ਦਿੱਲੀ ਗਵਰਨਮੈਂਟ ਨੂੰ ਕੋਈ ਦੇ ਦਿਓ। ਇਹ ਤਾਂ ਜਾ ਕੇ ਬਲੈਕ ਵੇਚ ਕੇ ਲੋਕਾਂ ਨੂੰ ਮਾਰਨ ਦਾ, ਇਹਨਾਂ ਤੇ ਜੀਨੋਸਾਈਡ ਦਾ ਵਰਡ ਨੂੰ ਕੇਸ ਕਰਨਾ ਚਾਹੀਦਾ। ਇਹ ਗੰਦੇ ਬੰਦੇ ਦੀ ਕਾਹਦੀ ਹੈਲਪ ਕਰਨੀ ਹੈ? ਦੇਖੋ, ਸਿਆਸਤ ਨੂੰ ਅਸੀਂ ਆਮ ਲੋਕਾਂ ਨਾਲ ਨਹੀਂ ਜੋੜ ਸਕਦੇ, ਲੋਕਾਂ ਨੂੰ ਮਾਰ ਰਹੇ ਆ, ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਕਿਤੇ। ਜੀ, ਸਿਆਸਤ ਨੂੰ ਆਮ ਲੋਕਾਂ ਨਾਲ ਨਹੀਂ ਜੋੜ ਸਕਦੇ। ਹੈਲਪ ਕਰਨੀ ਚਾਹੀਦੀ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ। ਗੱਲ ਇਹ ਤਰਨ ਕਿ ਜ਼ਰੂਰਤ ਮਦਦ ਜਿਹੜੀ ਕਰਨੀ ਹੈ, ਕੁਛ ਇੱਕ ਬੰਦਿਆਂ ਨੂੰ ਛੱਡ ਕੇ ਜਾਂ ਕੁਛ ਵੀ ਹੈਗਾ, ਮਦਦ ਤਾਂ ਲੋਕਾਈ ਦੀ ਕਰਨੀ ਹੈ, ਆਪਣੇ ਬਿਹਾਫ ਤੇ ਕੀਤੀ ਜਾ ਸਕਦੀ ਹੈ। ਜ਼ਰੂਰੀ ਨਹੀਂ ਉੱਥੇ ਕਿਸੇ ਆਰਗੇਨਾਈਜੇਸ਼ਨ ਨੂੰ ਹੀ ਡੋਨੇਟ ਕਰਨਾ ਹੈ, ਤੁਸੀਂ ਆਪਣੇ ਬਿਹਾਫ ਤੇ ਆਪਣੀ ਫੈਮਿਲੀਜ਼ ਨਾਲ ਸੰਪਰਕ ਕਰੋ, ਜਿਹੜੇ ਉੱਥੇ ਲੋੜੀਂਦੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਭੇਜੋ। ਬਹੁਤ ਸਾਰੇ ਲੋਕਾਂ ਨੇ ਇੱਥੇ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਕੇ ਐਮਾਜ਼ਨ ਦੇ ਜ਼ਰੀਏ ਜਾਂ ਹੋਰ ਚੀਜ਼ਾਂ ਦੇ ਜ਼ਰੀਏ ਜਿਹੜੇ ਆਕਸੀਜਨ ਕਨਸੈਂਟਰੇਟਰਸ ਭੇਜੇ ਨੇ, ਸਿਲੰਡਰਸ ਉੱਥੇ ਭੇਜੇ ਨੇ। ਪਿੰਡਾਂ ਨੂੰ ਹਰੇਕ ਲੋਕਾਂ ਨੇ ਆਪਦੀ ਕੋਸ਼ਿਸ਼ ਕੀਤੀ, ਆਪਦੇ ਪਿੰਡ ਨੂੰ ਭੇਜਿਆ ਹੈਗਾ। ਔਰ ਜੇ ਇਸ ਬੇਸ ਦੇ ਉੱਤੇ ਕੀਤਾ ਜਾ ਸਕਦਾ, ਕੋਈ ਐਸੀ ਗੱਲ ਨਹੀਂ। ਜਿਹੜੀਆਂ ਸਰਕਾਰਾਂ ਵੀ ਨੇ, ਕੋਈ ਇਹ ਨਹੀਂ ਹੈ ਕਿ 100% ਹੀ ਬੇਈਮਾਨ ਹੈ, ਉਹ ਸਰਕਾਰਾਂ ਕੰਮ ਕਰ ਰਹੀਆਂ ਤਾਂ ਹੀ ਇਹ ਡਿਸਟ੍ਰੀਬਿਊਸ਼ਨ ਹੋ ਰਹੀ ਹੈ, ਤਾਂ ਹੀ ਇਹ ਜਿਹਾ ਕੁਝ ਹੋ ਰਿਹਾ। ਜੇ ਹੁਣ ਕੇਸਿਸ ਘਟਣ ਲੱਗੇ ਹੋਏ, ਸਰਕਾਰ ਕੋਈ ਕੰਮ ਕਰ ਰਹੀ ਹੈ ਤਾਂ ਹੀ ਹੋ ਰਹੀ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਕਿਹੜੇ ਲੈਵਲ ਤੱਕ ਕਰ ਰਹੀ ਹੈ, ਕਿੱਥੇ ਤੱਕ ਹੋ ਰਿਹਾ ਹੈਗਾ ਬਟ ਕੇਸਿਸ, ਸੌਰੀ ਮੈਂ ਤੁਹਾਨੂੰ ਇੱਥੇ ਇੰਟਰਰਪਟ ਕਰ ਰਹੀ ਹਾਂ, ਕੇਸਿਸ ਘਟ ਰਹੇ ਨੇ ਤੇ ਇੱਕ ਹੀ ਕੇਸਿਸ ਵਾਕਈ ਘਟ ਰਹੇ ਨੇ ਜਾਂ ਫਿਰ ਇਹਨੂੰ ਬਲੈਕ ਫੰਗਸ ਦਾ ਹੁਣ ਨਾਮ ਦਿੱਤਾ ਜਾ ਰਿਹਾ? ਬਲੈਕ ਫੰਗਸ ਇਜ਼ ਅ ਡਿਫਰੈਂਟ, ਜਿਹੜੀ ਇਹ ਕੋਵਿਡ ਇਜ਼ ਦੋਨੇ ਸੈਪਰੇਟ ਚੀਜ਼ਾਂ ਨੇ, ਪਰ ਬਲੈਕ ਫੰਗਸ ਹੋ ਕਿਉਂ ਰਹੀ ਹੈ? ਕੋਵਿਡ ਕਰਕੇ ਹੋ ਰਹੀ ਹੈ। ਕੋਵਿਡ ਦੀਆਂ ਜਿਹੜੀਆਂ ਦਵਾਈਆਂ ਲਈਆਂ ਜਾ ਰਹੀਆਂ ਨੇ, ਸਟੀਰੋਇਡਸ ਲਏ ਜਾਣੇ ਨੇ, ਉਹਦੇ ਕਰਕੇ ਬਲੈਕ ਫੰਗਸ ਜ਼ਿਆਦਾ ਸ਼ੁਰੂ ਹੋ ਰਹੀ ਹੈ। ਬਲੈਕ ਫੰਗਸ ਹੈ ਵੀ ਕਿੱਥੇ ਆ? ਨੱਕ ਦੇ ਵਿੱਚ, ਸਾਡੇ ਸਾਈਨਸਸ ਦੇ ਵਿੱਚ ਹੈਗੀ ਹੈ, ਔਰ ਉਹ ਸੱਚੀ ਉੱਲੀ ਆ। ਉਹਦੀਆਂ ਸਰਟਨ ਕੰਡੀਸ਼ਨਸ ਨੇ ਹੋਣ ਵਾਸਤੇ ਤੁਹਾਨੂੰ ਸਲਾਬ ਚਾਹੀਦੀ ਹੈ, ਗਰਮੀ ਚਾਹੀਦੀ ਹੈ। ਇਸ ਵੇਲੇ ਇੰਡੀਆ 'ਚ ਉਹ ਕੁਛ ਹੋ ਰਿਹਾ ਹੈਗਾ। ਅੱਛਾ, ਇਹ ਜਿਹੜੀ ਫੰਗਸ ਹੈ, ਇਹ ਇਟਸ ਜਸਟ ਲਾਈਕ, ਮੈਂ ਸ਼ਬਦ ਵਰਤਣ ਲੱਗਿਆ 100% ਨਾ ਵਰਤੇ ਇਸ ਗੱਲ ਨੂੰ, ਇਟ ਜਸਟ ਲਾਈਕ ਕੈਂਸਰ। ਰੀਜ਼ਨ, ਜਦੋਂ ਕੈਂਸਰ ਦਾ ਅਸੀਂ ਇਲਾਜ ਕਰਦੇ ਹਾਂ ਤਾਂ ਅਸੀਂ ਅੰਦਰ ਸੈਲਸ ਮਾਰਦੇ ਹਾਂ, ਜਿਹੜੀ ਵੀ ਕੋਈ ਦਵਾਈ ਲੈਂਦੇ ਹਾਂ ਉਹ ਸੈਲਸ ਮਾਰਦੀ ਹੈ, ਜਿਹੜੇ ਮਾੜੇ ਸੈਲਸ ਹੈ। ਪਰ ਮਾੜੇ ਸੈਲਸ ਦੇ ਨਾਲ ਤਰਨ ਚੰਗੇ ਸੈਲਸ ਵੀ ਮਰਦੇ ਆ। ਇਹ ਬੜੀ ਵੱਡੀ ਪ੍ਰੋਬਲਮ ਹੈ ਕੈਂਸਰ ਦੀ। ਜਿਹੜੇ ਸੈਲਸ ਮਰਦੇ ਆ, ਜਿਉਂਦੇ ਸੈੱਲ ਆ, ਉਹ ਸੈਲਸ ਮਰਦੇ ਆ। ਫੰਗਸ ਸੇਮ ਹੈ। ਜਦੋਂ ਤੁਸੀਂ ਫੰਗਸ ਦਾ ਇਲਾਜ ਕਰਨਾ, ਜਿਉਂਦੇ ਸੈਲਸ ਮਾਰਨੇ ਆ, ਤੁਹਾਡੇ ਜਿਹੜੇ ਚੰਗੇ ਸੈਲਸ ਆ ਉਹ ਵੀ ਮਾਰਨੇ ਆ। ਔਰ ਇਹ ਆਉਂਦੀ ਇਹ ਦਿਮਾਗ ਤੱਕ ਚਲੀ ਜਾਂਦੀ ਹੈ, ਇਸੇ ਕਰਕੇ ਡੈਥ ਹੋਈਆਂ ਨੇ। ਸੋ ਇਹ ਬੜੀ ਡੇਂਜਰਸ ਹੈਗੀ ਚੀਜ਼ ਹੈਗੀ ਆ।
ਇਹਦਾ ਸਾਨੂੰ ਬਹੁਤ ਖਿਆਲ ਰੱਖਣਾ ਪਵੇਗਾ ਜਿਹੜੀ ਬਲੈਕ ਫੰਗਸ ਹੈਗੀ। ਬਿਲਕੁਲ ਸਰ, ਆਪਾਂ ਗੱਲਬਾਤ ਕਰ ਰਹੇ ਸੀ ਜਿਹੜੀ ਉੱਥੇ ਸਟੋਰੇਜ ਹੋ ਰਹੀ ਹੈ ਵੈਕਸੀਨ ਦੀ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਮਰੀਕ ਸਿੰਘ ਬੋਲਦਾ ਜੀ, ਬੁਰਲੇਪੁਰ ਬਰੰਪਟਨ ਤੋਂ। ਹਾਂਜੀ ਜਨਾਬ, ਵੈਲਕਮ। ਸਾਰੀ ਜਿਹੜੀ ਗੱਲ ਚੱਲਦੀ ਹੈ ਨਾ ਵੀ ਇੰਡੀਆ 'ਚ ਕੇਸ ਘਟ ਰਹੇ ਨੇ, ਹਾਂਜੀ, ਉਹ ਜਿਹੜੀਆਂ ਖਬਰਾਂ ਨੇ ਉਹਨਾਂ ਨਾਲ ਸਹਿਮਤ ਵੀ ਹੋ ਸਕਦੇ ਆ, ਨਹੀਂ ਵੀ ਸਹਿਮਤ ਹੋ ਸਕਦੇ, ਪਰ ਜਿਹੜਾ ਗਰਾਊਂਡ ਵਰਕ ਹੈ, ਜਿੰਨੇ ਉੱਥੇ ਪਿੰਡਾਂ 'ਚ ਰਿਸ਼ਤੇਦਾਰੀਆਂ ਨੇ, ਜਿੱਥੇ ਅਸੀਂ ਹਰ ਰੋਜ਼ ਫੋਨ ਕਰਦੇ, ਹਰ ਇੱਕ ਪਿੰਡ 'ਚ ਕੇਸ ਵੱਧ ਰਹੇ ਆ। ਅੱਛਾ ਜੀ। ਅੱਗੇ ਪਿੰਡ ਇਹਨਾਂ ਗੱਲਾਂ ਤੋਂ ਬਚੇ ਹੋਏ, ਚਾਹੇ ਕਿਸੇ ਵੀ ਪਿੰਡ 'ਚ ਲੈ ਲਓ, ਹਾਂਜੀ, ਖਬਰ ਇਹੀ ਆ ਰਹੀ ਹੈ ਵੀ 2 ਵਾਰਨ 3 ਵਾਰ 4 ਵਾਰਨ ਇੱਕ ਬੈੱਡ ਦਾ 30-40 ਹਜ਼ਾਰ ਇੱਕ ਡੇ ਦਾ ਲਿਆ ਜਾ ਰਿਹਾ। ਓਕੇ ਜੀ, ਥੈਂਕ ਯੂ ਜੀ, ਥੈਂਕਸ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ, ਬਹੁਤ ਬਹੁਤ ਧੰਨਵਾਦ। ਸਰ ਯੈਸ, ਇਟ ਕੈਨ ਬੀ ਈਦਰ। ਕੋਈ ਵੀ ਇਨਫੋਰਮੇਸ਼ਨ ਜਿਹੜੀ ਆਪਾਂ ਮੋਸਟਲੀ ਉਹੀ ਹੈ ਜੋ ਕੁਛ ਆਪਾਂ ਆਪਣੇ ਤੱਕ ਨਿਊਜ਼ ਆਉਂਦੀਆਂ ਨੇ, ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਤੱਕ ਆਉਂਦੀ ਹੈ ਜਿੰਨੀ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਅਸੀਂ ਕਰਦੇ ਹਾਂ। ਬਿਲਕੁਲ ਸਰ, ਆਪਾਂ ਗੱਲ ਕਰ ਸੀ ਜਿਹੜੀ ਵੈਕਸੀਨ ਸਟੋਰ ਕਰਨ ਦੀ ਗੱਲ ਹੋ ਰਹੀ ਸੀਗੀ ਕਿ ਬਾਕੀ ਮੁਲਕ ਇਲਜ਼ਾਮ ਲਗਾ ਰਹੇ ਨੇ, ਸੋ ਕਿੰਨਾ ਕੁ ਸਹੀ ਆ ਕਿ ਸਭ ਤੋਂ ਪਹਿਲਾਂ ਆਪਣੇ ਲਈ ਤੁਸੀਂ ਆਬਾਦੀ ਨਾਲੋਂ ਵੀ ਕਿਤੇ ਗੁਣਾ ਜ਼ਿਆਦਾ ਤੁਸੀਂ ਸਟੋਰੇਜ ਕਰ ਰਹੇ ਹੋ, ਜਦਕਿ ਕੁਝ ਮੁਲਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਪੂਰੀ ਵੈਕਸੀਨ ਵੀ ਨਹੀਂ ਮਿਲ ਪਾ ਰਹੀ। ਓਕੇ, ਸਾਡੀ ਸਰਕਾਰ ਨੇ ਕੰਮ ਕੀਤਾ। ਤੁਸੀਂ ਇਮੈਜਿਨ ਕਰੋ, ਟਰੂਡੋ ਸਾਹਿਬ ਨੂੰ ਜਿਹੜੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਉਹ ਕਿੰਨਾ ਕੁ ਇਨਾਮ ਦੇ ਰਹੀਆਂ ਨੇ, ਸਾਡੇ ਕੋਲ ਤਾਂ ਵੈਕਸੀਨ ਨਹੀਂ ਆ ਰਿਹਾ, ਸਾਡੇ ਕੋਲ ਤਾਂ ਵੈਕਸੀਨ ਨਹੀਂ ਆ ਰਿਹਾ। ਇਹ ਗੱਲ ਆਮ ਚੱਲੀ ਹੈ ਨਾ, ਕੋਰਟ ਸਾਹਿਬ ਨੇ ਵੀ ਕਹੀ ਹੈ, ਬਾਕੀ ਪ੍ਰੋਵਿੰਸ ਨੇ ਵੀ ਕਹੀ ਹੈਗੀ ਹੈ ਵੀ ਵੈਕਸੀਨ ਨਹੀਂ ਆ ਰਿਹਾ। ਇੰਨੇ ਕਰਨ ਦੇ ਬਾਵਜੂਦ ਜ਼ਰੂਰੀ ਨਹੀਂ ਹੈ ਜਿਹੜੀ ਸਪਲਾਈ ਨੇ ਸਾਡੇ ਕੰਟਰੈਕਟ ਕੀਤੇ ਨੇ, ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਮਿਲਣਗੇ। ਔਰ ਇਹ ਹੋ ਹੀ ਗਿਆ, ਕਿਉਂਕਿ ਸ਼ੁਰੂ 'ਚ ਅੜਿੱਕੇ ਪੈਣ ਲੱਗ ਪਏ ਸੀਗੇ। ਜੇ ਉਹ ਨਾ ਕੀਤਾ ਹੁੰਦਾ ਤਾਂ ਸ਼ਾਇਦ ਜਿਹੜੀ ਪੋਜੀਸ਼ਨ 'ਤੇ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ, ਅਸੀਂ ਪਹਿਲੀ ਡੋਜ਼ ਮੈਂ ਪਹਿਲਾਂ ਗੱਲ ਕੀਤੀ ਸੀ, ਅਸੀਂ US ਨਾਲੋਂ ਅੱਗੇ ਚਲੇ ਗਏ ਹਾਂ। US ਨੇ ਬਹੁਤ ਬੜੀ ਦੇਰ ਦਾ ਕੋਈ ਕਰਨ ਗਿਆ, ਸਾਡੀ ਸਪੀਡ US ਨਾਲੋਂ ਇਸ ਵੇਲੇ ਫਸਟ ਡੋਜ਼ ਦੀ ਕਿਤੇ ਵੱਧ, ਸੈਕੰਡ ਡੋਜ਼ ਦੀ ਅਜੇ ਅਸੀਂ ਬੱਚੇ ਹਾਂ, ਪਰ ਮੈਨੂੰ ਲੱਗਦਾ ਜੂਨ ਦੇ ਐਂਡ ਤੱਕ ਅਸੀਂ ਬਹੁਤ ਬੜਾ ਅੱਗੇ ਤੱਕ ਚਲੇ ਹਾਂ। ਜਿਹੜੀਆਂ ਇਹ ਜਿਹੇ ਕੰਟਰੀਜ਼ ਹੈਗੇ ਨੇ ਜਿਹੜੇ ਅਫੋਰਡ ਕਰਦੇ ਨੇ ਕਰਨ, ਉਹ ਸਰਟਨ ਪਰਸੈਂਟੇਜ WHO ਨੂੰ ਦਿੰਦੇ ਨੇ ਜਿਹੜੇ ਫ੍ਰੀ ਆਫ ਕਾਸਟ ਹੁੰਦੇ। ਉਹਨਾਂ ਜਿੰਨਾ ਆਪ ਨੂੰ ਰੱਖਿਆ, ਇਹਨਾਂ ਸਾਰਿਆਂ ਦਾ ਫਰਜ਼ ਬਣਦਾ ਔਰ ਇਹ ਕੰਟਰੀਬਿਊਟ ਕਰਦੇ ਆ ਟੂ ਕੰਟਰੀਬਿਊਟ ਟੂ WHO ਕਿ ਜਿਹੜੇ ਕੰਟਰੀਜ਼ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਫ੍ਰੀ ਆਫ ਚਾਰਜ ਦਿੱਤੇ ਜਾਣ। ਔਰ ਇਸ ਗੱਲ ਕਰਕੇ ਆਈ ਅਗਰੀ ਵਿਦ ਦ ਗਵਰਨਮੈਂਟਸ ਇਸ ਵੇਲੇ ਵੀ ਜੇ ਤੁਸੀਂ ਪਹਿਲਾਂ ਆਪਦੇ ਘਰ ਨੂੰ ਓਕੇ ਪਲੇਨ ਦੇ ਵਿੱਚ ਮੈਂ ਤੁਹਾਡੇ ਜਦੋਂ ਅਸੀਂ ਪਲੇਨ 'ਚ ਚੜ੍ਹਦੇ ਹਾਂ ਤਾਂ ਸਾਨੂੰ ਉਹ ਲੇਡੀਜ਼ ਜਾਂ ਦੋ ਜੈਂਟਲਮੈਨ ਕੋਲ ਖੜ ਕੇ ਦੱਸਦਾ ਵੀ ਤੁਸੀਂ ਐਂ ਕਰਨਾ, ਉੱਥੇ ਡੋਰ ਖੁੱਲੂਗਾ, ਉੱਥੇ ਕੋਈ ਫਿਰ ਮਾਸਕ ਦੀ ਗੱਲ ਕਰ। ਜਦੋਂ ਮਾਸਕ ਦੀ ਗੱਲ ਕਰਦਾ ਉਹ ਪਤਾ ਕੀ ਕਹਿੰਦਾ ਵੀ ਪਹਿਲਾਂ ਮਾਸਕ ਤੁਸੀਂ ਆਪਦੇ ਪਾਉਣਾ, ਬੱਚੇ ਦੇ ਬਾਅਦ 'ਚ ਪਾਉਣਾ। ਕਿਉਂ? ਜੇ ਪਹਿਲਾਂ ਬੱਚੇ ਦੇ ਪਾਉਣੇ ਹੋ ਤਾਂ ਤੁਹਾਡੀ ਆਪਦੀ ਗੈਸ ਮੁੱਕੀ, ਫਿਰ ਕੀ ਕਰੋਗੇ? ਜੇ ਤੁਹਾਡੇ ਆਪਦੇ ਹੈਗਾ ਤਾਂ ਤੁਸੀਂ ਬੱਚੇ ਦੀ ਮਦਦ ਕਰ ਸਕਦੇ ਹੋ। ਮੇਰੇ ਖਿਆਲ ਨਾਲ ਕੁਛ ਐਸੀ ਗੱਲ ਹੀ ਹੈ। ਜੇ ਬਿਲਕੁਲ ਗੱਲ ਇਹ ਸਹੀ ਹੈ, ਪਰ ਇਸ ਬਾਰੇ ਭਾਰਤ ਸਰਕਾਰ ਨੇ ਕਿਉਂ ਨਹੀਂ ਸੋਚਿਆ ਹੈਗਾ? ਜਦੋਂ ਆਪਣੀ ਵੈਕਸੀਨ ਦੂਜੇ ਦੇਸ਼ਾਂ ਨੂੰ ਗਿਫਟ ਕੀਤੀ ਗਈ ਤੇ ਹੁਣ ਮੁੜ ਕੇ ਆਪ ਉੱਥੇ ਵੈਕਸੀਨ ਦਾ ਕਾਲ ਪੈ ਗਿਆ। ਸਰਕਾਰ ਦੀ ਸੋਚਣੀ ਇਹ ਸਰਕਾਰ ਦਾ ਫੈਸਲਾ, ਬਟ ਸਰਕਾਰ ਨੇ ਇਹ ਜਿਹੜਾ ਫੈਸਲਾ ਕੀਤਾ ਉਹਦਾ ਬਹੁਤ ਵੱਡਾ ਖਮਿਆਜ਼ਾ ਸਰਕਾਰ ਭੁਗਤ ਰਹੀ ਹੈ। ਸਰਕਾਰ ਨੇ ਪਹਿਲਾਂ ਤਾਂ ਐਕਸੈਪਟ ਨਹੀਂ ਕੀਤਾ। ਸਰਕਾਰ ਨੇ ਇਹ ਗੱਲ ਕੀ ਕਰੋਨਾ ਖਤਮ ਹੋ ਗਿਆ, ਇੱਕ ਜਿਹੜੀ ਸਟੇਜ ਸੀਗੀ ਉਹ ਤੋਂ ਮੋਰ ਖਤਮ ਹੋ ਗਿਆ, ਫਿਰ ਤਾਲੀਆਂ ਵਜਾਤੀਆਂ, ਪਟਾਕੇ ਚਲਾਤੇ, ਭੰਗੜੇ ਪਾ ਲਏ। ਉਹਨੇ ਕਿਹਾ ਵੀ ਉਹ ਹੋ ਗਿਆ, ਹਟੇ ਨਹੀਂ ਹੈ। ਉਧਰੋਂ ਕੁੰਭ ਸ਼ੁਰੂ ਕਰ ਲਿਆ, ਥੋੜ੍ਹਾ ਬਹੁਤਾ ਜਿਹੜਾ ਸੀਗਾ ਹੋਲਾ ਮਹੱਲਾ ਸੀਗਾ, ਤੇ ਜਿਹੜਾ ਰਮਜ਼ਾਨ ਵਿੱਚ ਆਈ ਹੈਗੀ ਆ ਉਹ ਸਾਰਿਆਂ ਨੂੰ ਲਾਓ ਕੀਤਾ, ਤੇ ਰਹਿੰਦੀ ਖੁੰਦੀ ਦੀਦੀ ਕਹਿੰਦੇ ਤੁਰੇ ਫਿਰਦੇ ਸੀਗੇ ਨੱਚੇ। ਤੇ ਇਹ ਹੁਣ ਉਹਦੇ ਰਿਜ਼ਲਟ ਸਾਹਮਣੇ ਆ ਰਹੇ ਨੇ ਔਰ ਇੰਨੀਆਂ ਮੌਤਾਂ ਹੋ ਗਈਆਂ ਨੇ ਹਰ ਰੋਜ਼ ਦੀਆਂ। ਅਜੇ ਵੀ 3000 ਤੋਂ ਉੱਪਰ ਸਰਕਾਰੀ ਨੰਬਰ ਹੈ, 3000 ਤੋਂ ਉੱਪਰ ਮੌਤਾਂ ਇਸ ਵੇਲੇ ਹੋ ਰਹੀਆਂ ਨੇ ਇੰਡੀਆ ਦੇ ਵਿੱਚ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਗੱਲ ਕਰੀਏ ਕਰੋਨਾ ਵਾਇਰਸ ਦੇ ਓਰੀਜਨ ਦੀ ਗੱਲ ਕਰੀਏ, ਚੀਨ ਦਾ ਵੂਹਾਨ ਸ਼ਹਿਰ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਸੀ, ਇਹਦੇ ਬਾਰੇ ਜਾਂਚ ਵੀ ਹੋਈ। WHO ਦੀ ਟੀਮ ਨੇ ਇਹਨੂੰ ਕਲੀਨ ਚਿੱਟ ਵੀ ਦਿੱਤੀ। ਉਹ ਸ਼ਹਿਰ ਅਜਿਹਾ ਸ਼ਹਿਰ ਸੀ ਜਿੱਥੋਂ ਸ਼ੁਰੂਆਤ ਵੀ ਹੋਈ ਤੇ ਸਭ ਤੋਂ ਪਹਿਲਾਂ ਓਪਨ ਵੀ ਉਹੀ ਸ਼ਹਿਰ ਹੋਇਆ ਜਿਸ ਤਰੀਕੇ ਨਾਲ ਉਹਨਾਂ ਨੇ ਕੰਟਰੋਲ ਕੀਤਾ, ਕਰੋਨਾ ਵਾਇਰਸ ਦੇ ਕੇਸਿਸ ਘਟੇ। ਸੋ ਇਹ ਸਭ ਦੇਖਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਿਸੇ ਟਾਈਮ ਮਿਸਟਰ ਟਰੰਪ ਨੇ ਕਿਹਾ ਸੀ ਕਿ ਇਹਨੂੰ ਚਾਈਨਾ ਵਾਇਰਸ ਉਹਨਾਂ ਨੇ ਆਖਿਆ ਸੀ, ਇਹਦੀ ਜਾਂਚ ਲਈ ਮਗਰ ਪੈ ਚੁੱਕੇ ਸੀ ਉਹਨਾਂ ਦੇ। WHO ਦੀ ਟੀਮ ਵੀ ਉੱਥੇ ਪਹੁੰਚੀ, ਪਰ ਹੁਣ ਕਿਹਾ ਜਾ ਰਿਹਾ ਕਿ ਇਹਦੇ ਓਰੀਜਨ ਦੇ ਉੱਤੇ ਇੱਕ ਵਾਰ ਫਿਰ ਤੋਂ ਸ਼ੱਕ ਜਿਹੜਾ ਆ ਉਹ ਪੈਦਾ ਹੋ ਚੁੱਕਿਆ ਤੇ US ਦੇ ਰਾਸ਼ਟਰਪਤੀ ਮਿਸਟਰ ਬਾਈਡਨ ਨੇ ਇੱਕ ਵਾਰ ਮੁੜ ਤੋਂ ਇਹਦੀ ਜਾਂਚ ਦੇ ਹੁਕਮ ਦਿੱਤੇ ਨੇ। ਬਾਕੀ ਮੁਲਕ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸਰ ਕੀ ਕਹੋਗੇ? ਕਰਨ ਚਾਈਨਾ ਬਹੁਤ ਸਟਰੋਂਗ ਹੋ ਚੱਲਿਆ ਪਿਛਲੇ ਖਾਸ ਕਰਕੇ 20-25 ਸਾਲਾਂ 'ਚ। ਚਾਈਨਾ ਬਹੁਤ ਜ਼ਿਆਦਾ ਤਰੱਕੀ ਕਰ ਗਿਆ, ਵਰਲਡ ਲੈਵਲ ਉੱਤੇ ਬਹੁਤ ਜ਼ਿਆਦਾ ਸਟਰੋਂਗ ਹੈ, ਮਿਲਟਰੀ ਬੜਾ ਸਟਰੋਂਗ ਹੈ। ਆਪਦੇ ਲੋਕਾਂ ਨੂੰ ਖਾਣ ਨੂੰ ਮਿਲਦਾ ਨਹੀਂ ਮਿਲਦਾ, ਦੈਟਸ ਅ ਡਿਫਰੈਂਟ ਸਟੋਰੀ, ਬਿਕਾਜ਼ ਸਾਨੂੰ ਅੰਦਰੀਆਂ ਖਬਰਾਂ ਸਾਰੀਆਂ ਨਹੀਂ ਮਿਲਦੀਆਂ, ਪਤਾ ਨਹੀਂ ਲੱਗਦਾ ਹੈਗਾ। ਜਿੰਨੀਆਂ ਕੁ ਆਉਂਦੀਆਂ ਕਈ ਵਾਰੀ ਪਤਾ ਇਹ ਲੱਗਦਾ ਕਿ ਉੱਥੇ ਹਾਲਤ ਮਾੜੀ ਹੈਗੀ, ਪਰ ਇਸ ਪੱਖੋਂ ਸਟਰੋਂਗ ਬਹੁਤ ਹੈ। ਜੋ ਸਟਰੋਂਗ
ਵਰਲਡ ਪਾਵਰ ਬਣਨ ਨੂੰ ਜਾ ਰਿਹਾ, ਉਹ ਆਲਰੇਡੀ ਬਣਿਆ ਹੋਇਆ, ਉਹਨੂੰ ਟੈਕਲ ਕਿਵੇਂ ਕਰੋਗੇ? ਹੁਣ ਕੋਈ ਨਾ ਕੋਈ ਬਹਾਨਾ ਤਾਂ ਲੱਭਣਾ। ਹੁਣ ਖਾਂਦੇ ਦੀ ਦਾੜੀ ਹਿਲਦੀ ਹੈ, ਜੇ ਕਹਿਣਗੇ ਚਲੋ ਵੂਹਾਨ ਤੋਂ ਸ਼ੁਰੂ ਹੋਇਆ, ਕੀ ਇਹ ਕੁੱਕ ਕੀਤਾ ਗਿਆ ਜਾਂ ਨਹੀਂ ਸੀ? ਜੀ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨਜੀਤ ਜੀ, ਮੈਂ ਰਜਿੰਦਰ ਸੇਵਾ ਹੈਮਿਲਟਨ ਤੋਂ ਬੋਲ ਰਿਹਾ। ਬਹੁਤ ਬਹੁਤ ਵਧਾਈ ਹੋਏ ਕਿ ਵਾਪਸ ਆ ਗਏ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਚਾਹਾਂਗਾ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਤੁਹਾਨੂੰ ਕਿਸ ਤਰ੍ਹਾਂ ਫੀਲ ਹੁੰਦਾ ਸੀ ਜਦੋਂ ਤੁਸੀਂ ਸੀ ਜਾਂ ਰਿਕਵਰੀ ਹੋਣ ਲੱਗੀ, ਤਦ ਕਿਸ ਤਰ੍ਹਾਂ ਫੀਲ ਹੁੰਦਾ ਸੀ ਤੇ ਹੁਣ ਕਿਸ ਤਰ੍ਹਾਂ ਫੀਲ ਹੋ ਰਿਹਾ, ਤਾਂ ਕਿ ਲੋਕਾਂ ਨੂੰ ਤਕਲੀਫ ਤਾਂ ਤੁਸੀਂ ਸਹੀ ਹੈ, ਲੇਕਿਨ ਲੋਕਾਂ ਦਾ ਕੁਝ ਭਲਾ ਹੋ ਜਾਏ। ਥੋੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਇਟਸ ਮਾਈ ਓਪੀਨੀਅਨ। ਥੈਂਕ ਯੂ ਵੈਰੀ ਮਚ। ਬਿਲਕੁਲ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ। ਪ੍ਰੋਗਰਾਮ ਦੇ ਅਖੀਰ 'ਚ ਮੈਂ ਆਪਣਾ ਐਕਸਪੀਰੀਅੰਸ ਜ਼ਰੂਰ ਜਿਹੜਾ ਸ਼ੇਅਰ ਕਰੂੰਗੀ। ਸਰ ਆਪਾਂ ਗੱਲ ਕਰ ਰਹੇ ਸੀ ਵੂਹਾਨ ਦੀ, ਕਿ ਵੂਹਾਨ ਦੇ ਇਹ ਨਹੀਂ ਪਤਾ ਕਿ ਉੱਥੇ ਕਿਸੇ ਲੈਬ 'ਚੋਂ ਇਹ ਬਣਿਆ ਜਾਂ ਵਾਕਈ ਇਹ ਕਿਸੇ ਬੈਟ ਤੋਂ ਜਿਹੜਾ ਜਾਂ ਚਮਗਿੱਦੜਾਂ ਤੋਂ ਇਹ ਓਰੀਜਨ ਜਿਹੜਾ ਹੋਇਆ। ਅਜੇ ਤੱਕ ਇਹਦਾ ਕੋਈ ਪ੍ਰੂਫ ਨਹੀਂ ਹੈ ਵੀ ਇਹ ਕਿਸੇ ਲੈਬ ਦੇ ਵਿੱਚ ਬਣਿਆ। ਹਾਂ, ਬਲੇਮ ਕਰਨਾ ਨਹੀਂ ਕਰਨਾ। WHO ਦੀ ਟੀਮ ਹੁਣ ਤੋਂ ਬਹੁਤ ਮਹੀਨੇ ਪਹਿਲਾਂ ਗਈ ਸੀਗੀ। WHO ਦੀ ਟੀਮ ਦੇ ਨਾਲ ਉਹਨਾਂ ਨੇ ਕੋਆਪਰੇਸ਼ਨ ਕੀਤੀ ਹੈ। WHO ਦੀ ਟੀਮ ਨੇ ਉਸ ਵੇਲੇ ਗੱਲ ਕੀਤੀ ਸੀ ਕਿ ਇਹ ਲੈਬ ਦੇ ਵਿੱਚ ਨਹੀਂ ਪੈਦਾ ਹੋਇਆ ਹੈ, ਇਹ ਕਿਸੇ ਜਿਉਂਦੀਆਂ ਚੀਜ਼ਾਂ ਦੇ ਉੱਤੋਂ ਖਾਣ। ਈਵਨ ਪਿੱਛੇ ਜੇ ਨਿਊਜ਼ ਆਈ, ਆਪਾਂ ਸ਼ੇਅਰ ਨਹੀਂ ਸੀ ਕੀਤੀ, ਨਿਊਜ਼ ਆਉਂਦੀਆਂ ਬਹੁਤ ਜ਼ਿਆਦਾ ਨੇ। ਉਹ ਇਹ ਸੀ ਕਿ ਵੂਹਾਨ ਦੇ ਨੇੜੇ ਇੱਕ ਮਾਈਨ ਹੈ, ਉਸ ਮਾਈਨ ਦੇ ਵਿੱਚ ਬੈਟਸ ਵਗੈਰਾ ਬਹੁਤ ਹੈਗੇ, ਔਰ ਉਸ ਦੇ ਵਿੱਚ ਉੱਥੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੂੰ ਉੱਥੋਂ ਕਹਿੰਦੇ ਸ਼ੁਰੂ ਹੋਇਆ ਹੈਗਾ। ਸੋ ਹਲੇ 100% ਸ਼ੋਰ ਨਹੀਂ ਹੈ। ਇਟਸ ਨਾਟ। ਬੈਟਸ ਦੀ ਗੱਲ ਕਰਾਂਗੇ। ਇੱਕ ਦਰਸ਼ਕ ਨਾਲ ਜੁੜ ਗਏ ਨੇ, ਕਾਲ ਲੈ ਲਈ ਉਹਨਾਂ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਤਰਨ ਜੀ, ਤੁਸੀਂ ਆ ਗਏ, ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮਧੂ ਜੀ, ਕੀ ਹਾਲ ਚਾਲ ਜੀ? ਬਿਮਾਰੀ ਤੋਂ ਚਲੋ ਮਹਾਮਾਰੀ ਤੋਂ ਠੀਕ ਹੋ ਗਏ। ਸ਼ੁਕਰੀਆ ਜੀ। ਨਾਸੀ ਜੀ ਇਕੱਲੇ ਪ੍ਰੋਗਰਾਮ ਕਰਦੇ ਸੀ, ਰੌਣਕ ਨਹੀਂ ਸੀ ਲੱਗਦੀ ਹੁੰਦੀ, ਪਰ ਇੰਨੀ ਥੈਂਕ ਯੂ ਸੋ ਮਚ ਜੀ। ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਉਸ ਦੌਰਾਨ ਵੀ ਤੁਸੀਂ ਸਾਥ ਦਿੱਤਾ, ਹੁਣ ਵੀ ਅੱਗੇ ਵੀ ਸਾਥ ਦੋਗੇ ਤੁਸੀਂ। ਥੈਂਕ ਯੂ ਸੋ ਮਚ। ਜ਼ਰੂਰ ਅਸੀਂ ਸਾਥ ਦੇਵਾਂਗੇ। ਸ਼ੁਕਰੀਆ ਜੀ, ਕਾਲ ਕਰਨ ਲਈ ਥੈਂਕ ਯੂ ਜੀ। ਸੋ ਉਹਦੇ 'ਚ ਕੋਈ ਸ਼ੁਰੂ ਹਲੇ ਇਹ ਨਹੀਂ ਹੈ, ਪੱਕਾ ਨਹੀਂ ਹੈ ਵੀ ਕੋਈ ਹੋਇਆ, ਬਟ ਲੈਟਸ ਸੀ। ਕਾਲ ਲੈ ਲਈ ਆਪਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਰਨੈਲ ਸਿੰਘ ਗਿੱਲ ਬੋਲ ਰਿਹਾ ਬ੍ਰਹਮਪੁਰ ਤੋਂ। ਜੀ ਸਰ, ਹਾਂਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਸੁਣ ਰਹੇ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਜੀ ਅੱਜ ਪ੍ਰੋਗਰਾਮ ਚਾਹੇ ਨੇ ਠੀਕ ਹੋ ਗਏ। ਸ਼ੁਕਰੀਆ ਜੀ। ਇਹਨਾਂ ਬਿਨਾਂ ਤਾਂ ਪ੍ਰੋਗਰਾਮ ਹੀ ਬੜਾ ਫਿੱਕਾ ਲੱਗਦਾ ਸੀਗਾ। ਅਦਵਾਸ ਜੀ, ਗੱਲ ਬਣਦੀ ਨਹੀਂ ਸੀ। ਪਰਮਾਤਮਾ ਇਹਨਾਂ ਨੂੰ ਠੀਕ ਠਾਕ ਰੱਖੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ ਤੁਹਾਡਾ। ਸਰ ਆਪਾਂ ਗੱਲਬਾਤ ਕਰ ਰਹੇ ਸੀ ਬੈਟ ਦੀ, ਤੇ ਇਹਦੇ ਬਾਰੇ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਵੀ ਇਹ ਓਰੀਜਨ ਨੂੰ ਲੈ ਕੇ ਹੁਣ ਦੁਬਾਰਾ ਕਿਉਂ ਜਾਂਚ ਸ਼ੁਰੂ ਹੋ ਰਹੀ ਹੈ। ਮੈਂ ਇਹਦੇ ਬਾਰੇ ਥੋੜੀ ਜਿਹੀ ਸਰਚ ਮਾਰੀ ਸੀ, ਕਹਿੰਦੇ US ਨੂੰ ਕੁਝ ਅਜਿਹੇ ਪ੍ਰੂਫਸ ਮਿਲੇ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵਾ ਕਿ ਸ਼ਾਇਦ ਇਹਦਾ ਓਰੀਜਨ ਲੈਬ ਤੋਂ ਹੋਇਆ। ਦੂਜੇ ਪਾਸੇ ਬੈਟ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਇੱਕ ਸਾਇੰਟਿਸਟ ਨੇ ਦਾਅਵਾ ਕੀਤਾ ਹੈ ਕਿ ਬੈਟ ਦੇ ਕੋਲੋਂ ਕਰੋਨਾ ਵਾਇਰਸ ਜਿਹੜਾ ਅੱਗੇ ਪਹੁੰਚ ਹੀ ਨਹੀਂ ਸਕਦਾ ਹੈਗਾ ਕਿ ਅੱਗੇ ਕਿਤੇ ਸਪਰੈਡ ਹੋਵੇ। ਸੋ ਐਵੇਂ ਦੇ ਕਈ ਚੀਜ਼ਾਂ ਅਜਿਹੀਆਂ ਮਿਕਸ ਹੋ ਰਹੀਆਂ ਨੇ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹਦੇ ਓਰੀਜਨ ਨੂੰ ਲੈ ਕੇ ਜਿਹੜੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਉੱਠਣਗੇ ਜੀ, ਪਤਾ ਵੀ ਲੱਗੇਗਾ। ਪਰ ਗੱਲ ਹੁਣ ਜਿਹੜੇ ਆਸਟ੍ਰੇਲੀਅਨ ਦੀ ਜਿਹੜੀ ਗੱਲ ਕਰਦੇ, ਮੇਰੇ ਮਨ 'ਚ ਆਈ ਹੈ ਇਹ ਕਿ ਹੁਣ 13-15 ਮਹੀਨੇ ਤੋਂ ਉੱਪਰ ਹੋ ਚੁੱਕਿਆ ਇਹ ਗੱਲ ਸ਼ੁਰੂ ਹੋ ਰਹੀ। ਉਦੋਂ ਤੋਂ ਸ਼ੁਰੂ ਹੋਇਆ ਸੀ, ਬੈਟਸ ਤੋਂ ਸ਼ੁਰੂ ਹੋਇਆ, ਇਸ ਨੂੰ ਖੋਜ ਕਰਨ ਨੂੰ ਇੰਨਾ ਟਾਈਮ ਲੱਗਿਆ, 15 ਮਹੀਨੇ ਲੱਗ ਗਏ ਵੀ ਬੈਟਸ ਤੋਂ ਨਹੀਂ ਹੋ ਸਕਦਾ। ਕਿਉਂਕਿ ਉਹ ਇਦਾਂ ਆ ਕਿ ਉਹ ਕਹਿ ਰਹੇ ਨੇ, ਜਿਹੜੇ ਹੁਣ ਗੱਲਾਂ ਬਾਤਾਂ ਅੱਗੇ ਸਾਹਮਣੇ ਆ ਰਹੀਆਂ ਨੇ, ਕਿ ਚੀਨ ਦਾ ਜੋ ਬਿਹੇਵੀਅਰ ਰਿਹਾ ਵਾ ਉਹ ਵੀ ਕੋਈ ਸੰਤੁਸ਼ਟ ਕਰਨ ਵਾਲਾ ਨਹੀਂ ਸੀ। ਜਦੋਂ WHO ਦੀ ਟੀਮ ਨੇ ਉੱਥੇ ਜਾਣਾ ਸੀ, ਪਹਿਲੀ ਤਾਂ ਗੱਲ ਇਹ ਆ ਕਿ ਉਹਨਾਂ ਨੂੰ ਛੇਤੀ ਪਰਮਿਸ਼ਨ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਚੀਨ ਨੇ ਕਿਹਾ ਕਿ ਸਾਡੀ ਖੁਦ ਦੀ ਟੀਮ ਦੇ 13 ਮੈਂਬਰਸ ਜਿਹੜੇ ਆ ਉਹਨਾਂ ਦੇ ਨਾਲ ਜੁਆਇਨ ਕਰਨਗੇ ਇਸ ਜਾਂਚ ਦੇ ਵਿੱਚ। ਸੋ ਕੁਝ ਜਦੋਂ ਅਜਿਹੀਆਂ ਤੁਸੀਂ ਕੰਡੀਸ਼ਨਸ ਰੱਖ ਰਹੇ ਹੋ ਤਾਂ ਉਹ ਵੀ ਤੁਹਾਡੀ ਭੂਮਿਕਾ ਦੇ ਉੱਤੇ ਸਵਾਲ ਪੈਦਾ ਕਰਦੇ ਨੇ। ਨੈਚੁਰਲੀ ਚਾਈਨਾ ਕਿਵੇਂ ਚਾਹੇਗਾ ਵਰਲਡ ਲੈਵਲ ਦੇ ਉੱਤੇ ਇਹ ਉਹਦੇ ਬਲੇਮ ਲੱਗੇ ਕਿ ਉਹਨਾਂ ਨੇ ਇਹ ਬਿਮਾਰੀ ਸ਼ੁਰੂ ਕੀਤੀ ਹੈ, ਉਹਨਾਂ ਦਾ ਰੈਪੂਟੇਸ਼ਨ ਖਰਾਬ ਹੋ ਰਿਹਾ, ਕਿਉਂਕਿ ਸਾਰੀ ਦੁਨੀਆ ਨੂੰ ਚੀਜ਼ਾਂ ਸਪਲਾਈ ਕਰਦਾ ਚਾਈਨਾ। ਇੱਕ ਗੱਲ ਆਪਣੇ ਵੈਸਟਰਨ ਵਰਲਡ ਦੇ ਵਿੱਚ ਘੱਟ ਹੈਗੀ ਆ, ਗਵਰਨਮੈਂਟਸ ਨੋ ਦੈਟ, ਇਹ ਬਹੁਤ ਘੱਟ ਹੈਗੀ ਹੈ। ਈਵਨ ਇੰਡੀਆ 'ਚ ਵੀ ਇਹ ਬਹੁਤ ਘੱਟ ਹੈਗੀ ਕਿ ਚਾਈਨਾ ਇਸ ਵੇਲੇ ਅਫਰੀਕਾ 'ਚ ਬਹੁਤ ਸਟਰੋਂਗ ਹੋ ਰਿਹਾ। ਅਫਰੀਕਨ ਕੰਟਰੀਜ਼ ਦੀ ਉਹ ਬੜੀ ਵੱਡੀ ਮਦਦਾਂ ਕਰ ਰਿਹਾ, ਔਰ ਉੱਥੇ ਆਪਦੇ ਆਪ ਨੂੰ ਐਸਟੈਬਲਿਸ਼ ਕਰ ਰਿਹਾ। ਅਫਰੀਕਾ ਦੇ ਵਿੱਚ ਹਲੇ ਕੋਈ ਵੀ ਦੇਸ਼ ਜਾ ਕੇ ਗਿਆ ਨਹੀਂ ਹੈ, ਜਿਹੜੇ ਵੈਸਟਰਨ ਵਰਲਡ 'ਚੋਂ ਕੋਈ ਨਹੀਂ ਗਿਆ ਹੈਗਾ, ਔਰ ਉਹ ਇਸ ਵੇਲੇ ਇੰਨੀ ਵੱਡੀ ਫੋਰਸ ਹੋ ਜਾਏਗਾ, ਉਹ ਬਾਕੀ ਨਾਲੋਂ ਅੱਗੇ 30 ਸਾਲ ਅੱਗੇ ਚਲਾ ਗਿਆ, ਔਰ ਉਹਨੇ ਕਿਸੇ ਨੂੰ ਰਣ ਨਹੀਂ ਦੇਣਾ। ਚਾਈਨਾ ਇਜ਼ ਕਮਿੰਗ ਵੈਰੀ ਸਟਰੋਂਗ। ਚਾਈਨਾ ਕਦੇ ਵੀ ਨਹੀਂ ਚਾਹੇਗਾ ਕਿ ਉਹਦਾ ਰੈਪੂਟੇਸ਼ਨ ਖਰਾਬ ਹੋਵੇ। ਜਦੋਂ ਪੈਂਡੈਮਿਕ ਹੋਇਆ ਤਾਂ ਉਸ ਵੇਲੇ ਕਿਹਾ ਜਾ ਰਿਹਾ ਸੀ ਜਿਹੜੇ ਜ਼ਿਆਦਾ ਆਬਾਦੀ ਵਾਲੇ ਮੁਲਕ ਨੇ ਉਹਨਾਂ ਲਈ ਪੈਂਡੈਮਿਕ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਏਗਾ, ਕਿਵੇਂ ਕੰਟਰੋਲ ਕੀਤਾ ਜਾਏਗਾ। ਖਾਸ ਤੌਰ ਤੇ ਚੀਨ ਤੇ ਭਾਰਤ ਦੀ ਗੱਲ ਹੋ ਰਹੀ ਸੀ ਕਿ ਜੇ ਭਾਰਤ ਵਿੱਚ ਵੀ ਫੈਲਦਾ ਤਾਂ ਆਬਾਦੀ ਇੰਨੀ ਜ਼ਿਆਦਾ ਕਿ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ।
ਜਦੋਂ ਵੀ ਆਬਾਦੀ ਦੀ ਗੱਲ ਆਉਂਦੀ ਹੈ ਤਾਂ ਚਾਈਨਾ ਦੀ ਜਿਹੜੀ ਆ ਵਨ ਚਾਈਲਡ ਪਾਲਿਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਫੇਮਸ ਹੈ ਕਿ ਆਬਾਦੀ ਨੂੰ ਕੰਟਰੋਲ ਕਰਨ ਦੀ ਚੀਨ ਨੇ ਕਾਫੀ ਵਧੀਆ ਕਦਮ ਚੁੱਕਿਆ। ਪਰ ਹੁਣ ਚੀਨ ਨੇ ਆਪਣੀ ਹੀ ਪਾਲਿਸੀ ਨੂੰ ਖਤਮ ਕਰਦੇ ਹੋਏ 3 ਚਾਈਲਡ ਪਾਲਿਸੀ ਜਿਹੜੀ ਆ ਉਹ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ। ਸਰ ਇਹਦੇ ਬਾਰੇ ਕੀ ਕਰਨਾ ਚਾਹੋਗੇ, ਕਿਉਂ ਉਹਨਾਂ ਨੇ ਅਜਿਹਾ ਕੀਤਾ? ਜਿਹੜਾ ਇਸ ਵੇਲੇ ਚਾਈਨਾ ਦਾ ਫਰਟੀਲਿਟੀ ਰੇਟ ਹੈਗਾ ਲੇਡੀਜ਼ ਦਾ 1.3% ਹੈ ਜੀ। ਜੇ ਦੇ 3 ਬੱਚੇ ਕਰ ਦਿੰਦੇ ਆ ਹੋ ਸਕਦੇ ਆ ਤਾਂ ਉਹ 2.1 ਹੋ ਜਾਂਦਾ ਕੁਝ ਸਾਲਾਂ ਦੇ ਵਿੱਚ ਜਾ ਕੇ। ਜਿਹੜੀ ਇਹ ਪਾਲਿਸੀ ਕੀਤੀ ਹੈ, ਪਹਿਲੀ ਗੱਲ ਤਾਂ ਚਾਈਨਾ ਨੇ 3 ਕਹਿਤਾ। ਅੱਜ ਕੱਲ ਚਾਂਸਸ ਇਹ ਹੈ ਕਿ 3 ਬੱਚੇ ਬਹੁਤ ਘੱਟ ਨੇ ਜੀ, ਬੱਚੇ 2 ਬਹੁਤ ਹੈ। ਸਭ ਤੋਂ ਵੱਡਾ ਫੈਕਟਰ ਕੀ ਹੈ, ਚਾਈਨਾ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ, ਉੱਥੇ ਜਿਹੜਾ ਮੇਲ ਤੇ ਫੀਮੇਲ ਦਾ ਬੈਲੈਂਸ ਖਰਾਬ ਹੋ ਗਿਆ। ਜੋ ਕੁਝ ਇੰਡੀਆ 'ਚ ਹੈ ਉਹ ਕੁਝ ਚਾਈਨੀਜ਼ ਕਲਚਰ ਵੀ ਹੈ। ਇਹ ਆਮ ਹੋਣ ਲੱਗਾ। ਉੱਥੇ ਮੇਲਸ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਉੱਥੇ ਮੇਰੇ ਖਿਆਲ ਮਿਲੀਅਨਸ ਆਫ ਮੇਲ ਐਸੇ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਏਗਾ। ਇਹ ਸੋਚਣ ਵਾਲੀ ਗੱਲ ਹੈ। ਔਨ ਟੌਪ ਆਫ ਦੈਟ ਜੇ 3 ਬੱਚੇ ਅਲਾਓ ਕੀਤੇ ਨੇ, ਮੈਂ ਇਸ ਗੱਲ ਨੂੰ ਸਹੀ ਮੰਨਦਾ ਵੀ ਇਹ ਕਰਨਾ ਚਾਹੀਦਾ ਸੀਗਾ। ਤੁਸੀਂ ਐਂ ਕਿਵੇਂ ਆਪਣੇ ਆਪ ਬੰਦਾ ਹਟੇਗਾ, ਉਹਨੂੰ ਆਪਦੇ ਅਫੋਰਡੇਬਿਲਿਟੀ ਹੈਗੀ ਆ ਉਸ ਮੁਤਾਬਕ ਬੱਚੇ ਹੋਣੇ ਵੀ ਚਾਹੀਦੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ 1 ਬੱਚਾ ਹੀ ਚਾਹੀਦਾ। ਦੈਟਸ ਨਾਟ ਪੋਸੀਬਲ। ਇਟ ਵਾਜ਼ ਫਰੋਮ ਦਾ ਬਿਗਿਨਿੰਗ ਇਟ ਵਾਜ਼ ਅ ਰੋਂਗ ਮੂਵ ਬਾਈ ਚਾਈਨਾ। ਔਰ ਇਸੇ ਕਰਕੇ ਉਹਨਾਂ ਦੀ ਜਿਹੜੀ ਸੈਕਸ ਰੇਸ਼ੋ ਹੈ ਇੰਨੀ ਖਰਾਬ ਹੋ ਗਈ ਹੈ। ਇਸ ਖਬਰਾਂ ਬਾਹਰ ਨਹੀਂ ਆ ਰਹੀਆਂ, ਇੰਨੀ ਖਰਾਬ ਹੋ ਗਈ ਹੈ ਸੱਚੀ। ਲੋਕਾਂ ਦੇ ਜਿਹੜੇ ਮੁੰਡੇ ਹੈਗੇ ਨੇ ਉਹਨਾਂ ਨੂੰ ਵਿਆਹ ਵਾਸਤੇ ਕੁੜੀਆਂ ਨਹੀਂ ਲੱਭ ਰਹੀਆਂ ਹੈਗੀਆਂ। So they should have thought about this thing before they implemented this thing. I guess this is a step in the right direction. ਚੀਨ ਤੋਂ ਵਾਪਸ ਆਪਾਂ ਕੈਲਗਰੀ ਵੱਲ ਆਈਏ। ਕੈਲਗਰੀ ਵਾਲਿਆਂ ਲਈ ਇਹ ਖਾਸ ਤੌਰ ਤੇ ਖਬਰ ਹੈ। ਸਪੀਡ ਲਿਮਿਟ ਉੱਥੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ 40 ਕਿਲੋਮੀਟਰ ਪਰ ਆਵਰ। ਸਰ ਕੀ ਕਹਿਣਾ ਚਾਹੋਗੇ, ਸਪੀਡ ਲਿਮਿਟ ਘਟਾਉਣ ਦਾ ਕੀ ਕਾਰਨ ਸੀ? ਸਪੀਡ ਲਿਮਿਟ ਤਾਂ ਬਾਕੀਆਂ ਦੇ ਵੀ ਘਟਣੀ ਹੈ। ਟੋਰਾਂਟੋ 'ਚ ਕਈ ਥਾਵਾਂ ਤੇ ਜੀ 30 ਹੋਈ ਹੈ। ਔਰ ਇਹ ਜਿਹੜੀ ਟ੍ਰਾਇਲ ਬੇਸ ਤੇ ਹੁੰਦੀ ਹੈ ਨਾ ਤਰਨ 0 ਪੱਕੀ ਹੋ ਜਾਂਦੀ ਹੈ। ਪਰ ਸਰ ਇਹ ਸਪੀਡ ਲਿਮਿਟ ਘਟਾਉਣ ਦਾ ਮੈਂ ਇੱਕ ਗੱਲ ਨਹੀਂ ਸਮਝ ਆਉਂਦੀ। ਇਹ ਮੋਸਟਲੀ ਕੈਨੇਡਾ ਇਜ਼ ਫੇਮਸ ਕਿ ਸਰਦੀਆਂ 'ਚ ਇੱਥੇ ਵਿੰਟਰ 'ਚ ਸਨੋ ਇੰਨੀ ਜ਼ਿਆਦਾ ਰਹਿੰਦੀ ਹੈ ਕਿ ਤੁਸੀਂ ਕਾਰ ਨਹੀਂ ਸਹੀ ਤਰੀਕੇ ਨਾਲ ਚਲਾ ਸਕਦੇ। ਗਰਮੀਆਂ ਦੀ ਗੱਲ ਕਰੀਏ ਤਾਂ ਇੱਥੇ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ। ਸੋ ਸਪੀਡ ਕਿਹੜੇ ਵੇਲੇ ਹੁੰਦੀ ਹੈ? ਜਿਹੜੀਆਂ ਸਾਈਡ ਸਟਰੀਟਸ ਨੇ ਇੱਥੇ ਤੁਸੀਂ ਕਿਹਾ ਹੁਣੇ ਕਿਹਾ ਵੀ ਸਿਆਲ, ਜਿਹੜੇ ਬੱਚੇ ਆ ਉਹ ਖੇਡਦੇ ਸਟਰੀਟ ਦੇ ਉੱਤੇ। ਹੁਣ ਤਾਂ ਕੰਪਿਊਟਰਾਂ ਨੇ ਬੰਦ ਕਰਤੇ ਹੋਏ ਜਾਂ ਕੋਵਿਡ ਨੇ ਬੰਦ ਕੀਤੇ। ਅਦਰਵਾਈਜ਼ ਤੁਸੀਂ ਕਿਸੇ ਸਾਈਡ ਸਟਰੀਟ ਤੇ ਰਹੇ ਹੋ, ਬੱਚੇ ਇੱਥੋਂ ਦੀ ਜਿਹੜੀ ਖੇਡ ਹਾਕੀ ਹੈ ਉਹ ਬਾਲ ਦੇ ਨਾਲ ਖੇਡਦੇ ਆ। ਬਾਲ ਹਾਕੀ ਕਹਿੰਦੇ ਆ। ਸਟਰੀਟ ਦੇ ਉੱਤੇ ਆਮ ਖੇਡਣਗੇ, ਕਾਰ ਆ ਗਈ ਆਪਦਾ ਨੈਟ ਪਰੇ ਕਰ ਲੈਣਗੇ, ਕਾਰ ਨਾ ਗਈ ਫਿਰ ਖੇਡਣ ਆ ਜਾਣਗੇ। ਬੱਚੇ ਖੇਡਣ ਕਿੱਥੇ? ਹਾਂ ਹੈ ਨਹੀਂਗਾ ਕੋਈ। ਔਰ ਜੇ ਉਹ ਸਾਈਡ ਸਟਰੀਟ ਦੇ ਉੱਤੇ 50 ਦੀ ਆਪਣੇ ਮੋਸਟਲੀ ਹੈ। ਬਰੈਂਪਟਨ 'ਚ ਵੜਦੇ ਸਾਰ ਆ, ਹਰ ਸਿਟੀ 'ਚ ਵੜਦੇ ਸਾਰ ਲਿਖਿਆ ਹੋਇਆ 50 ਕਿਲੋਮੀਟਰ ਅਨਲੈਸ ਅਦਰਵਾਈਜ਼ ਪੋਸਟਡ। ਜੇ ਪੋਸਟਡ ਹੈ ਨਹੀਂ, ਇਟ ਮੀਨਸ 50 ਹੀ ਹੈ। ਇਹ ਉਹਨਾਂ ਕਹੋ ਵੀ ਮੈਂ ਤਾਂ ਉੱਥੇ ਦੇਖੀ ਨਹੀਂ ਤੇ ਮੈਂ 100 ਤੇ ਜਾ ਰਿਹਾ। ਯੂ ਕੈਨ ਡੂ। ਜਿੱਥੇ ਤੁਹਾਨੂੰ ਕੋਈ ਸਪੀਡ ਨਹੀਂ ਦੱਸਦੀ ਤਾਂ 50 ਹੀ ਹੈ। ਬਟ ਕੈਲਗਰੀ ਇਹਨੇ ਐਸਾ ਸਾਰਾ ਸ਼ਹਿਰ ਹੀ ਕਰਤਾ ਜੀ ਉਹਨੇ। ਕੈਲਗਰੀ ਵਾਲਿਓ ਖਿਆਲ ਰੱਖਿਓ, ਤੇਜ਼ ਨਾ ਚਲਾਇਓ ਤੁਸੀਂ ਇਹ ਕੰਮ ਤੇ ਉਹੀ ਗੱਲ ਨਾ ਹੋ ਜੇ। 40 ਦੀ ਸਪੀਡ ਪਾਸ ਹੋ ਗਈ ਹੈ, ਸਾਈਨ ਵੀ ਲੱਗ ਗਏ ਨੇ। ਐਂਡ ਸਲੋ ਸਪੀਡ ਫਾਇਦਾ ਹੀ ਦਿੰਦੀ ਹੈ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਜੀ ਖੁਸ਼ਵਿੰਦਰ ਸਿੰਘ ਤੇ ਮਿਸੀਸਾਗਾ 'ਚ ਬੋਲਦੇ ਪਏ ਜੀ। ਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ 2 ਗੱਲਾਂ ਕਰਨਾ ਚਾਹੁੰਦਾ ਜੀ। ਇੱਕ ਤਾਂ ਵੈਕਸੀਨ ਬਾਰੇ ਜੀ, ਇੱਕ ਤਾਂ ਵਾਇਰਸ ਬਾਰੇ ਹੈ ਨਾ ਜੀ। ਤੇ ਵਾਇਰਸ ਬਾਰੇ ਇਹ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਜਿਵੇਂ ਹੁਣ ਤੁਸੀਂ ਕਹਿੰਦੇ ਸੀ ਇੰਡੀਆ ਵਿੱਚ ਫੈਲਦਾ ਪਿਆ ਦੁਬਾਰਾ ਨਾ ਜੀ। ਤੇ ਜਿਹੜੇ ਕਿਸਾਨ ਦਿੱਲੀ 'ਚ ਬਹਿ ਗਏ ਸੀਗੇ, ਮਤਲਬ ਨਵੰਬਰ 25 ਤੋਂ ਬੈਠੇ ਸੀਗੇ ਤੇ ਉਹਨਾਂ ਵਿੱਚੋਂ ਮਤਲਬ ਕਿ 6 ਮਹੀਨੇ ਬਹਿ ਗਏ ਆ ਤੇ ਉਹਨਾਂ ਵਿੱਚੋਂ ਕੋਈ ਵੀ ਬੰਦਾ ਵਾਇਰਸ ਕਰਕੇ ਨਹੀਂ ਮਰਿਆ ਜੀ। ਤੇ ਉਹ ਉੱਥੇ ਪ੍ਰੂਫ ਹੋ ਗਿਆ ਕਿ ਇਹ ਜਿਹੜੇ WHO ਵਾਲੇ ਆ, ਜਿਹੜੇ ਆਪਣੇ WHO ਗਏ ਜਾਂ ਚਾਈਨਾ 'ਚ ਜਦੋਂ ਕਹਿੰਦੇ ਸੀਗੇ ਵਾਇਰਸ ਨਿਕਲਿਆ ਤੇ ਹੋਰ ਕੰਟਰੀਆਂ 'ਚ ਗਿਆ, ਉਹ ਮਤਲਬ ਆਪਣੇ ਸਾਹਮਣੇ ਪ੍ਰੂਫ ਆ ਗਿਆ ਕਿ ਇਹ ਵਾਇਰਸ ਦਾ ਕੋਈ ਹੋਰ ਚੱਕਰ ਆ ਜੀ। ਹਾਂਜੀ, ਕਿਉਂਕਿ ਜੇ ਕਿਸਾਨ ਦਿੱਲੀ 'ਚ ਬਹਿ ਗਏ ਜਿੱਥੇ ਪੋਲਿਊਟਡ ਸਿਟੀ ਆ, ਇਕੱਠੇ ਬੈਠ ਗਏ ਨਾ ਜੀ, ਮਾਸਕ ਵੀ ਨਹੀਂ ਪਾਇਆ ਤੇ ਮਤਲਬ 10 ਲੱਖ ਕਹਿੰਦੇ ਸੀਗੇ। ਮੈਂ ਤਾਂ ਕੈਨੇਡਾ 'ਚ, ਪਰ ਮੇਰੇ ਬ੍ਰਦਰ ਕਹਿੰਦੇ 10 ਲੱਖ ਦੇ ਅਰਾਊਂਡ ਬੈਠੇ ਸੀਗੇ ਨਾ ਜੀ। ਜੀ ਤੁਹਾਨੂੰ ਕੀ ਲੱਗ ਰਿਹਾ ਫਿਰ ਕਿ ਇਹ ਵਾਇਰਸ ਨਹੀਂ ਹੈਗਾ, ਜਸਟ ਇੱਕ ਹੋਊਗਾ ਬਣਾਇਆ ਜਾ ਰਿਹਾ? ਹਾਂਜੀ, ਜਿਵੇਂ ਹੁਣ ਗੱਲ ਇਹ ਹੋਈ ਹੈ ਕਿ ਜਿਵੇਂ 3-4 ਡਾਕਟਰ ਨੇ ਚੈਲੰਜ ਕੀਤਾ ਸੀਗਾ। ਉਹਨਾਂ ਨੇ ਚੈਲੰਜ ਅਜੇ ਵੀ ਰੱਖਿਆ ਹੋਇਆ, $1.5 ਮਿਲੀਅਨ ਦਾ ਚੈਲੰਜ ਰੱਖਿਆ ਹੋਇਆ ਕਿ ਇਹ ਜਿਹੜਾ ਵਾਇਰਸ ਨੂੰ ਪ੍ਰੂਫ ਕਰੋ। ਇਹ ਕਹਿੰਦੇ ਕਿ ਜਿਹੜਾ ਰੈਗੂਲਰ ਫਲੂ ਹੁੰਦਾ, ਕੋਲਡ ਹੁੰਦਾ, ਉਹੀ ਚੀਜ਼ ਆ।
ਤੇ ਇੰਡੀਆ ਵਿੱਚ ਵੀ ਆਯੁਰਵੇਦਾ ਦੇ ਡਾਕਟਰ ਹੈਗੇ ਜਿਨ੍ਹਾਂ ਨੂੰ ਸੈਂਸਰ ਕਰ ਰਹੇ। ਈਵਨ ਕੈਨੇਡਾ ਦੇ ਟੋਰਾਂਟੋ ਦੇ ਐਮਰਜੈਂਸੀ ਡਾਕਟਰ ਉਹਨਾਂ ਨੂੰ ਵੀ ਸੈਂਸਰ ਕਰ ਰਹੇ ਆ। ਕੁਲਵਿੰਦਰ ਗਿੱਲ ਹੋ ਗਏ, ਆਪਣੇ ਡਾਕਟਰ ਮਾਰਕ ਟਰੋਜ਼ੀ ਹੋ ਗਏ, ਹਨਾ, ER ਸਪੈਸ਼ਲਿਸਟ ਨੇ। ਇਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਹਸਪੀਟਲ 20 ਸਾਲਾਂ 'ਚ ਇੰਨੇ ਖਾਲੀ ਕਦੇ ਵੀ ਨਹੀਂ ਹੋਏ ਜਿੰਨੇ ਖਾਲੀ ਲਾਸਟ ਈਅਰ ਮਾਰਚ 'ਚ ਹੋਏ ਸੀਗੇ। ਮਤਲਬ ਕੋਈ ਵੀ ਸਾਡੇ ਕੋਲ ਪੇਸ਼ੈਂਟ ਆਇਆ ਹੀ ਨਹੀਂਗਾ ਤੇ ਇਹਨਾਂ ਨੂੰ ਸੈਂਸਰ ਕੀਤਾ ਜਾ ਰਿਹਾ। ਹੁਣ ਵੈਕਸੀਨ ਦੀ ਮੈਂ ਗੱਲ ਕਰੂੰਗਾ ਜੀ, 3 ਗੱਲਾਂ। ਪਹਿਲੀ ਗੱਲ ਕਿ ਫਾਈਜ਼ਰ, ਮੋਡਰਨਾ, ਐਸਟਰਾਜੈਨਿਕ, ਇਹ ਮਤਲਬ ਇਹਨਾਂ ਨੇ ਐਸਟਰਾਜੈਨਿਕ ਇਹਨਾਂ ਨੇ ਰੋਕਤੀ ਸੀਗੀ ਕਿਉਂਕਿ ਬਲੱਡ ਕਲੌਟ ਦੀ ਪ੍ਰੋਬਲਮ ਆਉਣ ਲੱਗੀ ਸੀ ਨਾ ਜੀ। ਤੇ ਫਾਈਜ਼ਰ ਤੇ ਮੋਡਰਨਾ ਇਹ ਜਿਹੜੀਆਂ 2 ਵੈਕਸੀਨਾਂ ਦੇ ਦੋਨੇ ਜਿਨ੍ਹਾਂ ਨੇ ਬਣਾਈਆਂ, ਇਹ ਆਪ ਕਹਿੰਦੇ ਕਿ ਵੈਕਸੀਨ ਤੁਹਾਨੂੰ ਵਾਇਰਸ ਤੋਂ ਨਹੀਂ ਬਚਾਊਗੀ, ਇਹ ਸਿਰਫ ਇੰਨਾ ਕਹਿੰਦੇ ਕਿ ਸਿੰਪਟਮਸ ਘਟਾਊਗੀ। ਪਰ ਸਿੰਪਟਮਸ ਵਾਲੀ ਵੀ ਗੱਲ ਇਹਨਾਂ ਨੇ ਝੂਠ ਬੋਲੀ ਹੁਣ, ਕਿਉਂਕਿ ਉਹਦੀ ਰਿਵਿਊ ਹੋਈ ਸੀਗੀ, ਪੀਅਰ ਰਿਵਿਊ ਸਟੱਡੀ ਹੁੰਦੀ ਤੇ ਉਹ ਵੀ ਇਹਨਾਂ ਦੀ ਗੱਲ ਝੂਠੀ ਨਿਕਲੀ ਆ। ਇਹ ਆਪ ਮੰਨਦੇ ਕਿ ਵਾਇਰਸ ਤੋਂ ਨਹੀਂ ਬਚਾਊਗੀ, ਨਾ ਟ੍ਰਾਂਸਮਿਸ਼ਨ ਬਚਾਊਗੀ, ਤੇ ਸਭ ਤੋਂ ਵੱਡੀ ਗੱਲ ਇਹ ਆ ਕਹਿੰਦੇ ਸਾਈਡ ਇਫੈਕਟ ਹੋਊਗੇ, ਪਰ ਕੋਈ ਵੀ ਬੰਦਾ ਸੂ ਨਹੀਂ ਕਰ ਸਕਦਾ ਜਿਨ੍ਹਾਂ ਨੇ ਵੈਕਸੀਨ ਬਣਾਈ ਆ। ਲਾਇਬਲ ਨਹੀਂ ਹੈਗੇ, ਨਾ ਆਥੋਰਾਈਜ਼ਡ ਹੈ ਜੀ ਵੈਕਸੀਨ। ਠੀਕ ਹੈ ਜੀ, ਤੁਸੀਂ ਟੀਵੀ ਤੁਹਾਡੀ ਖਤਮ ਹੋ ਗਏ ਪੁਆਇੰਟਸ। ਹਾਂਜੀ, ਇਹ ਗੱਲ ਬਹੁਤ ਜ਼ਰੂਰੀ ਹੈ। 2 ਗੱਲਾਂ ਕਿ ਇਹ ਆਪਾਂ ਇਹਨਾਂ ਨੂੰ ਲਾਇਬਲ ਨਹੀਂ ਰੱਖ ਸਕਦੇ, ਸਰਕਾਰ ਇਹ ਮਤਲਬ ਲੋ ਤੋਂ ਉੱਤੇ ਨੇ, ਆਪਾਂ ਇਹਨਾਂ ਨੂੰ ਸੂ ਨਹੀਂ ਕਰ ਸਕਦੇ। ਦੂਜੀ ਗੱਲ ਹੈ ਕਿ ਆਥੋਰਾਈਜ਼ਡ ਨਹੀਂ ਹੈਗੀ ਵੈਕਸੀਨ, ਇਹ ਸਿਰਫ ਐਮਰਜੈਂਸੀ ਯੂਜ਼ ਵਾਸਤੇ ਹੈ ਜੀ। ਬਿਲਕੁਲ, ਤੁਸੀਂ ਇਸ ਗੱਲ 'ਚ ਬਿਲਕੁਲ ਠੀਕ ਹੋ ਜੀ, ਕਿਉਂਕਿ ਐਮਰਜੈਂਸੀ ਯੂਜ਼ ਵਾਸਤੇ ਇਹ ਦਵਾਈ ਅਲਾਉ ਕੀਤੀ ਗਈ ਹੈ, ਅਦਰਵਾਈਜ਼ ਇਹ ਹਜੇ ਤੱਕ ਅਪਰੂਵ ਨਹੀਂ ਹੈਗੀਆਂ। ਪਰ WHO ਨੇ ਇਸ ਕਰਕੇ ਕੀਤੀ ਸੀਗੀ ਕਿ ਜਿਹੜੀ ਇਹ ਹੈਗਾ ਇਹ ਹੱਥੋਂ ਬਾਹਰ ਨਿਕਲ ਰਿਹਾ, ਇਸ ਕਰਕੇ ਦਵਾਈਆਂ ਅਪਰੂਵ ਕੀਤੀਆਂ। ਯੂ ਆਰ ਰਾਈਟ ਔਨ ਦੈਟ। ਪਰ ਜਿਹੜੀਆਂ ਹੁਣ ਐਗਜ਼ਾਮਪਲ ਦੇਣਾ ਚਾਹੁੰਦਾ ਜੀ, ਮੇਰਾ ਕਜ਼ਨ ਇੰਡੀਆ 'ਚ ਡਾਕਟਰ ਹੈ ਨਾ ਜੀ, ਜੀ ਉਹਨੇ ਦੋਨੇ ਡੋਸਾਂ ਲਵਾਈਆਂ, ਉਹਦੀ ਫੈਮਿਲੀ ਨੇ ਦੋਨੇ ਡੋਸਾਂ ਲਵਾਈਆਂ। ਵੀਕ ਬਾਅਦ ਸਾਰੇ ਬਿਮਾਰ ਜੀ, ਕੋਵਿਡ ਨਾਲ ਸਾਰੇ ਬਿਮਾਰ। ਹਾਂਜੀ, ਠੀਕ ਹੈ। ਜਿਹੜੀ ਕੋਵਿਡ ਦੀ ਗੱਲ ਹੈਗੀ ਆ, ਜਿਹੜੇ ਵੈਕਸੀਨ ਜਿਨ੍ਹਾਂ ਨੇ 2 ਵੀ ਲਵਾਇਆ, ਜਿਹੜਾ ਵੈਕਸੀਨ ਵਾਲੇ ਆ ਜਿਹਨੇ ਡਾਕਟਰਸ ਨੇ, ਤੁਹਾਡਾ ਲਿੰਕ ਹੈਗਾ ਡਾਕਟਰ ਦੇ ਨਾਲ, ਹਰ ਡਾਕਟਰ ਇਹੀ ਕਹਿੰਦਾ, ਸਾਡੇ ਇੱਥੋਂ ਦੇ ਜਿਹੜੇ ਡਾਕਟਰਸ ਨੇ ontario ਦੇ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਈਵਨ ਮੇਰੇ ਟਾਈਮ ਨੇ ਵੀ ਇਹੀ ਗੱਲ ਕਹੀ ਹੈ, ਜਿਹੜੀ ਮੈਡੀਕਲ ਡਾਕਟਰ ਕੈਨੇਡਾ ਦੀ ਹੈਗੀ ਆ, ਕਿ ਜਿਹੜਾ ਵੈਕਸੀਨ ਹੈਗਾ ਇਹ ਤੁਹਾਨੂੰ ਸਿਰਫ ਇਹ ਬਚਾ ਕਰਦਾ ਕਿ ਤੁਸੀਂ ICU 'ਚ ਨਹੀਂ ਜਾਓਗੇ। ਇਹ ਤੁਹਾਨੂੰ ਕੰਡੀਸ਼ਨ ਵਰਸਟ ਹੋਣ ਤੋਂ ਰੋਕਦਾ ਹੈ। ਦਿਸ ਇਜ਼ ਦ ਵੇ ਦੇ ਹੈਵ ਐਕਸਪਲੇਨਡ ਦਿਸ ਥਿੰਗ। ਓਕੇ, ਆਪਾਂ ਨਾ ਤੁਸੀਂ ਸਪੈਸ਼ਲਿਸਟ ਹੋ ਨਾ ਮੈਂ ਸਪੈਸ਼ਲਿਸਟ ਹੈ, ਪਰ ਆਪਾਂ ਜਿਹੜੀਆਂ ਗੱਲਾਂ ਸੁਣਦੇ ਆ, ਤੁਸੀਂ ਵੀ ਸੁਣੀ ਤੇ ਗੱਲ ਕਰ ਰਹੇ ਹੋ, ਮੈਂ ਵੀ ਗੱਲ ਕਰ ਰਿਹਾ, ਪਰ ਆਪਾਂ ਗੱਲ ਜਾਣਾ ਪੈਂਦਾ ਮੈਜੋਰਿਟੀ ਤੇ ਜਾਣਾ ਪੈਂਦਾ ਵੀ ਮੋਸਟ ਆਫ ਦ ਡਾਕਟਰਸ ਦੇ ਆਰ ਸੇਇੰਗ ਇਟ ਵੀ ਇਹ ਤੁਹਾਨੂੰ ICU ਜਾਣਾ ਬਚਾਏਗਾ। ਸੈਕੰਡਲੀ, ਇੰਡੀਆ ਦੀ ਜੇ ਆਪਾਂ ਗੱਲ ਕਰਦੇ ਹਾਂ, ਆਪਾਂ ਬਾਕੀ ਥਾਵਾਂ ਤੇ ਆਪਣੇ ਇੱਥੇ ਬਹੁਤ ਮੌਤਾਂ ਹੋਈਆਂ ਨੇ। ਇੰਡੀਆ 'ਚ ਆਪਾਂ 50-50 ਇਕੱਠੀਆਂ ਚਿਤਾਵਾਂ ਮੱਚਦੀਆਂ ਦੇਖੀਆਂ ਨੇ। ਇਹ ਕੋਈ ਐਸੀ ਗੱਲ ਤਾਂ ਹੈ ਨਹੀਂ ਕਿ ਕਿਸੇ ਇਕੱਲੇ ਜਿਹੜੇ ਫਲੂ ਆ ਉਹਦੇ ਨਾਲ ਮੌਤਾਂ ਹੋ ਜਾਣਗੀਆਂ, ਕੋਈ ਚੀਜ਼ ਤਾਂ ਹੈ, ਦੇਅਰ ਇਜ਼ ਸਮਥਿੰਗ ਜਿਹਨੂੰ ਕਿ ਇਸ ਗੱਲ ਨੂੰ ਅਸੀਂ ਸਾਰੇ ਲੋਕ ਮਾਸਕ ਲਾਈ ਫਿਰਦੇ ਹਾਂ। ਸਾਰੀ ਦੁਨੀਆ, ਇੰਨੀ ਦੁਨੀਆ ਦੇ ਵਿੱਚ ਇੰਨੇ ਡਾਕਟਰਸ ਨੇ, ਵਿੱਚੋਂ 1 ਜਾਂ 2 ਕੋਈ ਚੈਲੰਜ ਕਰ ਲਿਆ। ਅਜਿਹੀ ਚੀਜ਼ ਨੂੰ ਮੇਰਾ ਖਿਆਲ ਹੈ ਕਿ ਹਜ਼ਾਰਾਂ ਲੱਖਾਂ ਡਾਕਟਰਸ ਨੂੰ ਇਹ ਚੀਜ਼ ਨੂੰ ਚੈਲੰਜ ਕਰਨਾ ਚਾਹੀਦਾ, ਜਿਹੜੇ 1-2 ਡਾਕਟਰ ਹੈਗੀ ਹੈ ਜੀ। ਤੁਹਾਨੂੰ ਮੈਂ ਦੱਸ ਦਿੰਦਾ, ਵੈਬਸਾਈਟ ਆ ਵਰਲਡ ਡਾਕਟਰਸ ਅਲਾਈਅੰਸ ਦਾ ਇੱਕ ਵੈਬਸਾਈਟ। ਹਾਂਜੀ, ਉਹਦੇ ਉੱਤੇ ਮੈਨੂੰ ਲੱਗਦਾ ਆਪਣਾ 1 ਲੱਖ ਡਾਕਟਰਾਂ ਨੇ ਆਲਰੇਡੀ ਸਾਈਨ ਕਰਤੇ ਆ ਜੀ। ਠੀਕ ਹੈ ਜੀ, ਤੁਸੀਂ ਬਾਕੀ ਦਾ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਇਹ ਠੀਕ ਹੈ ਜੀ। ਹਰ ਇੱਕ ਦਾ ਆਪਦਾ ਓਪੀਨੀਅਨ, ਆਪਾਂ ਵੀ ਆਰ ਨਾਟ ਸਪੈਸ਼ਲਿਸਟ, ਪਰ ਜਿਹੜੀ ਹੁਣ ਤੱਕ ਗੱਲ ਚੱਲਦੀ ਹੈ, ਮੈਜੋਰਿਟੀ ਦੀ ਗੱਲ ਚੱਲਦੀ, ਸਾਨੂੰ ਕਈ ਗੱਲਾਂ ਮੰਨਣੀਆਂ ਪੈਂਦੀਆਂ ਨੇ। ਕਿਵੇਂ ਕੋਈ ਹੋਰ ਵੈਕਸੀਨ ਦੇ ਚੱਕਦਾ, ਉਹ ਲੈ ਲਿਆ, ਅਸੀਂ ਯਕੀਨ ਕਰਦੇ ਵੀ ਠੀਕ ਹੈਗਾ। ਜਿਹੜਾ ਹੈਗਾ ਜਿੰਨਾ ਅੰਗ ਪੈਰ ਖਰਾਬ ਹੋ ਜਾਂਦੇ ਨੇ, ਪੋਲੀਓ, ਅਸੀਂ ਉਹਦਾ ਸਾਨੂੰ ਕਿਹਾ ਗਿਆ, ਅਸੀਂ ਲੈ ਲਿਆ, ਠੀਕ ਹੈ। ਸਾਨੂੰ ਜਿਹਨੂੰ ਛੋਟੇ ਹੁੰਦੇ ਨੂੰ ਲੋਦੇ ਕਹਿੰਦੇ ਆ, ਲਾਈਦੇ ਹੁੰਦੇ ਸੀਗੇ, ਅਸੀਂ ਉਹ ਲਈ, ਸਾਨੂੰ ਦੱਸਿਆ ਗਿਆ, ਅਸੀਂ ਸੋ ਵੀ ਗਾਟ ਟੂ ਟਰਸਟ ਸਮਬਡੀ ਸਮਵੇਅਰ। ਹਰੇਕ ਦਾ ਇਹ ਹਰ ਇੱਕ, ਇਹ ਸਾਨੂੰ ਕੀ ਪਤਾ ਕਿ ਜਿਹੜਾ ਫੂਡ ਖਾਣਾ ਬਹੁਤ ਚੰਗਾ। ਬਿਲਕੁਲ ਸਰ, ਉਹੀ ਹੈ ਕਿ ਜਿਵੇਂ ਹੌਕਸ ਦੀ ਇਹਨਾਂ ਨੇ ਗੱਲ ਕੀਤੀ ਆ, ਚਾਹੇ ਕੋਈ ਕਨਸਪੀਰੇਸੀ ਨਾਲ ਪੈਦਾ ਹੋਇਆ ਹੋਵੇ ਵਾਇਰਸ, ਚਾਹੇ ਕੁਝ ਵੀ ਹੈ। ਲਾਈਕ ਹੁਣ ਮੈਂ ਵੀ ਖੁਦ ਐਕਸਪੀਰੀਅੰਸ ਇਹ ਚੀਜ਼ ਕਰਕੇ ਦੇਖੀ, ਨਹੀਂ ਬੁਰੀ ਕੰਡੀਸ਼ਨ ਕਦੇ ਨਹੀਂ ਹੋਈ ਹੈਗੀ ਜਿੰਨੀ ਕਿ ਇਸ ਵਾਇਰਸ ਦੇ ਦੌਰਾਨ ਹੋਈ ਹੈ। ਜੋ ਤੁਸੀਂ ਪੇਨ ਮਹਿਸੂਸ ਕਰਦੇ ਹੋ, ਤੁਸੀਂ ਸ਼ਾਰਟਨੈਸ ਆਫ ਬ੍ਰੈਥ ਮਹਿਸੂਸ ਕਰਦੇ ਹੋ, ਤੁਹਾਨੂੰ ਸਾਹ ਲੈਣ 'ਚ ਤਕਲੀਫ ਆਉਂਦੀ ਆ। ਸੋ ਪਰਸਨਲ ਐਕਸਪੀਰੀਅੰਸ ਮੈਂ ਦੱਸ ਰਹੀ ਹਾਂ ਕਿ ਇਹ ਹੁਣ ਤੱਕ ਦੀ ਮੇਰੀ ਉਮਰ ਦੇ ਵਿੱਚ ਇਹ ਚੀਜ਼ਾਂ ਮੈਂ ਨਹੀਂ ਦੇਖੀਆਂ, ਨਾ ਮੈਂ ਕਦੇ ਫੇਸ ਕੀਤੀਆਂ। ਫਲੂ ਵੀ ਵਰਸਟ ਤੋਂ ਵਰਸਟ ਹੋ ਸਕਦਾ, ਪਰ ਐਨੀ ਵਰਸਟ ਕੰਡੀਸ਼ਨ ਕਦੇ ਨਹੀਂ ਹੋ ਸਕਦੀ। ਤੁਹਾਡੇ ਰਿਬਸ ਦੇ ਵਿੱਚ ਪੇਨ ਹੁੰਦਾ ਆ, ਇੰਨੀ ਕੁ ਜ਼ਿਆਦਾ ਪੇਨ ਹੁੰਦੀ ਹੈ ਕਿ ਤੁਹਾਨੂੰ ਮੈਡੀਕਲ ਜਿਹੜੇ ਤੁਸੀਂ ਮੈਡੀਸਨਸ ਲੈਂਦੇ ਹੋ ਉਹ ਵੀ ਤੁਹਾਨੂੰ ਕੋਈ ਅਸਰ ਨਹੀਂ ਕਰਦੀ।
ਸਾਹ ਲੈਣ 'ਚ ਤੁਹਾਨੂੰ ਤਕਲੀਫ ਹੁੰਦੀ ਹੈ, ਔਰ ਨਾਰਮਲ ਫਲੂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੰਨੀ ਥੋੜੀ ਵਰਸਟ ਕੰਡੀਸ਼ਨ ਹੋ ਸਕਦੀ ਆ। ਇਹ ਸਾਰੇ ਚੀਜ਼ਾਂ ਇਹ ਹੈ ਕਿ ਹੌਕਸ ਨਹੀਂ ਹੈ, ਇਹ ਬਾਕੀ ਕੋਈ there is something ਐਸੀ ਗੱਲ ਨਹੀਂ ਜਿਹਨੇ ਇੰਨਾ ਕੁਛ ਇੰਨੀਆਂ ਮੌਤਾਂ ਹੋਈਆਂ ਨੇ, ਸਾਹ ਔਖਾ ਹੁੰਦਾ ਹੈਗਾ। ਤੁਸੀਂ ਯੂ ਹੈਵ ਗੋਨ ਥਰੂ ਦਿਸ ਥਿੰਗ, ਆਈ ਹੈਵਨਟ ਸੋ ਫਾਰ, ਬਟ there is something। ਔਰ ਉਸ ਤੋਂ ਬਾਅਦ ਜੋ ਵੀਕਨੈਸ ਆਉਂਦੀ ਆ ਉਹ ਬਹੁਤ ਜ਼ਿਆਦਾ ਬੁਰਾ ਕਰਦੀ ਆ ਕਿ ਤੁਹਾਨੂੰ ਛੇਤੀ ਤੁਸੀਂ ਕਵਰ ਨਹੀਂ ਹੋ ਪਾਉਂਦੇ ਹੈਗੇ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ। ਸਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫਿਰ ਆਪਾਂ ਵਾਪਸ ਆਉਂਦੇ ਹਾਂ ਤੁਹਾਡੇ ਸਵਾਲ ਦੇ ਨਾਲ। ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ ਹਾਂ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਅਸੀਂ ਵਾਪਸ ਆ ਰਹੇ ਹਾਂ, ਫਿਰ ਸਵਾਲ ਲੈ ਕੇ ਆ ਰਹੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ। ਤੇ ਕਾਫੀ ਖਬਰਾਂ 'ਚ ਜਿਹੜੀਆਂ ਡਿਸਕਸ ਹੋਈਆਂ ਨੇ, ਤੇ ਜਾਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਇੱਕ ਖਬਰ ਜ਼ਰੂਰ ਡਿਸਕਸ ਕਰਨਾ ਚਾਹਾਂਗੇ। ਬ੍ਰੈਂਪਟਨ ਦੀ ਇਹ ਖਬਰ ਹੈ। ਇਸ ਤੋਂ ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਆਪਾਂ ਇੱਥੇ ਬੋਲਦੇ ਆ। ਮੈਂ ਕਿਹਾ ਨਾ ਐਵੇਂ ਬੋਲੀ ਜਾਂਦੇ ਲੋਕ, ਜਿਨ੍ਹਾਂ ਦੇ ਨਾਲ ਹੋਈਆਂ ਉਹਨਾਂ ਨੂੰ ਪੁੱਛ ਕੇ ਦੇਖੋ, ਘਰਾਂ ਦੇ ਘਰ ਖਾਲੀ ਹੋਏ ਵੇ ਆ। ਚੀਜ਼ ਹੈਗੀ ਆ ਕੋਈ ਇਹ ਬਿਮਾਰੀ ਤਾਂ ਹੀ ਆ, ਐਵੇਂ ਅੱਗੇ ਨਾ ਕਿਤੇ ਐਵੇਂ ਹੋ ਗਈ। ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਕਿ ਜੇ ਬਿਮਾਰੀ ਆਈ ਆ ਤਾਂ ਆਈ ਆ ਜੀ। ਬਿਲਕੁਲ ਹੈ ਜੀ, ਬਿਲਕੁਲ ਕੁਛ ਤਾਂ ਹੈ, ਬਿਮਾਰੀ ਤਾਂ ਹੈ ਜੀ। ਤਰਨ ਕੋਲ ਐਗਜ਼ਾਮਪਲ ਬੈਠੀ ਹੈ ਜੀ। ਬਿਲਕੁਲ ਜੀ, ਸ਼ੁਕਰੀਆ ਜੀ। ਪਤਾ ਹੈ ਨਾ ਕਿਸੇ ਤਰ੍ਹਾਂ ਦੇ ਵਿੱਚ ਇੱਕ ਚ ਹੋ ਹਟਿਆ। ਬਿਲਕੁਲ ਜੀ, ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਨੂੰ ਨਹੀਂ ਪਤਾਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਬ੍ਰੈਂਪਟਨ ਦੀ ਖਬਰ ਹੈ ਜੀ। ਬ੍ਰੈਂਪਟਨ ਵਾਸੀ ਹੁਣ ਸਾਵਧਾਨ ਹੋ ਜਾਣ, ਖਾਸ ਤੌਰ ਤੇ ਉਹ ਜਿਹੜੇ ਕਿ ਕਾਰਾਂ ਦੇ ਵਿੱਚ ਮਫਲਰ ਲਾ ਕੇ ਜਿਹੜੇ ਪਟਾਕੇ ਪਵਾਉਂਦੇ ਨੇ, ਕਾਰਾਂ ਦੀ ਆਵਾਜ਼ਾਂ ਉੱਚੀ ਉੱਚੀ ਕਰਦੇ ਨੇ। ਸੋ ਉਹਨਾਂ ਲਈ ਖਾਸ ਤੌਰ ਤੇ ਖਬਰ ਹੈ। ਬ੍ਰੈਂਪਟਨ ਦੀ ਸਿਟੀ ਕੌਂਸਲ ਦੇ ਵੱਲੋਂ ਮੋਸ਼ਨ ਜਿਹੜਾ ਇੱਕ ਪਾਸ ਕੀਤਾ ਗਿਆ, ਜੋ ਕਿ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਇਸ ਮੋਸ਼ਨ ਦੇ ਤਹਿਤ ਹੁਣ ਜਿਹੜੇ ਵੀ ਇੱਕ ਲਿਮਿਟਡ 80 ਡੈਸੀਮਲ ਦੀ ਸਪੀਡ ਤੋਂ ਉੱਪਰ ਦੀ 80 ਡੈਸੀਮਲ ਤੋਂ ਉੱਪਰ ਦੀ ਜਿਹੜੀ ਤੁਹਾਡੀ ਆਵਾਜ਼ ਹੋਏਗੀ ਤੁਹਾਡੇ ਹਾਰਨ ਦੀ, ਜਾਂ ਫਿਰ ਤੁਹਾਡੇ ਜੋ ਤੁਸੀਂ ਮਫਲਰਸ ਉਤਾਰ ਕੇ ਕਾਰ ਦੀ ਪਟਾਕੇ ਪਵਾਉਂਦੇ ਹੋ, ਸੋ ਹੁਣ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ। ਸਰ ਕੀ ਕਹਿਣਾ ਚਾਹੋਗੇ? ਦਿਸ ਇਜ਼ ਰਾਈਟ ਮੂਵ, ਇਹ ਹੋਣਾ ਚਾਹੀਦਾ ਕਿਉਂਕਿ ਦੇਖੋ ਨੇਬਰਹੁੱਡ ਦੇ ਵਿੱਚ ਤੁਸੀਂ ਫਿਰਦੇ ਹੋ, ਵਾਈਟ ਸਟਰੀਟ ਹੈ, ਰਾਤ ਨੂੰ ਤੁਸੀਂ ਸੁੱਤੇ ਪਏ, ਕਾਰ ਆ ਬੁਰ ਕਰਦਾ ਆ ਰਿਹਾ, ਫਿਰ ਠਾ ਹੋ ਰਹੀ ਹੈ ਜਿਵੇਂ ਗੋਲੀ ਚੱਲਦੀ ਹੁੰਦੀ। ਐਕਚੁਅਲੀ ਦੈਟਸ ਵਾਟ ਇਟ ਸਾਊਂਡਸ ਲਾਈਕ ਇਟ, ਰਾਈਟ? ਤੁਹਾਨੂੰ ਸੁੱਤੇ ਪਏ ਉੱਠ ਕੱਢਦੇ ਹੋ, ਤੁਹਾਨੂੰ ਕਿਹਨੇ ਹੱਕ ਦਿੱਤਾ ਮੇਰੀ ਨੀਂਦ ਡਿਸਟਰਬ ਕਰਨ ਦਾ? ਠੀਕ ਹੈ ਨਾ, ਤੁਹਾਨੂੰ ਹੱਕ ਹੈਗਾ, ਹਰੇਕ ਨੂੰ ਹੱਕ ਹੈ ਸੋਟੀ ਘੁਮਾਉਣ ਦਾ। ਪਰ ਜਿੱਥੇ ਮੇਰਾ ਨੱਕ ਸ਼ੁਰੂ ਹੋ ਗਿਆ ਉੱਥੇ ਤੁਸੀਂ ਸੋਟੀ ਘੁਮਾ ਸਕਦੇ। ਤੁਸੀਂ ਆਪਦੇ ਪਟਾਕੇ ਪਾਉਣੇ ਆ, ਜਾਓ ਕਿਤੇ ਅੱਡ ਰੇਸ ਕੋਰਸ ਹੈਗੇ, ਉੱਥੇ ਜਾ ਕੇ ਜਿਹੜਾ ਕੁਛ ਕਰਨਾ ਕਰ ਲਓ। ਨੇਬਰਹੁੱਡ ਦੇ ਵਿੱਚ ਦਿਸ ਇਜ਼ ਰੋਂਗ। ਐਕਚੁਅਲੀ ਇਹ ਕਾਨੂੰਨ ਆਲਰੇਡੀ ਪਾਸ ਹੋਇਆ ਹੈ, ਸਾਡੇ ਪ੍ਰੋਵਿੰਸ ਨੇ ਇਹ ਕਾਨੂੰਨ ਪਾਸ ਕੀਤਾ, ਲਾਗੂ ਹੀ ਨਹੀਂ ਕਰ ਰਿਹਾ। ਇਹਨੂੰ ਰਾਇਲ ਐਸੈਂਟ ਮਿਲ ਚੁੱਕੀ ਹੋਈ ਹੈਗੀ ਆ। ਇਹ ਗੁਰਪ੍ਰੀਤ ਢਿੱਲੋਂ ਨੇ ਜਿਹੜੀ ਇਹ ਗੱਲ ਕੀਤੀ ਹੈਗੀ ਆ, ਰਿਮਾਈਂਡਰ ਹੈ। ਉਹ ਕਹਿੰਦੇ ਬ੍ਰੈਂਪਟਨ ਪਹਿਲਾਂ ਦੋ ਚੀਜ਼ਾਂ ਲਈ ਫੇਮਸ ਸੀ, ਇੱਕ ਤਾਂ ਇੱਥੇ ਕਿ ਆਬਾਦੀ ਬਹੁਤ ਹੈ, ਮਿਨੀ ਪੰਜਾਬ ਕਿਹਾ ਜਾਂਦਾ ਹੈ, ਤੇ ਦੂਜੇ ਪਾਸੇ ਇਹਦੇ ਲਈ ਵੀ ਫੇਮਸ ਸੀਗਾ ਕਿ ਇੱਥੇ ਲੋਕੀ ਆਟੋ ਇੰਸ਼ੋਰੈਂਸ ਦੀ ਜਿਹੜੀਆਂ ਇਸ ਵਕਤ ਅਸੀਂ ਕਹਿ ਲਈਏ ਕਿ ਕਾਰ ਦੀਆਂ ਇੰਸ਼ੋਰੈਂਸਿਸ ਬਹੁਤ ਜ਼ਿਆਦਾ ਹਾਈ ਪੇ ਕਰਦੇ ਨੇ। ਸੋ ਹੁਣ ਇਹ ਦੋ ਚੀਜ਼ਾਂ ਹੋਰ ਫੇਮਸ ਹੋ ਚੁੱਕੀਆਂ ਨੇ। ਇੱਕ ਤਾਂ ਬ੍ਰੈਂਪਟਨ ਦੇ ਵਿੱਚ ਪਲਾਜ਼ਿਆਂ ਦੇ ਵਿੱਚ ਜਿਹੜੀ ਗੱਡੀਆਂ ਵਿੱਚ ਉੱਚੀ ਉੱਚੀ ਗਾਣੇ ਵੱਜਦੇ ਨੇ, ਦੂਜਾ ਜਿਹੜਾ ਹੁਣ ਗੱਡੀਆਂ ਤੇ ਜਿਹੜੇ ਪਟਾਕੇ ਪੈਂਦੇ ਨੇ, ਇਹ ਵੀ ਕਾਫੀ ਜ਼ਿਆਦਾ ਫੇਮਸ ਹੋ ਚੁੱਕੇ ਨੇ। ਤੀਜੀ ਇੱਕ ਗੱਲ ਹੋਰ ਹੋ ਗਈ ਹੈ, ਸਾਡੀ ਅਸੀਂ ਆਬਾਦੀ ਦੇ ਵਿੱਚ 30% ਹੈ ਬ੍ਰੈਂਪਟਨ ਦੀ ਇੰਡੀਅਨ ਲੋਕ। ਕੀ ਬਾਤ ਹੈ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਠੀਕ ਹੋ ਗਏ ਦੀਦੀ? ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਸ਼ੁਕਰੀਆ ਜੀ ਭਾਜੀ, ਬਿਨਾਂ ਉਹਦਾ ਪ੍ਰੋਗਰਾਮ ਵਧੀਆ ਨਹੀਂ ਲੱਗਦਾ ਸੀ। ਥੈਂਕ ਯੂ ਜੀ। ਨਹੀਂ ਸੌਣ ਲੱਗੇ ਦੀਦੀ, ਤੁਸੀਂ ਖਬਰਾਂ ਸੱਚੀਆਂ ਦੱਸਦੇ ਸੀ, ਸੌਣ ਲੱਗੇ ਦਿਲ ਜਿਹਾ ਲੱਗਦਾ ਟੀਵੀ ਨੂੰ ਔਨ ਕਰਨ ਨੂੰ ਦਿਲ ਨਹੀਂ ਕਰਦਾ ਸੀ ਵੀ ਇਹ ਤਾਂ ਹੈ ਨਹੀਂ ਅੱਜ। ਥੈਂਕ ਯੂ ਸੋ ਮਚ ਜੀ। ਕਿੱਥੋਂ ਬੋਲ ਰਹੇ ਹੋ ਤੁਸੀਂ? ਜੀ ਮੈਂ ਮਾਲਟਨ ਤੋਂ ਬੋਲਦਾ ਦੀਦੀ। ਥੈਂਕ ਯੂ ਸੋ ਮਚ ਜੀ। ਤੁਸੀਂ ਚੈਨਲ ਨਾਲ ਇਦਾਂ ਹੀ ਜੁੜੇ ਰਹੋ, ਅੱਗੇ ਵੀ ਕਾਲ ਕਰਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਦੀਦੀ ਮੈਂ ਇੱਕ ਗੱਲ ਕਰਨੀ ਸੀ। ਬਿਲਕੁਲ ਜੀ। ਅਜੇ ਪਟਾਕੇ ਪਾਉਣ ਦੀ ਗੱਲ ਹੈ ਦੀਦੀ। ਹਾਂਜੀ ਉਹਨੇ ਦੀਦੀ ਮੈਂ ਰੋਡ ਕ੍ਰਾਸ ਕੀਤੇ, ਉਹਨੇ ਬਜ਼ੁਰਗ ਦੀ ਮੌਤ ਹੋਈ ਆ। ਇੰਡੀਅਨ ਸੀ ਕਿ ਉਹਨੇ ਪਟਾਕਾ ਵਜਾਇਆ ਗੱਡੀ, ਹਾਂ ਦੇ ਬਜ਼ੁਰਗ ਦੀ ਮੌਤ ਹੋ ਗਈ ਜੀ। ਦਿਲ ਦਾ ਹਲ ਗਿਆ। ਅੱਛਾ ਠੀਕ ਹੈ, ਥੈਂਕ ਯੂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਜੀ। ਥੈਂਕ ਯੂ ਸੋ ਮਚ ਸਰ। ਇਟਸ ਅ ਡਿਸਟਰਬੈਂਸ, ਚਾਹੇ ਕੁਝ ਵੀ ਹੈ, ਤੁਹਾਨੂੰ ਸਾਰੇ ਹੱਕ ਹੈਗੇ, ਮੌਜ ਮੇਲਾ ਕਰਨ ਦਾ ਸਭ ਕੁਝ ਹੈਗਾ, ਪਰ ਹੈਸ ਟੂ ਬੀ ਲਿਮਿਟ। ਗੱਲ ਕਰਦੇ ਹਾਂ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਬਰਾਬਰ ਤੋਂ ਬੋਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਮੋਸਟ ਵੈਲਕਮ ਟੂ ਕਮ ਬੈਕ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਨੂੰ ਬਹੁਤ ਮਿਸ ਕੀਤਾ, ਸਾਨੂੰ ਤਾਂ ਪ੍ਰੋਗਰਾਮ ਵੀ ਵਧੀਆ ਨਹੀਂ ਸੀ ਲੱਗਦਾ। ਮੈਂ ਖੁਦ ਪ੍ਰੋਗਰਾਮ ਨੂੰ ਤੇ ਤੁਹਾਨੂੰ ਸਭ ਨੂੰ ਬਹੁਤ ਮਿਸ ਕੀਤਾ ਜੀ। ਹਾਂਜੀ ਹਾਂ ਬੇਟਾ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜੋ ਇੰਨੀਆਂ ਦੁਆਵਾਂ ਭੇਜੀਆਂ ਨੇ। ਥੈਂਕ ਯੂ ਬਹੁਤ ਬਹੁਤ। ਇਹ ਚੰਗੀ ਗੱਲ ਹੈ ਤਰਨ ਕਿ ਜਿਹੜੀ ਇਹ ਸਾਡੀ ਕੌਂਸਲ ਹੈ, ਇਹ ਸਰਕਾਰ ਨੂੰ ਕਰੀ ਵੀ ਲਾਗੂ ਕਰੋ। ਸਰ ਫਿਰ ਸਰਕਾਰ ਜਦ ਪਤਾ ਹੈ ਕਿ ਇਹ ਸਭ ਕੁਝ ਹੋ ਰਿਹਾ, ਫਿਰ ਇਹ ਚੀਜ਼ਾਂ ਅਲਾਓ ਹੀ ਨਾ ਕਰੇ। 80 ਡੈਸੀਮਲ ਵੀ ਕਿਉਂ ਅਲਾਓ ਕਰ ਰਹੇ ਨੇ? ਉਹਨਾਂ ਨੂੰ ਵੀ ਪਤਾ ਕਿ ਕੁਝ ਅਜਿਹੇ ਸ਼ਰਾਰਤੀ ਅਨਸਰ ਹੁੰਦੇ ਆ ਕਿ ਉੱਚੀ ਨੀਵੀਂ ਕੋਈ ਚੀਜ਼ ਕਰ ਸਕਦੇ ਆ। ਗੱਡੀਆਂ ਇੱਕ ਤਰੀਕੇ ਨਾਲ ਬਣ ਕੇ ਆਈਆਂ ਨੇ, ਕੰਪਨੀਆਂ ਨੇ ਭੇਜੀਆਂ ਨੇ, ਉਹਦੇ ਨਾਲ ਛੇੜਛਾੜ ਕਰਨ ਦਾ ਕੀ ਆਈਡੀਆ ਵਾ?
ਫਿਰ ਪਤਾ ਕਿਵੇਂ ਲੱਗੂਗਾ ਪਟਾਕਾ ਕਿਉਂ? ਜਿਹਨੇ ਗੱਡੀ ਬਣਾ ਕੇ ਭੇਜੀ ਹੈ ਉਹਨੇ ਪਟਾਕਾ ਵਿੱਚੋਂ ਮਿਸ ਕੀਤਾ ਹੈ ਤੇ ਤੁਸੀਂ ਉਹਨੂੰ ਮੋਡੀਫਾਈ ਕਰਦੇ ਹੋ, ਉਹ 'ਚ ਕੋਈ ਚੇਂਜ ਲੈ ਕੇ ਆਉਣਾ, ਜੋ ਚੇਂਜ ਲੈ ਕੇ ਆਉਣਾ ਨੈਚੁਰਲੀ ਹੈ, ਤੁਸੀਂ ਉਹਦਾ ਪੋਲੂਸ਼ਨ ਵੀ ਵੱਧਦੀ ਹੋਵੇ, ਨੋਇਜ਼ ਪੋਲੂਸ਼ਨ ਤਾਂ ਵੱਧਦੀ ਹੈ ਨਾ। ਵੱਡੇ ਤੁਸੀਂ ਲਵਾਏ ਹੋਏ ਨੇ ਜਿਹੜੇ ਮੋਟਰਸਾਈਕਲ ਨੇ, ਉਹਨਾਂ ਦਾ ਵੀ ਸਰਟਨ ਡੈਸੀਬਲਸ ਹੁੰਦੇ ਨੇ, ਜਿਹੜਾ ਨੋਇਜ਼ ਲੈਵਲ ਹੈ ਉਹਨੇ ਡੈਸੀਬਲਸ ਅਲਾਉ ਕੀਤੇ ਮੋਟਰਸਾਈਕਲ ਤਾਂ ਅਲਾਉ ਕੀਤੇ ਹੁੰਦੇ ਆ ਕਿ ਮੋਟਰਸਾਈਕਲ ਦਿਸਦਾ ਨਹੀਂ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਨੂੰ ਉਹ ਖੜਕਾ ਸੁਣਦਾ, ਤੁਹਾਨੂੰ ਪਤਾ ਲੱਗਦਾ ਮੇਰੇ ਨੇੜੇ ਤੇੜੇ ਮੋਟਰਸਾਈਕਲ ਹੈਗਾ, ਉਹ ਵੀ ਸਰਟਨ ਲੈਵਲ ਦੇ ਡੈਸੀਬਲਸ ਨੇ। ਇਹ ਤਾਂ ਕੋਈ ਲੈਵਲ ਹੀ ਹੈ ਨਹੀਂ ਇਹਦਾ। ਬਰੈਂਪਟਨ 'ਚ ਤਾਂ ਸਰ ਬਹੁਤ ਹੋ ਚੁੱਕਿਆ ਵਾ, ਆਲੇ ਦੁਆਲੇ ਤੁਹਾਡੇ ਏਰੀਆ ਦੇ ਵਿੱਚ, ਬਾਕੀ ਤੁਸੀਂ ਦੇਖਦੇ ਹੋ ਤੁਹਾਡੇ ਇੱਥੇ ਕਿੰਨਾ ਕੁ ਪ੍ਰੂਫ ਹੈਗਾ ਜਾਂ ਕਿੰਨਾ ਕੁ ਸ਼ੋਰ ਸ਼ਰਾਬਾ ਹੁੰਦਾ, ਇਹਦੇ ਬਾਰੇ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ? ਦਰਸ਼ਕ ਜੋਗੇ ਨੇ, ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਰੀ ਤੋਂ ਬੋਲ ਰਹੀ ਹਾਂ। ਵੈਲਕਮ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਪਤਾ ਆਪਣੀ ਸਿਹਤ ਦਾ ਧਿਆਨ ਰੱਖਣਾ। ਓਕੇ, ਸ਼ੁਕਰੀਆ ਜੀ, ਥੈਂਕ ਯੂ, ਬਿਲਕੁਲ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਓਕੇ, ਥੈਂਕ ਯੂ। ਤਰਨ ਗੱਲ ਹੈਗੀ ਆ, ਇਕੱਲੇ ਆਪਾਂ ਬਰੈਂਪਟਨ 'ਚ ਰਹਿੰਦੇ ਹਾਂ, ਮਿਸਾਗਾ 'ਚ ਰਹਿੰਦੇ ਹਾਂ, ਇੱਥੇ ਸਾਨੂੰ ਪਤਾ ਲੱਗਦਾ। ਵੈਸੇ ਇਹ ਮੰਡੀਰ ਹਰ ਥਾਂ ਤੇ, ਮੁੰਡੇ ਖੁੰਡੇ ਹਰ ਥਾਂ ਤੇ, ਉਹ ਵੀ ਇਹੋ ਜਿਹਾ ਕੁਛ ਕਰਦੇ ਆ ਕਿ ਇਕੱਲਾ ਸਾਡਾ ਬਰੈਂਪਟਨ ਰਿਹਾ ਉਹ ਨਾ ਕਰੀਏ ਵੀ ਇਕੱਲੇ ਬਰੈਂਪਟਨ। ਇਹ ਠੀਕ ਹੈ, ਸਾਡੀ ਬਰੈਂਪਟਨ ਦੀ ਕਾਉਂਸਲ ਨੇ ਇਸ ਚੀਜ਼ ਨੂੰ ਪਾਸ ਕੀਤਾ, ਠੀਕ ਹੈ, ਚੰਗੀ ਗੱਲ। ਬਾਕੀਆਂ ਨੂੰ ਵੀ ਇਹੋ ਜਿਹਾ ਕੁਛ ਕਰਨਾ ਚਾਹੀਦਾ, ਇਕੱਲਾ ਬਰੈਂਪਟਨ ਨਹੀਂ ਹੈ। ਬਾਕੀ ਤਾਂ ਤੁਸੀਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਹੋਰਾਂ ਥਾਵਾਂ ਦੇ ਜਿੱਥੇ ਮੈਂ ਦੇਖਿਆ ਇਹ ਕੰਮ ਹੁੰਦਾ। ਰਾਤ ਨੂੰ ਪਾਰਕਿੰਗ ਲਾਟ ਉੱਥੇ ਭਰੇ ਹੁੰਦੇ ਆ ਤੇ ਮੁੰਡੇ ਆਪਣੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਉੱਥੇ, ਜਿਹਨੂੰ ਡੋਨਟਸ ਪਾਉਣਾ ਕਹਿੰਦੇ ਹੁੰਦੇ ਆ, ਟਾਇਰ ਵੀ ਉਹਨਾਂ ਦੇ ਆਪ ਡੋਨਟਸ ਹੁੰਦਾ, ਗੱਡੀ ਨੂੰ ਇੱਕ ਟਾਇਰ ਦੇ ਉੱਤੇ ਘੁਮਾਉਣਾ, ਆਸੇ ਪਾਸੇ ਘੁੰਮੀ ਜਾਂਦੀ ਆ, ਫਿਰ ਤੇਰੀ ਥੱਲੇ ਗੋਲ ਗੋਲ ਬਣ ਜਾਂਦੇ ਆ ਨਾ, ਨਾਲੇ ਟਾਇਰ ਘਸਦਾ। ਜਿਹੜਾ ਸਵਾਦ ਪਿਓ ਦੇ ਪੈਸੇ ਖਰਚਣ ਦਾ, ਉਹ ਆਪਦੇ ਦਾ ਹੈ ਨਹੀਂ ਗਾ, ਕਿਉਂਕਿ ਉਹਨਾਂ ਦੇ ਆਪਦੇ ਘੱਟ ਲੱਗੇ ਹੁੰਦੇ ਆ, ਪਿਓ ਦੇ ਜ਼ਿਆਦਾ ਲੱਗੇ ਹੁੰਦੇ, ਇਸੇ ਕਰਕੇ ਇਹੋ ਜਿਹਾ ਕੁਛ ਕਰਦੇ ਹੈਗੇ ਆ। ਪਰ ਇਹ ਗੱਲ ਘਟਣੀ ਚਾਹੀਦੀ ਹੈ, ਸਾਰੀਆਂ ਮਿਊਨਿਸਪੈਲਿਟੀ 'ਚ ਇਹੋ ਜਿਹਾ ਕੁਛ ਹੈਗਾ, ਬਰੈਂਪਟਨ ਨਾਲ ਕਿਆ ਕਰੋ। ਬਿਲਕੁਲ ਸਰ, ਇਹ ਵੀ ਹੈ ਕਿ ਹੁਣ ਥੋੜੀ ਜਿਹੀ ਪੈਟਰੋਲਿੰਗ ਵੀ ਪੁਲਿਸ ਨੂੰ ਵਧਾਉਣੀ ਚਾਹੀਦੀ ਹੈ, ਜਿਸ ਤਰੀਕੇ ਨਾਲ ਬਰੈਂਪਟਨ 'ਚ ਪਲਾਜ਼ਿਆਂ ਦੇ ਵਿੱਚ ਹੁਣ ਹਾਲ ਹੋ ਰਿਹਾ ਵਾ। ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਐਵੇਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਨਾ ਮੁੰਡੇ ਘੱਟ ਨੇ ਨਾ ਕੁੜੀਆਂ ਘੱਟ ਨੇ, ਦੋਵੇਂ ਪਾਸੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ। ਇਸ ਮਾਮਲੇ 'ਚ ਆਪਾਂ ਕਿਸੇ ਦਿਨ ਹੋਰ ਗੱਲ ਕਰਾਂਗੇ, ਉਹ ਆਪਣਾ ਹੁਣ ਸਮਾਂ ਹੋ ਚੱਲਿਆ। ਮੁੰਡੇ ਕੁੜੀਆਂ ਸਾਰੇ ਬਰਾਬਰ ਹੀ ਨੇ, ਹਰ ਚੀਜ਼ 'ਚ ਬਰਾਬਰ, ਸਭ ਦੇ ਹੱਕ ਵੀ ਬਰਾਬਰ ਹੈ ਤੇ ਚੀਜ਼ ਵੀ ਬਰਾਬਰ ਹੈ। ਬਿਲਕੁਲ ਜੀ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਜੀ? ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ, ਕੋਈ ਗੱਲ ਨਹੀਂ। ਆਪਾਂ ਖਬਰਾਂ ਦਾ ਸਿਲਸਿਲਾ ਹੁਣ ਸਮਾਪਤ ਕਰੀਏ। GoFundMe ਦੇ ਬਾਰੇ ਆਪਾਂ ਜ਼ਰੂਰ ਦੱਸ ਦਈਏ ਤਰਨ। ਬਿਲਕੁਲ ਜੀ, ਇੱਕ ਮਨਦੀਪ ਸਿੰਘ ਜੀ ਨੇ ਜੀ, ਬਰੈਂਪਟਨ ਦੇ ਵਿੱਚ, ਜਿਨ੍ਹਾਂ ਦੀ ਡੈਥ ਹੋ ਗਈ ਹੈ। ਪੰਜਾਬ ਤੋਂ ਆਏ ਸੀ ਇਹ ਕੁਝ ਸਮਾਂ ਪਹਿਲਾਂ, 24 ਸਾਲ ਇਹਨਾਂ ਦੀ ਉਮਰ ਸੀ, ਪੇਰੈਂਟਸ ਦੇ ਇਕਲੌਤੇ ਪੁੱਤਰ ਸਨ। ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੇ ਪਟਾਕੇ ਲਾਉਣੇ ਤਾਂ ਪੰਜਾਬ ਪੁਲਿਸ ਲੈ ਕੇ ਆਉਣੀ ਚਾਹੀਦੀ ਹੈ, ਉਦਾਂ ਤਾਂ ਥੈਂਕ ਯੂ, ਸ਼ੁਕਰੀਆ ਜੀ, ਥੈਂਕ ਯੂ ਜੀ ਕਾਲ ਕਰਨ ਲਈ ਜੀ। ਸਰ ਪੰਜਾਬ ਪੁਲਿਸ ਆਏਗੀ ਤਾਂ ਵੀ ਕਿਹਾ ਜਾਏਗਾ ਕਿ ਇੱਥੇ ਸਾਡੇ ਰਾਈਟਸ ਨੇ। ਬਿਲਕੁਲ, ਗੱਲ ਕਰ ਰਹੇ ਸੀ ਜੀ ਮਨਦੀਪ ਸਿੰਘ ਦੀ। ਕੁਝ ਸਮਾਂ ਪਹਿਲਾਂ ਇਹ ਕੈਨੇਡਾ ਵਿੱਚ ਆਏ ਸੀ ਵਿਦਿਆਰਥੀ ਵੀਜ਼ਾ ਦੇ ਉੱਤੇ, 24 ਸਾਲ ਇਹਨਾਂ ਦੀ ਉਮਰ ਹੈ। ਪੰਜਾਬ ਵਿੱਚ ਇਹਨਾਂ ਦੀ ਮੈਰਿਜ ਹੋ ਚੁੱਕੀ ਹੈ ਤੇ 40 ਲੱਖ ਰੁਪਇਆ ਘਰਦਿਆਂ ਨੇ ਲਗਾ ਕੇ ਇੱਥੇ ਭੇਜਿਆ ਸੀ। ਇਹਨਾਂ ਦੀ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਤੇ ਪਰਿਵਾਰ ਦੇ ਕਾਫੀ ਜ਼ਿਆਦਾ ਮਾੜੇ ਇਸ ਵਕਤ ਆਰਥਿਕ ਹਾਲਾਤ ਨੇ। ਸੋ ਜੇਕਰ ਇਸ ਵਕਤ GoFundMe ਪੇਜ ਦੇ ਜ਼ਰੀਏ ਕੋਈ ਵੀ ਹੈਲਪ ਕਰਨਾ ਚਾਹੁੰਦਾ, ਕਿਰਪਾ ਕਰਕੇ ਹੈਲਪ ਜ਼ਰੂਰ ਕਰੋ। ਪਰਿਵਾਰ ਦੀ ਵੀ ਮਦਦ ਹੋਊਗੀ, ਨਾਲ ਦੇ ਨਾਲ ਡੈਡ ਬੋਡੀ ਇਹਨਾਂ ਦੀ ਇੰਡੀਆ ਭੇਜਣ ਵਿੱਚ ਵੀ ਮਦਦ ਹੋਊਗੀ। ਸੋ ਜੇਕਰ ਕਿਸੇ ਵੀ ਤਰੀਕੇ ਦੀ ਤੁਸੀਂ ਹੈਲਪ ਕਰ ਸਕਦੇ ਹੋ, ਥੋੜੀ ਬਹੁਤ $5 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ ਤਾਂ ਕਿ ਪਰਿਵਾਰ ਤੱਕ ਆਖਰੀ ਵਾਰੀ ਕਮ ਸੇ ਕਮ ਪਰਿਵਾਰ ਆਪਣੇ ਬੇਟੇ ਦੀ ਜਿਹੜੀ ਆ ਉਹ ਮੁੱਖ ਜ਼ਰੂਰ ਦੇਖ ਸਕੇ। ਉੱਥੇ ਦੂਜੇ ਪਾਸੇ ਸਰ ਇੱਕ ਹੋਰ ਖਬਰ ਅਜਿਹੀ ਹੀ ਹੈ, ਨਿਊ ਜਰਸੀ ਦੀ ਇੱਕ ਖਬਰ ਹੈ ਜੀ। ਨਿਊ ਜਰਸੀ ਦੇ ਵਿੱਚ ਇੱਕ ਪਰਿਵਾਰ ਹੈ ਜਿਹਦੇ ਵਿੱਚ ਇੱਕ ਪਤਨੀ ਜਿਹੜੀ ਹੈ ਕਿਰਨ ਸ਼ੁਕਲਾ ਨਾਮ ਦੀ ਇੱਕ ਔਰਤ ਸੀ। ਆਪਣੇ ਪਿਤਾ ਦੀ ਦੇਖਭਾਲ ਲਈ, ਉਹਨਾਂ ਦੇ ਪਿਤਾ ਨੂੰ ਭਾਰਤ ਵਿੱਚ ਰਹਿੰਦੇ ਨੇ, ਬ੍ਰੇਨ ਕੈਂਸਰ ਹੋ ਗਿਆ ਸੀ, ਜਿਸ ਤੋਂ ਬਾਅਦ ਆਪਣੇ ਪਿਤਾ ਦੀ ਦੇਖਭਾਲ ਲਈ ਉਹ ਇੰਡੀਆ ਗਏ ਸੀ। ਉੱਥੇ ਪਿਤਾ ਦੀ ਵੀ ਡੈਥ ਹੋ ਚੁੱਕੀ ਹੈ ਤੇ ਉਹਨਾਂ ਦੇ ਉੱਥੇ ਕੋਵਿਡ ਕਰਕੇ ਜੀਜਾ ਜੀ ਦੀ ਵੀ ਡੈਥ ਹੋ ਚੁੱਕੀ ਹੈ ਤੇ ਹੁਣ ਪਿੱਛੇ ਉਹਨਾਂ ਦੇ ਹਸਬੈਂਡ ਦੀ US ਦੇ ਵਿੱਚ ਡੈਥ ਹੋ ਗਈ ਹੈ। ਸੋ ਹੁਣ ਉਹਨਾਂ ਨੇ ਵਾਪਸ US ਆਉਣਾ। ਪਤੀ ਦਾ ਸੰਸਕਾਰ 19 ਸਾਲ ਦੇ ਬੇਟੇ ਵੱਲੋਂ ਕਰ ਦਿੱਤਾ ਗਿਆ, ਪਰ ਇਸ ਵਕਤ ਬੇਟਾ ਇਕੱਲਾ ਆ। ਸੋ ਪਰਿਵਾਰ ਨੂੰ ਇਹਨਾਂ ਨੂੰ ਵੀ ਆਰਥਿਕ ਜਿਹੜੀ ਆ ਇਸ ਵਕਤ ਸਪੋਰਟ ਦੀ ਲੋੜ ਹੈ। GoFundMe ਪੇਜ ਤੇ ਜੇਕਰ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਦਿਸ ਇਜ਼ ਟੂ ਸੈਡ ਤਰਨ, ਐਸੀ ਹਾਲਤ ਕੋਵਿਡ ਕਰਕੇ ਕਿੰਨੀਆਂ ਮੌਤਾਂ ਹੋਈਆਂ ਨੇ। ਬਟ ਦਿਸ ਸਿਚੁਏਸ਼ਨ ਇਜ਼ ਉਹਦੇ ਫਾਦਰ ਦੀ ਡੈਥ ਹੋ ਗਈ, ਪੂਰੇ ਸ਼ੇਰ ਦੀ ਡੈਥ ਹੋ ਗਈ, ਪਿੱਛੇ ਹਸਬੈਂਡ ਦੀ ਡੈਥ ਹੋ ਗਈ ਹੈ। ਜੇ ਤੁਸੀਂ ਕੋਈ ਕਰ ਸਕਦੇ ਹੋ ਪਲੀਜ਼, ਥੈਂਕ ਯੂ ਵੈਰੀ ਮਚ। ਬਿਲਕੁਲ ਜੀ। ਤੇ ਸਰ ਹੁਣ ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਸਵਾਲ ਹੁੰਦਾ, ਫਿਰ ਅੱਜ ਦਾ ਸਵਾਲ ਕੀ ਹੈ? ਸਵਾਲ ਇਹ ਹੈ ਜੀ, ਪਹਿਲਾਂ ਤਾਂ ਮੈਂ ਸਕਰੀਨ ਆਪਦਾ ਉਰਲੇ ਪਾਸੇ ਨੂੰ ਕਰ ਲਿਆ ਵੀ ਤਰਨ ਪੜ੍ਹ ਨਾ ਸਕੇ। ਮੈਨੂੰ ਵੈਸੇ ਨਹੀਂ ਪਤਾ ਸਰ ਤੁਸੀਂ ਕੀ ਸਵਾਲ ਪੁੱਛਣ ਵਾਲੇ ਹੋ। ਦੈਟਸ ਰਾਈਟ, ਦੱਸਣਾ ਹੁੰਦਾ ਹੀ ਨਹੀਂ ਹੈ। ਤੇ ਸੈਕੰਡ, ਮੈਂ ਜੀ ਜਿਹੜੀ ਸਾਡੀ ਟੀਮ ਹੈ
ਉਹਨੂੰ ਵੀ ਦੱਸਣਾ ਭੁੱਲ ਗਿਆ ਕਿ ਫੋਟੋ ਕਿਹਦੀ ਪਾਉਣੀ ਹੈ ਅੱਜ। ਸੋ ਕੋਈ ਗੱਲ ਨਹੀਂ। ਤਰਨ ਜਨਮ ਹੈਗਾ 1946 ਤੇ 1950 1946 ਲਾਹੌਰ 'ਚ ਹੋਇਆ ਸੀਗਾ। ਓਕੇ, ਉਦੋਂ ਪੰਜਾਬ ਹੁੰਦਾ ਸੀ, ਉਦੋਂ ਬ੍ਰਿਟਿਸ਼ ਇੰਡੀਆ 'ਚ ਹੁੰਦਾ ਸੀਗਾ। ਇਹ ਐਕਟਰ ਨੇ ਜੀ, TV ਪ੍ਰੈਜ਼ੈਂਟਰ ਵੀ ਹੈਗੇ ਨੇ ਜੀ। ਇਹ ਹੁਣ ਮੈਂ ਤੁਹਾਨੂੰ ਕੀ ਕਰਾਂ, ਇਹਦਾ ਜਿਹੜਾ ਪਰਿਵਾਰ ਸੀਗਾ ਉਹ ਜਿਹੜੀ ਆਹ ਸੁਤੰਤਰਤਾ ਸੰਗਰਾਮ ਦੇ ਵਿੱਚ ਵੀ ਇਹਦੇ ਪਰਿਵਾਰ ਨੇ ਹਿੱਸਾ ਲਿਆ। ਇਹ ਤਾਂ ਉਦੋਂ ਛੋਟਾ ਹੀ ਸੀਗਾ ਜੀ। ਇਹਦੀ ਖਾਸੀਅਤ ਹੈ ਕਿ ਇਹ 3 ਕੰਟੀਨੈਂਟਸ ਦੇ ਵਿੱਚ ਬੜਾ ਤਕੜਾ, ਏਸ਼ੀਆ ਵਿੱਚ ਵੀ ਹੈ, ਯੂਰਪ ਵਿੱਚ ਵੀ ਹੈ ਤੇ ਅਮਰੀਕਾ ਦੇ ਵਿੱਚ ਵੀ ਹੈਗਾ ਜੀ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ, ਮਾਫੀ ਚਾਹਾਂਗੇ ਫੋਨ ਡਿਸਕਨੈਕਟ। ਇਹਦੇ ਲੈਣੀ ਹੈ ਕਾਲ ਜੀ, ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਬ੍ਰਾਹਮਣ ਦੇ ਬੇਟੇ ਤਰਨਜੀਤ ਬੋਲਦੇ ਹਾਂ ਰਾਜੇ। ਹਾਂਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਤੁਸੀਂ ਅੱਜ ਸਵਾਲ ਉਠਾਇਆ ਸੀ ਨਾ ਜੀ ਆਪਣੇ ਕਾਰਾਂ ਦਾ, ਜੀ ਹਾਂਜੀ, ਇਹ ਬਹੁਤ ਜ਼ਿਆਦਾ ਵਧੀਆ। ਥੈਂਕ ਯੂ ਜੀ। ਹਟਣਾ ਚਾਹੀਦਾ ਜੀ, ਤੁਹਾਨੂੰ ਲੱਗਦਾ ਵੀ ਹਟਣਾ ਚਾਹੀਦਾ? ਹਾਂ, ਹਟਣਾ ਚਾਹੀਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਆਪਣੇ ਜੀ ਮੋਸ਼ਨ ਪਾਸ ਹੋ ਚੁੱਕਿਆ ਤੇ ਹੁਣ ਪੁਲਿਸ ਵਾਲਿਆਂ ਨੂੰ ਕਿਹਾ ਗਿਆ ਕਿ ਜਿੰਨੀ ਛੇਤੀ ਇਹਦੇ ਤੇ ਨਿਗਾਹ ਰੱਖੀ ਜਾਵੇ ਤੇ ਅਜਿਹਾ ਕਰਨ ਵਾਲਿਆਂ ਦੇ ਜਿਹੜੇ ਆ ਚਲਾਨ ਕੱਟੇ ਜਾਣ। ਹੁਣ ਸੋ ਦੇਖਦੇ ਹਾਂ ਕਦੋਂ ਤੱਕ ਅਮਲੀ ਜਾਮਾ ਪਹਿਨਾਇਆ ਜਾਂਦਾ ਇਹਨੂੰ। ਅਸੀਂ ਬੇਟੇ ਦਾ ਦੇਖ ਕਰਦੇ ਹਾਂ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਟੀਵੀ ਦੀ ਆਵਾਜ਼ ਨੂੰ ਪਲੀਜ਼ ਥੋੜਾ ਜਿਹਾ ਘੱਟ ਕਰ ਦਿਓ। ਕਿੱਥੋਂ ਬੋਲ ਰਹੇ ਹੋ? ਟੀਵੀ ਤੇ ਨਾ ਸੁਣਿਆ ਕਰੋ, ਸਾਨੂੰ ਫੋਨ ਤੇ ਸੁਣਿਆ ਕਰੋ ਜੀ। ਥੈਂਕ ਯੂ ਜੀ। ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ ਸਰ। ਸਟੇਜ ਐਕਟਰ ਦੇ ਤੌਰ ਤੇ ਵੀ ਬੜੇ ਤਕੜੇ ਇਹਨੇ ਰੋਲਸ ਕੀਤੇ ਨੇ ਸਟੇਜ ਐਕਟਿੰਗ ਦੇ ਵਿੱਚ। ਫਿਰ ਹਿੰਦੀ ਫਿਲਮਾਂ ਦੇ ਵਿੱਚ ਇਹ ਲੈ ਲਈ ਕਾਲ। ਹਾਂ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ ਪਲੀਜ਼। ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿ ਰਿਹਾ ਸੀ ਜੀ, ਉਹ ਜਿਹੜਾ ਗੋਫੰਡ ਤੇ ਤੁਸੀਂ ਬੰਦੇ ਦਾ ਨਾਮ ਮਨਪ੍ਰੀਤ ਸੀ, ਉਹਦਾ ਨਾਮ ਮਨਦੀਪ ਜੀ, ਲੇਡੀ ਦਾ ਨਾਮ ਜਿਹੜਾ ਦੁਬਾਰਾ ਦੱਸ ਦੋਗੇ ਜੀ ਇੱਕ ਦਫਾ ਕਲੀਅਰਲੀ? ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਦੇ ਨਾਲ ਦੀ ਨਾਲ ਤੁਹਾਨੂੰ ਪਿਕਚਰ ਦਿਖਾ ਸਕੇ। ਮਨਦੀਪ ਸਿੰਘ ਦੇ ਨਾਮ ਤੇ ਗੋਫੰਡਮੀ ਪੇਜ ਹੈ ਤੇ ਕਿਰਨ ਸ਼ੁਕਲਾ ਦੇ ਨਾਮ ਦੇ ਉੱਤੇ ਜਿਹੜਾ ਆ ਉਹ ਦੋਵੇਂ ਪੇजेस ਬਣੇ ਹੋਏ ਨੇ। ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਤਰਨ ਇਹਨੇ ਸਰ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਮੌਂਟਰ ਤੋਂ ਬੋਲ ਰਿਹਾ। ਮੈਂ ਸਿਰਫ ਇਹ ਪੁੱਛਣਾ ਸੀ, ਉਹ ਕਿੱਥੇ ਕਰਕੇ ਤੁਸੀਂ ਕਿਹਾ ਕਿ ਅਸੀਂ ਹੈਲਪ ਕਰ ਸਕਦੇ ਹਾਂ, ਤੁਸੀਂ ਕਿਹਾ ਕਿ ਡੋਨੇਸ਼ਨ ਕਰੋ। ਜੀ ਬਿਲਕੁਲ ਜੀ, ਸਾਡੀ ਟੈਕਨੀਕਲ ਟੀਮ ਜਿਹੜੀ ਨਾਲ ਦੀ ਨਾਲ ਤੁਹਾਨੂੰ ਪਿਕਚਰ ਦਿਖਾਏਗੀ, ਤੁਸੀਂ ਉਹ ਦੇਖ ਸਕਦੇ ਹੋ। ਤੇ ਮਨਦੀਪ ਸਿੰਘ ਦੇ ਨਾਮ ਤੇ ਜਿਹੜਾ ਆ ਪੇਜ ਹੈ, ਇੱਕ ਕਿਰਨ ਸ਼ੁਕਲਾ ਦੇ ਨਾਮ ਤੇ ਹੈ ਜੀ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰਾਂਗੀ ਕਿ ਕਿਰਪਾ ਕਰਕੇ ਨਾਲ ਦੀ ਨਾਲ ਜਿਹੜੀ ਇਹ ਪਿਕਚਰ ਜਿਹੜੀ ਆ ਦੋਵਾਂ ਪੇजेस ਦੀ ਗੋਫੰਡਮੀ ਦੀ ਜ਼ਰੂਰ ਜਿਹੜੇ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਦਰਸ਼ਕ ਜੁੜ ਗਏ ਨੇ ਇੱਕ ਹੋਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ ਸਰ। ਤਰਨ ਇਹਨੇ ਜੇਮਸ ਬੌਂਡ ਦੀ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੈਗਾ ਜੀ। ਇਹਨੇ ਕਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello. Hi Navneet. Hi, I think it's Kabir Bedi. Kabir Bedi. Kabir Bedi, wow. Okay, thank you. Thank you so much. ਇਹਨੇ ਤਕਰੀਬਨ ਆਈਡੀਆ ਲੈ ਲਓ ਜੀ, ਹਰੇ ਅਸੀਂ ਯੈਸ ਨਹੀਂ ਜੀ ਕੀਤੀ। ਕਬੀਰ ਇਹ ਜੀ 60 ਫਿਲਮਾਂ ਦੇ ਵਿੱਚ ਇਹਨੇ ਕੰਮ ਕੀਤਾ ਜੀ। ਇਹ ਕਈ ਐਸੇ ਡਰਾਮਿਆਂ 'ਚ ਕੰਮ ਕੀਤਾ ਕਿ ਬੜੇ ਕਮਾਲ ਦੇ ਡਰਾਮੇ ਸੀਗੇ। ਹਿੰਦੀ ਫਿਲਮਾਂ 'ਚ ਇਹ ਠੀਕ ਸੀਗਾ, ਪਰ ਇਹ ਯੂਰਪ ਦੇ ਵਿੱਚ ਜਿਹੜੇ ਦੇਸ਼ 'ਚ ਜਾ ਕੇ ਐਕਟਿੰਗ ਕੀਤੀ ਹੈ ਇਹਨੇ, ਉੱਥੋਂ ਦੇ ਫਿਲਮਾਂ ਦੇ ਵਿੱਚ ਇਹਨੇ ਬਹੁਤ ਅੱਗੇ ਤੱਕ ਗਿਆ। ਹਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ, ਤਾਂ ਮੈਂ ਕਿਹਾ ਵੀ 3 ਕੰਟੀਨੈਂਟਸ ਕੰਮ ਕੀਤਾ ਇਹਨੇ। ਦੀਪਾ ਮਹਿਤਾ ਦੀ ਇੱਕ ਫਿਲਮ ਸੀਗੀ, ਉਹ ਚਮਤਾਬ ਵਿੱਚ ਵੀ ਸੀਗਾ, ਉਹਦੇ ਵਿੱਚ ਵੀ ਜੌਨ ਅਬਰਾਹਮ ਵੀ ਸੀਗਾ, ਉਹਦੇ ਵਿੱਚ ਵੀ ਇਹਨੇ ਕੰਮ ਕੀਤਾ ਜੀ। ਜੀ ਕਾਲਰ ਜੁੜ ਗਏ ਨੇ, ਮਾਫੀ ਚਾਹਾਂਗੇ। ਨੈਕਸਟ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਰਜਿੰਦਰ ਸਚਦੇਵਾ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਬੀਰ ਬੇਦੀ ਦੀ ਗੱਲ ਕਰ ਰਹੇ ਹੋ। ਕਬੀਰ ਬੇਦੀ ਇਟਾਲੀਅਨ ਫਿਲਮ ਸੈਂਡੋਕੈਨ ਤੋਂ ਪਪੂਲਰ ਹੋਇਆ ਸੀ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਇਹਨੇ ਕਈ ਬੜੀਆਂ ਵੱਡੇ ਨਾਂ ਦੀਆਂ ਫਿਲਮਾਂ ਉਹਦੇ ਵਿੱਚ ਇਹਨੇ ਕੰਮ ਕੀਤਾ ਜੀ। ਦੇਖਣ ਵਾਕਈ ਬੜਾ ਸੁਰੱਖਿਆ, ਔਰ ਇਹਦੇ 4 ਵਿਆਹ ਨੇ। ਇਹਦੇ 4 ਵਿਆਹ ਨੇ। ਇਹਦਾ ਬੇਟਾ ਵੀ ਹੈਗਾ ਜੀ, ਫਿਲਮਾਂ ਦੇ ਵਿੱਚ ਹੀ ਹੈਗਾ, ਉਹ ਵੀ ਐਕਟਰ। ਪਰ ਇਹਨੇ ਇੱਕ ਚੈਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀਗਾ ਇਹਨੇ ਟੀਵੀ ਦੇ ਵਿੱਚ। ਮਤਲਬ ਬੇਟਾ ਹੈ, ਬੇਟੀ ਨਹੀਂ ਹੈ? ਬੇਟੀ ਵੀ ਹੈ ਸ਼ਾਇਦ।
ਇਹਦਾ ਬੇਟਾ ਥੋੜਾ ਕਲੂ ਲੈ ਰਹੀ ਸੀ ਨਾ, ਬੇਟਾ ਫਿਲਮਾਂ 'ਚ ਹੈ। ਓਕੇ, ਬੇਟੀ ਫਿਲਮਾਂ 'ਚ ਨਹੀਂ ਹੈ। ਤੇ ਇਹਨੇ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਿਹਦੇ ਵਿੱਚ ਇਹ ਡਾਇਰੈਕਟਰਸ ਦੀ ਇੰਟਰਵਿਊ ਲੈਂਦਾ ਸੀਗਾ। ਓਕੇ, ਉਹ ਪ੍ਰੋਗਰਾਮ ਦਾ ਨਾਮ ਦੱਸ ਦਿੰਦੇ ਆ, ਡਾਇਰੈਕਟਰਸ ਕੱਟ, ਉਹਦਾ ਨਾਮ ਇਹ ਵੀ ਰੱਖਿਆ ਗਿਆ, ਇਹ ਰੱਖਿਆ ਸੀਗਾ। ਉਹ 'ਚ ਤਕਰੀਬਨ 100 ਦੇ ਨੇੜੇ ਤੇ ਡਾਇਰੈਕਟਰ ਸੀ, ਇਹਨਾਂ ਇੰਟਰਵਿਊਜ਼ ਰਹੀਆਂ ਨੇ, ਬੜਾ ਮਸ਼ਹੂਰ ਪ੍ਰੋਗਰਾਮ ਸੀਗਾ। ਇੱਕ ਡਰਾਮਾ ਸੀਗਾ, ਬੜਾ ਮਸ਼ਹੂਰ ਡਰਾਮਾ ਹਾਲੀਵੁੱਡ ਦਾ, ਉਹਦੇ 'ਚ ਇਹਨੇ 1 ਸਾਲ ਲਗਾਤਾਰ ਕੰਮ ਕੀਤਾ ਜੀ। ਬਿਲਕੁਲ ਜੀ, ਤੁਹਾਡਾ ਨਵਨੀਤ ਨੇ ਤਾਂ ਸਾਰੀ ਗੱਲ ਪੂਰੀ ਵੀ ਨਹੀਂ ਕਰਨ ਦਿੱਤੀ। ਬਿਲਕੁਲ ਜੀ, ਕਬੀਰ ਬੇਦੀ ਸਹੀ ਤੁਹਾਡਾ ਜਵਾਬ ਹੈਗਾ ਜੀ। ਹਜੇ ਵੀ ਇਹ ਫਸਟ ਗੁੱਡ, ਇਹਦੇ ਜਿਹੜੇ ਪੇਰੈਂਟਸ ਨੇ ਨਾ ਉਹ ਮਿਕਸਡ ਹੈਗੇ ਨੇ। ਮੈਂ ਤਾਂ ਹੀ ਕਹਿ ਰਹੀ ਸੀ ਇਹਨਾਂ ਦੀ ਬੇਟੀ ਆ, ਉਹ ਵੀ ਮੂਵੀਜ਼ ਦੇ ਵਿੱਚ ਹੈ, ਮੈਂ ਤਾਂ ਹੀ ਕਲੂ ਲੈ ਰਹੀ ਸੀ ਥੋੜਾ ਜਿਹਾ। ਮੈਨੂੰ ਇੰਨਾ ਪਤਾ ਨਹੀਂ ਸੀਗਾ, ਆਪਾਂ ਕਿਉਂਕਿ ਮੈਨੂੰ ਉਹਦੇ ਅੰਗਦ ਦਾ ਨਾਮ ਮੈਂ ਦੇਖਿਆ ਸੀ, ਅੰਗਦ ਬੇਦੀ ਉਹਦਾ ਨਾਮ। ਸੋ ਥੈਂਕ ਯੂ, ਥੈਂਕਸ ਫॉर ਐਡਿੰਗ ਇਟ। ਤੁਹਾਨੂੰ ਦੇਖੇ ਤਾਂ ਹੀ ਮੈਂ ਦੱਸਦਾ ਨਹੀਂ ਜੀ ਹੁੰਦਾ ਤਰਨ ਸਾਰਾ ਕੁਝ, ਫਿਰ ਗੱਲ ਕਰਨ ਦਾ ਸਵਾਦ ਨਹੀਂ ਆਉਂਦਾ ਹੈ। ਕਬੀਰ ਬੇਦੀ ਜੀ, ਥੈਂਕ ਯੂ ਜੀ, ਤੁਸੀਂ ਅੱਜ ਜਿਹੜਾ ਕਾਲਸ ਕੀਤੀਆਂ ਨੇ ਤਰਨ ਦੇ ਬਾਰੇ, ਸੋ ਨਾਈਸ ਆਫ ਯੂ, ਰੀਲੀ ਅਸੀਂ ਦਿਨੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਮੈਂ ਕੋਸ਼ਿਸ਼ ਕਰਦਾ ਸਾਂ ਕਿ ਤੁਹਾਨੂੰ ਜਿੰਨਾ ਅਪਡੇਟ ਕਰ ਸਕਾਂ, ਜਿੰਨੀ ਕੁ ਚਾਹੀਦੀ ਸੀਗੀ, ਮੈਂ ਉਨੀ ਅਪਡੇਟ ਤੁਹਾਨੂੰ ਜ਼ਰੂਰ ਕਰਦਾ ਰਿਹਾ ਹੈਗਾ। ਅਤੇ ਅੱਜ ਤੁਹਾਨੂੰ ਵਾਪਸ ਆਈ ਹੈ ਜੀ, ਅਤੇ ਕੱਲ੍ਹ ਨੂੰ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਸ਼ੁਰੂ ਕਰਨ ਲੱਗੇ ਹਾਂ ਜੀ। ਦੁਪਹਿਰ ਦੇ 4 ਤੋਂ ਲੈ ਕੇ 5 ਵਜੇ ਤੱਕ ਹੋਇਆ ਕਰੇਗਾ ਜੀ, ਜਿਸ 'ਚ ਅਸੀਂ ਸਿਰਫ ਪੰਜਾਬ ਦੀ ਪੋਲੀਟਿਕਸ, ਪੰਜਾਬ ਅਤੇ ਇੰਡੀਆ ਦੀ ਪੋਲੀਟਿਕਸ, ਉੱਥੋਂ ਦੀ ਪੋਲੀਟਿਕਸ, ਕਾਲੋ ਸਾਹਿਬ ਮੇਰੇ ਨਾਲ ਆਇਆ ਕਰਨਗੇ ਜੀ। ਅਸੀਂ ਉਹ ਪ੍ਰੋਗਰਾਮ 4 ਤੋਂ ਲੈ ਕੇ 5 ਵਜੇ ਤੱਕ ਇੰਡੀਆ ਦੀ, ਪੰਜਾਬ ਦੀ ਪੋਲੀਟਿਕਸ ਬਾਰੇ ਡਿਸਕਸ਼ਨ ਕਰਿਆ ਕਰਾਂਗੇ ਜੀ। ਅੱਜ ਫਿਰ ਇੰਨਾ ਹੀ ਕਾਫੀ ਹੈ। ਬਿਲਕੁਲ ਜੀ, ਸਹੀ ਹੈ ਜੀ, ਇਜਾਜ਼ਤ ਲੈਣੇ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਮੈਸੇजेस ਕੀਤੇ ਤੇ ਕਾਲ ਕੀਤੀਆਂ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਫਿਲਹਾਲ ਇਸ ਪ੍ਰੋਗਰਾਮ 'ਚ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। All-in-one Moving and Transport Inc.